SS ਟੈਲੀਵਿਜ਼ਨ ਅਤੇ ਸੁਰਸਾਗਰ ਰੇਡੀਓ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਰਵਿੰਦਰ ਸਿੰਘ ਪੰਨੂ ਵੱਲੋਂ ਸਤਿ ਸ੍ਰੀ ਅਕਾਲ ਤੇ ਲਓ ਪਾਕ ਦੇ ਮਸਲੇ ਪ੍ਰੋਗਰਾਮ ਆਪ ਜੀ ਲਈ ਲੈ ਕੇ ਹਾਜ਼ਰ ਹੋਇਆ ਹਾਂ। ਇਹ ਪ੍ਰੋਗਰਾਮ ਠੀਕ 9:30 ਵਜੇ ਤੱਕ ਆਪ ਦੇਖ ਅਤੇ ਸੁਣ ਸਕੋਗੇ। ਪਹਿਲਾਂ ਆਪ ਸਭ ਦੀ ਸਿਹਤ ਵਾਸਤੇ ਮਨੋਕਾਮਨਾ ਕਰਦੇ ਹਾਂ ਕਿ ਸਾਰੇ ਤੰਦਰੁਸਤ ਰਹੋ ਅਤੇ ਪਰਿਵਾਰਾਂ ਦੇ ਵਿੱਚ ਖੁਸ਼ੀ ਮਨਾਉਂਦੇ ਰਹੋ। ਸੋ ਇਹ ਫਾਰਮੂਲਾ ਤਾਂ ਹੀ ਲਾਗੂ ਹੋਏਗਾ ਜੇਕਰ ਤੁਸੀਂ ਬਾਹਰ ਘੱਟ ਨਿਕਲਦੇ ਹੋ ਤੇ ਪਲਾਜ਼ਿਆਂ ਦੇ ਵਿੱਚ ਘੱਟ ਜਾਂਦੇ ਹੋ ਅਤੇ ਜੇਕਰ ਜ਼ਰੂਰਤ ਨਹੀਂ ਹੈ ਕਿਤੇ ਜਾਣ ਦੀ ਤੇ ਘਰ 'ਚ ਹੀ ਬਣੇ ਰਹਿੰਦੇ ਹੋ ਤਾਂ ਹੀ ਇਹ ਫਾਰਮੂਲਾ ਸਿੱਧ ਤੰਦਰੁਸਤੀ ਵਾਸਤੇ ਹੋਏਗਾ। ਲੇਕਿਨ ਜੇਕਰ ਆਵਾਗੌਣ ਹੀ ਬਾਹਰ ਭੱਜੇ ਫਿਰਦੇ ਰਹੇ ਤੇ ਹੋ ਸਕਦਾ ਕਿ ਕਰੋਨਾ ਅਜਿਹੇ ਵਿਅਕਤੀਆਂ ਨੂੰ ਹੀ ਸੁਣਿਆ ਗਿਆ ਹੈ ਜਿਹੜੇ ਕਿ ਬੜੇ ਪ੍ਰੀਕਾਸ਼ਨਸ ਲੈਂਦੇ ਰਹੇ ਹਨ। ਸੋ ਪਤਾ ਨਹੀਂ ਕਿੱਥੇ ਵੀ ਅਣਗਹਿਲੀ ਹੋ ਸਕਦੀ ਹੈ ਤੇ ਕਰੋਨਾ ਤੁਹਾਨੂੰ ਪਕੜ ਦੇ ਵਿੱਚ ਲਿਆ ਸਕਦਾ ਹੈ। ਸੋ ਆਪਣੀ ਸਿਹਤ ਵਾਸਤੇ, ਆਪਣੇ ਬਜ਼ੁਰਗਾਂ ਦੀ, ਆਪਣੇ ਪਰਿਵਾਰ ਦੀ ਅਤੇ ਆਂਢ ਗੁਆਂਢ ਦੀ ਸੁੱਖ ਸ਼ਾਂਤੀ ਬਣਾਈ ਰੱਖਣ ਵਾਸਤੇ ਇਹ ਜ਼ਰੂਰੀ ਹੈ ਕਿ ਤੁਸੀਂ ਘਰਾਂ ਦੇ ਵਿੱਚ ਹੀ ਰਹੋ। ਜੇਕਰ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ, ਕੋਈ ਜੇਕਰ ਐਮਰਜੈਂਸੀ ਹੈ ਦੈਨ ਡਿਫਰੈਂਟ ਸਟੋਰੀ ਹੈ। ਸੋ ਇਸ ਸੰਦਰਭ ਦੇ ਵਿੱਚ ਸਾਡੇ ਪਾਸ ਅੱਜ ਮਾਹਰ ਆਉਣਗੇ, ਡਾਕਟਰ ਸਾਹਿਬ ਆਉਣਗੇ, ਦੋ ਸਪੈਸ਼ਲਾਈਜ਼ ਇਸ ਦੇ ਵਿੱਚ ਕਰਦੇ ਹਨ ਜਿਹੜੇ ਕਿ ਇਸ ਵੇਲੇ ਇਸ ਖਾਸ ਕਰਕੇ ਇੱਕ ਵਰਗ ਦੇ ਲੋਕਾਂ ਨੂੰ ਹਦਾਇਤ ਔਰ ਜਾਣਕਾਰੀ ਦੇਣਗੇ। ਇਸ ਤੋਂ ਇਲਾਵਾ ਬ੍ਰਿਗੇਡੀਅਰ ਨਵਾਬ ਸਿੰਘ ਜੀ ਸਾਡੇ ਨਾਲ ਸਾਂਝ ਪਾਉਣਗੇ ਭਾਰਤ ਬਾਰੇ, ਕਰੋਨਾ ਬਾਰੇ ਅਤੇ ਹੋਰ ਗਤੀਵਿਧੀਆਂ ਬਾਰੇ। ਅੱਜ ਆਪ ਜੀ ਵੱਲੋਂ ਬਹੁਤ ਸਾਰੀਆਂ ਫੋਨ ਕਾਲਸ ਆਉਂਦੀਆਂ ਰਹੀਆਂ ਕਿ ਅਖੰਡ ਪਾਠ ਸਾਹਿਬ ਕਿੱਦਣ ਹੋਣਗੇ। ਜੀ ਅਖੰਡ ਪਾਠ ਸਾਹਿਬ 3 ਦਿਨ ਚੱਲਦੇ ਹਨ ਜਿਨ੍ਹਾਂ ਦਾ ਆਰੰਭ 28 ਤਰੀਕ ਨੂੰ ਹੋਏਗਾ। 28, 29 ਅਤੇ 30 ਨੂੰ ਭੋਗ ਪਾਏ ਜਾਣਗੇ। ਹਰ ਵਰੇ ਦੀ ਤਰ੍ਹਾਂ ਸਵੇਰ 7 ਤੋਂ ਲੈ ਕੇ 7:30 ਦੇ ਦੌਰਾਨ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਵੇਗੀ ਅਤੇ ਕੰਟੀਨਿਊਸਲੀ 3 ਦਿਨ ਜਿਵੇਂ ਆਪ ਜੀ ਨੂੰ ਪਤਾ ਹੈ ਕਿ ਐਤਕੀ ਸੈਟਰਡੇ, ਸੰਡੇ ਅਤੇ ਮੰਡੇ ਨੂੰ ਭੋਗ ਪਾਏ ਜਾਣਗੇ। ਸੋ ਘਰਾਂ ਦੇ ਵਿੱਚ ਹੀ ਰਹਿਣਾ, ਘਰਾਂ ਦੇ ਵਿੱਚ ਤੁਸੀਂ ਬੈਠ ਕੇ ਪਾਠ ਸੁਣਨਾ ਔਰ ਇਹਦੇ ਵਿੱਚੋਂ ਸਿੱਖਣ ਦੀ ਕੋਸ਼ਿਸ਼ ਕਰਨੀ ਤੇ ਜੀਵਨ ਤੇ ਲਾਗੂ ਵੀ ਆਪਾਂ ਕਰਨੀ ਹਨ ਹਦਾਇਤਾਂ ਜੋ ਗੁਰੂ ਸਾਹਿਬ ਦੀਆਂ ਗੁਰੂ ਗ੍ਰੰਥ ਸਾਹਿਬ ਜੀ ਰਾਹੀਂ ਦੱਸੀਆਂ ਗਈਆਂ ਹਨ। ਇੱਕ ਅਸੀਂ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਤੁਸੀਂ ਇੱਥੇ ਸਟੂਡੀਓ 'ਚ ਨਹੀਂ ਆਉਣਾ। ਸਾਡੀ ਇੱਥੇ ਟੀਮ ਜੋ ਪਾਠੀ ਹੋਣਗੇ, ਵਜ਼ੀਰ ਹੋਣਗੇ, ਉਹ ਉਹਨਾਂ ਦੀ ਟੀਮ 2-2 ਕਰਕੇ ਹੀ ਸਟੂਡੀਓ ਦੇ ਵਿੱਚ ਰਹਿਣਗੇ ਤੇ ਆਪਣੇ ਘਰਾਂ ਨੂੰ ਚਲੇ ਜਾਣਗੇ ਜਾਂ ਅਸੀਂ ਹੋਰ ਕਿਤੇ ਉਹਨਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਹੋਵੇਗਾ। ਇੱਥੇ ਤੁਸੀਂ ਆਪ ਜੀ ਨੂੰ ਬੇਨਤੀ ਹੈ ਕੋਈ ਵੀ ਰਸਦ ਪਾਣੀ ਲੈ ਕੇ ਨਹੀਂ ਆਉਣਾ। ਤੁਸੀਂ ਘਰਾਂ ਦੇ ਵਿੱਚ ਹੀ ਵਿਰਾਜਮਾਨ ਰਹਿਣਾ ਅਤੇ ਘਰਾਂ ਦੇ ਵਿੱਚ ਹੀ ਪਾਠ ਸੁਣਨਾ। ਤੁਸੀਂ ਇੱਥੋਂ ਬੈਠੇ ਹੀ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰ ਸਕਦੇ ਹੋ। ਗੁਰੂ ਨੂੰ ਕੋਈ ਆਪਾਂ ਨੂੰ ਜਾ ਕੇ ਚਿਹਰਾ ਦਿਖਾਉਣ ਦੀ ਜ਼ਰੂਰਤ ਨਹੀਂ ਹੁੰਦੀ ਹੈ। ਸੋ ਤੁਹਾਨੂੰ ਅਸੀਂ ਟੀਵੀ ਰਾਹੀਂ ਅਤੇ ਰੇਡੀਓ ਸੁਰਸਾਗਰ ਰਾਹੀਂ ਜੋ ਹਰ ਵਰੇ ਲੰਮੇ ਸਮੇਂ ਦੀ ਰੀਤ ਚੱਲਦੀ ਆ ਰਹੀ ਹੈ 1995 ਤੋਂ, ਉਹ ਆਪਾਂ ਬਰਕਰਾਰ ਜਾਰੀ ਰੱਖਾਂਗੇ। ਲੇਕਿਨ ਇਹ ਤਾਂ ਹੀ ਜਾਰੀ ਰਹਿ ਸਕੇਗੀ ਜੇਕਰ ਤੁਸੀਂ ਸਾਡਾ ਪੂਰਾ ਸਹਿਯੋਗ ਦਿਓਗੇ। ਜੇਕਰ ਤੁਹਾਡੇ ਕੋਈ ਸੇਵਾ ਕਰਨ ਦਾ ਇਰਾਦਾ ਹੋਵੇ, ਭਾਵ ਕਿ ਅਸੀਂ ਪਾਠੀਆਂ ਨੂੰ ਜਾਂ ਇੱਥੇ ਜੋ ਤਿਲ ਫੁੱਲ ਪਾਉਂਦੇ ਹਾਂ ਉਹ ਕਰਨਾ ਹੈ ਤੇ ਤੁਸੀਂ ਸਾਨੂੰ ਫੋਨ ਕਰਕੇ ਦੱਸ ਸਕਦੇ ਹੋ। ਤੁਹਾਡੇ ਪਰਿਵਾਰ ਵੱਲੋਂ ਜਿਹੜੀ ਮਾਇਆ ਹੋਵੇਗੀ ਉਹ ਬਾਬਿਆਂ ਤਾਈਂ ਜਾਂ ਫਿਰ ਜਿਹੜੀ ਬਚਦੀ ਹੋਵੇਗੀ ਉਹ ਭਾਰਤ ਲੋੜਵੰਦ ਲੋਕਾਂ ਨੂੰ ਪਹੁੰਚਾਉਂਦੇ ਹਾਂ, ਉਹ ਤੁਸੀਂ ਸਾਨੂੰ ਫੋਨ ਤੇ ਦੱਸ ਸਕਦੇ ਹੋ। ਜੇਕਰ ਨਹੀਂ ਵੀ ਕੋਈ ਮਾਇਆ ਤੁਸੀਂ ਸੇਵਾ ਕਰਨੀ ਹੋਵੇ ਤੇ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਆਪਣੇ ਭਾਰਤ ਪਿੰਡ ਵਿੱਚ ਜਾਂ ਲੋੜਵੰਦ ਵਿਅਕਤੀ ਨੂੰ ਕਰ ਸਕਦੇ ਹੋ। ਇੱਥੇ ਅਸੀਂ ਆਪਣੇ ਆਪ ਹੀ ਸੇਵਾ ਕਰ ਲਵਾਂਗੇ। ਸੋ ਇਹ ਸਾਰੇ ਜਗਤ ਵਾਸਤੇ ਅਰਦਾਸ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਦੇ ਜਨਮਪੁਰਬ ਦੀ ਖੁਸ਼ੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੋ ਹਰ ਵਰੇ ਕਰਾਏ ਜਾਂਦੇ ਹਨ, ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ। ਸੋ ਇਹ ਅਦਾਰਾ ਸੁਰਸਾਗਰ ਇੱਕ ਜ਼ਰੀਆ ਹੈ ਤੁਹਾਡੇ ਤੱਕ ਅਖੰਡ ਪਾਠ ਸਾਹਿਬ ਪਹੁੰਚਾਉਣ ਦਾ। ਅਸੀਂ ਵੀ ਇਸ ਅਰਦਾਸ ਦੇ ਵਿੱਚ ਆਪਣੇ ਪਰਿਵਾਰ ਦਾ ਤੁਹਾਡੇ ਰਾਹੀਂ ਜਾਂ ਸੰਗਤ ਦੇ ਰਾਹੀਂ ਹੀ ਅਸੀਂ ਅਰਦਾਸ ਕਰਦੇ ਹਾਂ, ਨਾ ਕਿ ਕੋਈ ਸਪੈਸ਼ਲ ਨਾਂ ਲਿਆ ਜਾਂਦਾ ਹੈ। ਸੋ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਘਰਾਂ ਦੇ ਵਿੱਚ ਬੈਠ ਕੇ ਤੁਸੀਂ ਪਾਠ ਸਰਵਣ ਕਰਨਾ। ਜੇਕਰ ਤੁਸੀਂ ਰੇਡੀਓ ਲੈ ਕੇ ਜਾਣਾ ਹੋਵੇ ਸਵੇਰੇ 11 ਤੋਂ ਲੈ ਕੇ 5 ਵਜੇ ਤੱਕ ਤੁਸੀਂ ਰੇਡੀਓ ਲਿਜਾ ਸਕਦੇ ਹੋ, ਲੇਕਿਨ ਸਾਨੂੰ ਫੋਨ ਜ਼ਰੂਰ ਕਰ ਲੈਣਾ। ਜੇਕਰ ਤੁਸੀਂ ਇੱਥੇ ਦੂਰ ਦਰਾਡੇ ਨਹੀਂ ਆਉਣਾ, ਤੁਹਾਨੂੰ ਅਸੀਂ ਇੱਕ ਹੋਰ ਐਡਰੈਸ ਦੇ ਸਕਦੇ ਹਾਂ ਬਰੈਂਪਟਨ ਦਾ, ਤੁਸੀਂ ਉੱਥੋਂ ਆ ਕੇ ਵੀ ਰੇਡੀਓ ਲਿਜਾ ਸਕਦੇ ਹੋ। ਸੋ ਆਪਣੇ ਭੈਣ ਭਾਈ, ਰਿਸ਼ਤੇਦਾਰ, ਸਾਕ ਸੰਬੰਧੀਆਂ ਨੂੰ ਸਾਰਿਆਂ ਨੂੰ ਤੁਸੀਂ ਦੱਸ ਸਕਦੇ ਹੋ।
ਅਤੇ ਤੁਸੀਂ ਈ ਬਾਬਾ ਵੀ ਡਾਊਨਲੋਡ ਕਰ ਸਕਦੇ ਹੋ, ਜਿਸ ਰਾਹੀਂ ਤੁਸੀਂ ਦੂਰ ਦਰਾਡੇ ਬੈਠੇ ਅਖੰਡ ਪਾਠ ਸਾਹਿਬ ਵੇਖ ਅਤੇ ਸੁਣ ਸਕਦੇ ਹੋ। ਚਾਹੇ बहुत सारे गुरुद्वारा साहिबाना ਦੇ ਵਿੱਚ अखंड पाठ ਸਾਹਿਬ ਚੱਲ ਰਹੇ ਹੋਣਗੇ, ਲੇਕਿਨ ਤੁਹਾਡੇ ਵੱਲੋਂ ਜਿਹੜੀ ਖਾਸ ਕਰਕੇ ਮੰਗ ਹੁੰਦੀ ਹੈ ਕਿ ਅਸੀਂ ਜੋ ਸੁਰ ਸਾਗਰ ਤੇ ਪਾਠ ਚੱਲਦਾ ਹੈ ਬਹੁਤ ਹੀ ਸ਼ੁੱਧਤਾ ਦੇ ਨਾਲ, ਬਹੁਤ ਠਹਾਉ ਦੇ ਨਾਲ ਇਹ ਪਾਠ ਕੀਤਾ ਜਾਂਦਾ ਹੈ। ਇਸ ਕਰਕੇ ਅਸੀਂ ਸੁਰ ਸਾਗਰ ਤੇ ਰੱਖਿਆ ਹੋਇਆ ਪਾਠ ਸਰਵਣ ਕਰਨਾ ਚਾਹੁੰਦੇ ਹਾਂ। ਸੋ ਇਸ ਲਈ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ, ਇਹ ਤਾਂ ਹੀ ਮੁਨਾਸਬ ਹੋਏਗਾ ਜੇਕਰ ਤੁਸੀਂ ਸਾਡਾ ਪੂਰਾ ਸਹਿਯੋਗ ਦਿਓਗੇ। ਜੇਕਰ ਸੰਗਤ ਇੱਥੇ ਆਈ, ਹੋ ਸਕਦਾ ਕਿ ਸਾਨੂੰ ਵੀ ਬਹੁਤ ਸਾਰਾ ਵੱਡਾ ਜੁਰਮਾਨਾ ਭਰਨਾ ਪਵੇ ਜਾਂ ਫਿਰ ਆਪ ਜੀ ਨੂੰ ਵੀ ਜੁਰਮਾਨਾ ਭਰਨਾ ਪਵੇ। ਗੁਰਦੁਆਰਿਆਂ ਦੇ ਵਿੱਚ ਵੀ 10 ਵਿਅਕਤੀਆਂ ਤੱਕ ਇਕੱਠ ਦੀ ਜਿਹੜੀ ਆ ਇਸ ਵੇਲੇ ਅਪੀਲ ਕੀਤੀ ਗਈ ਹੈ, ਔਰ ਕਿਸੇ ਵੀ ਸੰਸਥਾ ਦੇ ਵਿੱਚ 10 ਤੋਂ ਵੱਧ ਬੰਦੇ ਜਿਹੜੇ ਆ ਨਹੀਂ ਇਕੱਤਰਤ ਹੋ ਸਕਦੇ। ਲਓ, ਇਸ ਸੰਦਰਭ ਦੇ ਵਿੱਚ ਬ੍ਰਿਗੇਡੀਅਰ ਨਵਾਬ ਸਿੰਘ ਜੀ ਦੇ ਨਾਲ ਪਹਿਲੋਂ ਗੱਲ ਕਰਦੇ ਹਾਂ ਤੇ ਬਾਅਦ ਦੇ ਵਿੱਚ ਸਾਡੇ ਨਾਲ ਸਿਮਰਪ੍ਰੀਤ ਸੰਧਾਵਾਲੀਆ ਅਤੇ ਡਾਕਟਰ ਜਸਦੀਪ ਸਲੂਜਾ ਜੀ। ਸੋ ਡਾਕਟਰ ਸਿਮਰਪ੍ਰੀਤ ਅਤੇ ਡਾਕਟਰ ਜਸਦੀਪ ਜੀ ਸਾਡੇ ਨਾਲ ਬਹੁਤ ਜਲਦ ਸਕਾਈਪ ਤੇ ਜੁੜਨਗੇ, ਲੇਕਿਨ ਸਭ ਤੋਂ ਪਹਿਲਾਂ ਬ੍ਰਿਗੇਡੀਅਰ ਸਾਹਿਬ ਦਾ ਸਵਾਗਤ ਕਰਦੇ ਹਾਂ। ਬ੍ਰਿਗੇਡੀਅਰ ਸਾਹਿਬ ਸਤਿ ਸ੍ਰੀ ਅਕਾਲ। ਪਨੂ ਸਾਹਿਬ ਸਤਿ ਸ੍ਰੀ ਅਕਾਲ, ਔਰ ਸਾਡੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਔਰ ਆਦਾਬ ਜੀ। ਬ੍ਰਿਗੇਡੀਅਰ ਸਾਹਿਬ, ਮੈਂ ਆਪਣੇ ਵੱਲੋਂ ਅਪੀਲ ਕੀਤੀ ਹੈ, ਸੋ ਉਸ ਅਪੀਲ ਦੇ ਨਾਲ ਤੁਸੀਂ ਵੀ ਆਪਣਾ ਜ਼ਰੂਰ ਸ਼ਬਦਾਂ ਦਾ ਯੋਗਦਾਨ ਪਾਓ ਅਤੇ ਬਾਅਦ ਦੇ ਵਿੱਚ ਆਪਾਂ ਗੱਲਬਾਤ ਆਰੰਭਾਂਗੇ। ਜਿਵੇਂ ਕਿ ਮੈਂ ਪਹਿਲਾਂ ਹੀ ਦੱਸ ਚੁੱਕਾ ਹਾਂ, ਡਾਕਟਰ ਸਿਮਰਪ੍ਰੀਤ ਸੰਧਾਵਾਲੀਆ ਅਤੇ ਡਾਕਟਰ ਜਸਦੀਪ ਸਲੂਜਾ ਜੀ ਸਾਡੇ ਨਾਲ ਜੁੜਨਗੇ। ਸੋ ਤੁਸੀਂ ਵੀ ਉਸੇ ਪ੍ਰਕਾਰ ਬਣੇ ਰਹਿਣਾ ਤਾਂ ਕਿ ਜਿਹੜੀ ਖਾਸ ਹਦਾਇਤ ਡਾਕਟਰ ਸਾਹਿਬਾਨਾਂ ਵੱਲੋਂ ਪ੍ਰੀਕਾਸ਼ਨ ਦਿੱਤੇ ਜਾਣਗੇ ਉਹਨਾਂ ਤੇ ਆਪਾਂ ਖਾਸ ਕਰਕੇ ਤਵੱਜੋ ਕਰਨੀ ਹੈ, ਕਿਉਂਕਿ ਇਸ ਵੇਲੇ ਸਾਰੇ ਸੰਸਾਰ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕੀ ਗ੍ਰਸੇ ਗਏ ਹਨ ਕਰੋਨਾ ਵਾਇਰਸ ਦੇ ਨਾਲ, ਅਤੇ ਨਾਲ ਦੀ ਨਾਲ ਬਹੁਤ ਸਾਰੀਆਂ ਮੌਤਾਂ ਵੀ ਹੋ ਰਹੀਆਂ ਹਨ। 10,000 ਤੋਂ ਵੱਧ ਹਰ ਰੋਜ਼ ਸਾਰੇ ਸੰਸਾਰ ਦੇ ਵਿੱਚ ਬੰਦੇ ਮਰ ਰਹੇ ਹਨ ਅਤੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਇਹ ਕੋਵਿਡ-19 ਆਪਣੀ ਗ੍ਰਿਫਤ ਦੇ ਵਿੱਚ ਲੋਕਾਂ ਨੂੰ ਲਿਆ ਰਿਹਾ ਹੈ। ਸੋ ਉਸ ਤੇ ਅਸੀਂ ਵਿਚਾਰ ਕਰਾਂਗੇ। ਪਹਿਲਾਂ ਪਲੀਜ਼ ਆਪ ਜੀ ਅਪੀਲ ਕਰੋ। ਸਾਹਿਬ ਆਲਮ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਪੁਰਬ ਤੇ ਅਖੰਡ ਪਾਠ ਸਾਹਿਬ ਹੋਣਗੇ, ਸਾਰੇ ਸੰਸਾਰ ਵਾਸਤੇ ਅਪੀਲ ਕੀਤੀ ਜਾਏਗੀ, ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਜਾਏਗੀ ਤਾਂ ਕਿ ਇਸ ਜਿਹੜੀ ਡਰਾਉਣੀ ਘਿਨਾਉਣੀ ਇਹ ਜਿਹੜੀ ਕੋਵਿਡ-19 ਦੀ ਬਿਮਾਰੀ ਪੈਂਡੈਮਿਕ ਫੈਲਿਆ ਹੋਇਆ ਹੈ, ਇਸ ਨੂੰ ਮਹਾਰਾਜ ਦੇ ਅੱਗੇ ਬੇਨਤੀ ਕਰਕੇ ਹਟਾਇਆ ਜਾਵੇ। ਸੋ ਤੁਹਾਡਾ ਕੀ ਕਹਿਣਾ? 3 ਤਰੀਕ ਨੂੰ ਜਦੋਂ ਭੋਗ ਪੈਂਦਾ ਪੂਰੇ ਵਿਸ਼ਵ ਲਈ, ਪੂਰੀ ਜਿੱਦੇ ਸਰਬੱਤ ਦਾ ਭਲਾ ਕਿ ਸਿਰਫ ਅਸੀਂ ਰਹੀਏ। ਔਰ ਦੂਸਰਾ ਸਾਨੂੰ ਲੈਸਨ ਇਸ ਵੇਲੇ ਲਰਨ ਕਰਨ ਦੀ ਲੋੜ ਹੈ ਕਿ ਜਿਹੜਾ ਸਾਡਾ ਸਾਊਥ 'ਚ ਕੰਟਰੀ ਅਮਰੀਕਾ, ਉਹਨਾਂ ਦੇ ਪਿਛਲੇ 1 ਹਫ਼ਤੇ 'ਚ 10 ਲੱਖ ਕਰੋਨਾ ਦੇ ਕੇਸ ਹੋ ਗਏ ਆ, ਤੇ ਜੇ ਸਾਡੀਆਂ ਅੱਖਾਂ ਨਹੀਂ ਖੋਲਦਾ, ਸਾਨੂੰ ਚੁਕੰਨਾ ਨਹੀਂ ਕਰਦਾ, ਔਰ ਉਹਦੇ ਨਾਲ ਨਾਲ ਪੀਲ ਦਾ ਏਰੀਆ ਔਰ ਟੋਰਾਂਟੋ ਦੇ ਏਰੀਆ ਦੇ ਵਿੱਚ ਉਹਨਾਂ ਨੇ ਆਲਮੋਸਟ ਇਹਨੂੰ ਐਮਰਜੈਂਸੀ ਤਾਂ ਨਹੀਂ ਕਹਿੰਦੇ ਪਰ ਲੋਕਡਾਊਨ ਹੋ ਗਿਆ, ਤਾਲਾ ਲਾਤਾ। ਮਤਲਬ ਅਸੀਂ ਹੁਣ ਮੂਵਮੈਂਟ, ਇਹਦਾ ਮਤਲਬ ਸਾਡੀ ਜੋ ਅਪੀਲ ਹੁੰਦੀ ਰਹੀ ਹੈ ਉਹਨੂੰ ਅਸੀਂ ਉਸ ਹਿਸਾਬ ਦੇ ਨਾਲ ਨਹੀਂ ਮੰਨਿਆ। ਸਾਨੂੰ ਫਿਰ ਇਹ ਜਿਹੜਾ ਤਾਲਾਬੰਦੀ ਦਾ ਹੁਣ ਸਾਹਮਣਾ ਕਰਨਾ ਪਏਗਾ, ਜਿਹਦੇ ਨਾਲ ਕਿ ਸਾਨੂੰ ਹੁਣ ਅਪੀਲ ਇਹੀ ਕਰ ਸਕਦੇ ਆ ਕਿ ਨਾ ਕਿਸੇ ਦੇ ਘਰ ਜਾਓ, ਨਾ ਕਿਸੇ ਨੂੰ ਆਪਣੇ ਘਰ ਆਉਣ ਦਿਓ, ਕਮ ਸੇ ਕਮ 1 ਮਹੀਨਾ। ਮੈਂ ਤਾਂ ਕਹਿੰਦਾ ਨਵੇਂ ਸਾਲ ਤੱਕ ਜੇ ਤੁਸੀਂ ਕਰ ਸਕਦੇ ਹੋ ਤਾਂ ਕਰੋ। ਔਰ ਬੜੀ ਖੁਸ਼ੀ ਹੁੰਦੀ ਹੈ ਪਨੂ ਸਾਹਿਬ ਕਿ ਡਾਕਟਰ ਜਿਹੜੇ ਸਾਡੀ ਕਮਿਊਨਿਟੀ ਤੋਂ ਨੇ ਉਹ ਅੱਗੇ ਆਏ ਆ, ਉਹ ਅਪੀਲ 'ਚ ਸਾਡਾ ਸਾਥ ਦੇਣਗੇ ਤਾਂ ਕਿ ਇਹਨਾਂ ਦੇ ਮੂੰਹ ਤੋਂ ਸੁਣਨਗੇ ਤਾਂ ਲੋਕ ਸ਼ਾਇਦ ਥੋੜੇ ਹੋਰ ਸੀਰੀਅਸ ਹੋ ਜਾਣਗੇ, ਕਿਉਂਕਿ ਅਸੀਂ ਕਹਿੰਦੇ ਆ ਤਾਂ ਸ਼ਾਇਦ ਮਜ਼ਾਕ ਹੀ ਸਮਝਦੇ ਰਹੇ ਨੇ। ਔਰ ਤੀਸਰੀ ਗੱਲ ਜਿਹੜੀ ਮੇਨ ਮੈਂ ਸਾਹਿਬ ਸ਼ੇਅਰ ਕਰਨਾ ਚਾਹੁੰਦਾ ਸਾਰ ਕਿ ਬਰੈਂਪਟਨ ਔਰ ਖਾਸ ਕਰ ਪੀਲ ਰੀਜਨ, ਖਾਸ ਕਰ ਬਰੈਂਪਟਨ ਦੇ ਵਿੱਚ ਜੇ ਅਫੀਸ਼ੀਅਲੀ 6 ਲੱਖ ਪੋਪੂਲੇਸ਼ਨ ਹੈ ਤੇ ਮੇਰੇ ਖਿਆਲ 7 ਤੋਂ 8 ਲੱਖ ਇੱਥੇ ਲੋਕ ਰਹਿੰਦੇ ਹੋਣਗੇ। ਉਹ 30 ਤੋਂ 40% ਲੋਕ ਸਾਡੀ ਕਮਿਊਨਿਟੀ ਦੇ ਨੇ ਜਾਂ ਸਾਊਥ ਏਸ਼ੀਅਨ ਨੇ। ਔਰ ਅਸੀਂ ਜੇ ਸਿਰਫ ਆਪਣੀ ਕਮਿਊਨਿਟੀ ਦੀ, ਪੰਜਾਬੀ ਕਮਿਊਨਿਟੀ ਦਾ ਹੀ ਲਈਏ ਕਿ ਅਸੀਂ ਇੱਕ ਤਾਂ ਬਹੁਤ ਬਹਾਦਰੀ ਵਾਲੀ ਗੱਲ ਹੈ ਕਿ ਸਾਡੀ ਕਮਿਊਨਿਟੀ ਚੋਂ 8-9 ਹਜ਼ਾਰ ਡਰਾਈਵਰ
ਹਰ ਰੋਜ਼ ਸੜਕਾਂ ਦੇ ਹੁੰਦੇ ਆ, ਉਹਨਾਂ ਚੋਂ ਅੱਧੇ ਡਰਾਈਵਰ ਅਮਰੀਕਾ ਜਾਂਦੇ ਆ, ਵਾਪਸ ਆਉਂਦੇ ਆ ਔਰ ਬੜੀ ਬਹਾਦਰੀ ਦੇ ਨਾਲ ਪੂਰੇ ਕੈਨੇਡਾ ਨੂੰ ਇਹ ਸਮਾਨ ਪਹੁੰਚਾਉਂਦੇ ਆ। ਇਸੇ ਤਰ੍ਹਾਂ 6 ਤੋਂ 7 ਹਜ਼ਾਰ ਜਿਹੜੇ ਹੈਗੇ ਨੇ ਵਰਕਰ, ਉਹ ਕਿਤੇ ਐਮਾਜ਼ਨ ਤੇ ਜਾਂ ਲੋਕਾਂ ਦੇ ਘਰਾਂ 'ਚ ਰਸ਼ ਪਹੁੰਚਾਉਣ ਤੇ ਜਾਂ ਜਿੱਥੇ ਪ੍ਰੋਡਕਸ਼ਨ ਹੋ ਰਹੀ ਹੈ ਫੂਡ ਦੀ ਉੱਥੇ ਕੰਮ ਕਰ ਰਹੇ ਹਨ, ਜਾਂ ਸਾਡੇ ਚ ਉਹਨਾਂ ਚੋਂ ਨਰਸਾਂ ਨੇ, ਡਾਕਟਰਸ ਨੇ, ਉਹ ਵੀ ਇੱਕ ਬਹਾਦਰੀ ਦਾ ਫਰੰਟ ਲਾਈਨ ਵਰਕਰਸ ਨੇ। ਜੇ ਐਡੀ ਵੱਡੀ ਫੋਰਸ ਮੇਰਾ ਨਹੀਂ ਖਿਆਲ ਕਿਸੇ ਹੋਰ ਵੀ ਸਿਟੀ 'ਚ ਹੋਵੇ, ਜੇ ਐਡੀ ਵੱਡੀ ਫੋਰਸ ਸਾਡੀ ਕਮਿਊਨਿਟੀ 'ਚੋਂ ਹੈ, ਸਾਰਿਆਂ ਦੀ ਸੇਵਾ ਕਰ ਰਹੀ ਹੈ, ਤਾਂ ਅਮੂਮਨ ਹੈ ਕਿ ਉਹਨਾਂ ਨੂੰ ਐਕਸਪੋਜ਼ਰ ਹੋਏਗਾ। ਪਰ ਇਹਦੇ ਨਾਲ ਨਾਲ ਸਾਨੂੰ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਕਹੀਏ ਵੀ ਸਾਡੇ ਤੇ ਨਾ ਰੇਸਿਜ਼ਮ ਕਰਕੇ ਇਲਜ਼ਾਮ ਲਾਇਆ ਜਾ ਰਿਹਾ ਜਾਂ ਕੋਈ ਹੋਰ ਕਰਕੇ। ਸਾਡੀਆਂ ਗਲਤੀਆਂ ਵੀ ਬਹੁਤ ਹੋਈਆਂ। ਜਦੋਂ ਇਹ ਥੋੜਾ ਜਿਹਾ ਖੁੱਲਿਆ ਸੀ, ਪਾਰਕਾਂ 'ਚ ਆਮ ਬਜ਼ੁਰਗ ਬੈਠੇ ਮੈਂ ਵੇਖਿਆ, ਕੋਈ ਮਾਸਕ ਨਹੀਂ ਲਾਉਂਦਾ, ਇੱਕ ਦੂਜੇ ਦੇ ਕੋਲ ਬੈਠੇ ਆ। ਇਸ ਤਰ੍ਹਾਂ ਘਰਾਂ ਦੇ ਵਿੱਚ ਪਾਰਟੀਆਂ, ਔਰ ਇੱਕ ਸੱਜਣ ਨੇ ਤਾਂ ਇੱਥੇ ਮੇਰੇ ਖਿਆਲ 31 ਦਿਨ ਪਾਰਟੀਆਂ ਕੀਤੀਆਂ, ਕਹਿੰਦੇ ਵੀ ਉਹਨੇ ਸੈਟਅਪ ਕਰ ਲਈ ਸੀ ਸਿਟੀ ਦੇ ਨਾਲ। ਸੋਸ਼ਲ ਮੀਡੀਆ 'ਚ ਨਾਂ ਨਹੀਂ ਲੈਂਦੇ ਉਹ ਸੱਜਣ ਦਾ, ਚਲੋ ਆਪਾਂ ਵੀ ਨਾਂ ਨਹੀਂ ਲੈਂਦੇ, ਪਰ ਉਹਨਾਂ ਨੇ ਏਦਾਂ ਵਾਇਲੇਟ ਕੀਤਾ ਕਿ ਜਿਵੇਂ ਉਹ ਮਾਫੀਆ ਹੁੰਦਾ, ਉਹ ਇੱਥੋਂ ਦੇ ਕਿੰਗ ਹੀ ਹੁੰਦੇ ਆ। ਤਾਂ ਉਹ ਜਿਹੜੇ ਗੱਲਾਂ ਦੇ ਨਾਲ ਸਾਡੀ ਕਮਿਊਨਿਟੀ 'ਚ ਕੇਸਿਸ ਬਹੁਤ ਵਧੇ ਆ। ਔਰ ਲਾਸਟਲੀ ਮੈਨੂੰ ਇਹ ਵੀ ਪਤਾ ਲੱਗਾ ਬਹੁਤ ਸਾਰੇ ਲੋਕ ਸਾਡੀ ਕਮਿਊਨਿਟੀ 'ਚੋਂ ਜਦੋਂ ਕਿਸੇ ਨੂੰ ਇਹ ਕੋਵਿਡ ਹੋ ਜਾਂਦਾ, ਉਹ ਦੱਸਣਾ ਨਹੀਂ ਚਾਹੁੰਦੇ, ਨਾ ਨੇਬਰ ਨੂੰ ਦੱਸਣਾ ਚਾਹੁੰਦੇ, ਨਾ ਕਮਿਊਨਿਟੀ 'ਚ ਦੱਸਣਾ ਚਾਹੁੰਦੇ ਆ, ਨਾ ਉਹ ਐਕਸਪੋਜ਼ ਕਰਨਾ ਚਾਹੁੰਦੇ। ਉਹ ਸਭ ਤੋਂ ਵੱਡੀ ਗਲਤੀ ਸਾਡੀ ਕਮਿਊਨਿਟੀ ਦੀ ਹੈ। ਇਹਦੇ ਕੀ ਨੁਕਸਾਨ ਆ, ਅਸੀਂ ਇਹਨਾਂ ਡਾਕਟਰ ਤੋਂ ਪੁੱਛਦੇ ਜੀ। ਸੋ ਜਿਵੇਂ ਕਿ ਆਪ ਜੀ ਨੂੰ ਦੱਸ ਚੁੱਕੇ ਕਿ ਬਹੁਤ ਵੱਡਾ ਨੰਬਰ 4 ਸਫੇਰੇ ਮਰੀਜ਼ਾਂ ਦਾ ਵੱਧ ਰਿਹਾ ਹੈ। ਕੋਵਿਡ-19 ਆਪਣੀ ਗ੍ਰਿਫਤ ਦੇ ਵਿੱਚ ਲੋਕਾਂ ਨੂੰ ਲਿਆ ਰਿਹਾ ਹੈ। ਸੋ ਇਸ ਤੋਂ ਬਚਣ ਦੀ ਜ਼ਰੂਰਤ ਹੈ। ਇਹ ਆਪਾਂ ਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ। ਸਾਡੇ ਕੁਝ ਜੀ ਮੈਂ ਫੇਸਬੁੱਕ ਤੇ ਵੇਖ ਰਿਹਾ ਸੀਗਾ, ਕੋਈ ਕਾਫੀ ਜਿਹੜੇ ਆਪਣੀ ਕਮਿਊਨਿਟੀ ਦੇ ਸਿਰ ਕੱਢਦਾ ਬੰਦੇ ਹਨ, ਉਹਨਾਂ ਨੂੰ ਵੀ ਕਰੋਨਾ ਦੇ ਇਸ ਜਾਲ ਦੇ ਵਿੱਚ ਵੇਖਿਆ ਗਿਆ ਹੈ। ਉਹ ਵੀ ਗ੍ਰਿਫਤ ਦੇ ਵਿੱਚ ਆਏ ਹਨ। ਸੋ ਇਹ ਚਾਹੇ ਆਪਾਂ ਨੂੰ ਦੱਸਦੇ ਹਨ ਕਿ ਤੁਸੀਂ ਬਚ ਕੇ ਰਹੋ, ਲੇਕਿਨ ਇਹ ਵੀ ਉਸ ਗ੍ਰਿਫਤ ਦੇ ਵਿੱਚ ਆ ਗਏ। ਸੋ ਇਸ ਦਾ ਭਾਵ ਹੈ ਜੇਕਰ ਅਜਿਹੇ ਵਿਅਕਤੀ ਜਿਹੜੇ ਕਿ ਇੰਨੇ ਚੁਕੰਨੇ ਹਨ, ਪ੍ਰੀਕਾਸ਼ਨਸ ਲੈਂਦੇ ਹਨ, ਉਹਨਾਂ ਨੂੰ ਪਤਾ ਹੈ ਕਿ ਅਸੀਂ ਕਿੱਦਾਂ ਵਿਚਰਨਾ ਹੈ, ਲੇਕਿਨ ਉਹਨਾਂ ਨੂੰ ਵੀ ਇਹ ਕਰੋਨਾ ਨੇ ਪਕੜ ਲਿਆ ਤੇ ਆਮ ਬੰਦਾ ਫਿਰ ਕੀ ਕਰ ਸਕਦਾ ਹੈ। ਸੋ ਇਸ ਦਾ ਮਤਲਬ ਹੈ ਕਿ ਕੋਈ ਵੀ ਬੰਦਾ ਇਸ ਤੋਂ ਬਚ ਨਹੀਂ ਸਕਦਾ। ਸੋ ਅਸੀਂ ਆਪ ਜੀ ਨੂੰ ਜ਼ਰੂਰੀ ਬੇਨਤੀ ਕਰਦੇ ਹਾਂ ਕਿ ਆਪਣੇ ਘਰਾਂ ਦੇ ਵਿੱਚ ਬਣੇ ਰਹੋ, ਆਪਣੇ ਬੱਚਿਆਂ ਦੇ ਵਿੱਚ ਸੁੱਖ ਸ਼ਾਂਤੀ ਬਣਾਈ ਰੱਖੋ। ਇਹ ਤਾਂ ਹੀ ਮੁਨਾਸਬ ਹੈ ਜੇਕਰ ਆਪਾਂ ਘਰਾਂ 'ਚ ਰਵਾਂਗੇ। ਖਾਸ ਕਰਕੇ ਨੌਜਵਾਨਾਂ ਨੂੰ ਵੀ ਬ੍ਰਿਗੇਡੀਅਰ ਸਾਹਿਬ ਆਪਾਂ ਅਪੀਲ ਕਰੀਏ, ਕਿਉਂਕਿ ਉਹ ਜਦੋਂ ਬਾਹਰ ਜਾਂਦੇ ਹਨ ਤੇ ਬਾਹਰੋਂ ਘਰ ਆਉਂਦੇ ਹਨ ਤੇ ਉਹ ਤੇ ਇਮਿਊਨ ਉਹਨਾਂ ਦਾ ਸਟਰੋਂਗ ਹੁੰਦਾ ਹੈ, ਸ਼ਾਇਦ ਉਹ ਬਚ ਜਾਣ, ਲੇਕਿਨ ਆਪਣੇ ਬੱਚਿਆਂ ਨੂੰ ਜਾਂ ਫਿਰ ਆਪਣੇ ਬਜ਼ੁਰਗਾਂ ਨੂੰ ਉਹ ਹਾਨੀਕਾਰਕ ਸਿੱਧ ਹੋ ਸਕਦੇ ਹਨ। ਸੋ ਇਸ ਤੇ ਵੀ ਥੋੜਾ ਚਾਨਣਾ ਪਾਓ। ਪਾਨੂ ਸਾਹਿਬ, ਮੈਂ ਇਨਫੈਕਟ ਆਪਣੇ ਕੁਛ ਇੱਕ ਜਾਣਨ ਵਾਲਿਆਂ ਤੋਂ ਇਹ ਸੁਣਿਆ ਹੈਗਾ, ਵੈਸੇ ਸਟੈਟਿਸਟਿਕ ਵੀ ਆਏ ਆ ਕਿ ਪਹਿਲਾਂ ਕਾਫੀ ਲੋਕ ਕਹਿੰਦੇ ਸੀ ਕਿ ਬਜ਼ੁਰਗਾਂ ਨੂੰ ਹੁੰਦਾ ਜਾਂ ਜਿਹਨੂੰ ਕਿਸੇ ਨੂੰ ਕੋਈ ਕੰਡੀਸ਼ਨ ਹੋਵੇ ਉਹਨੂੰ ਹੁੰਦਾ, ਉਹਨਾਂ ਨੂੰ ਕੇਅਰਫੁਲ ਰਹਿਣਾ ਚਾਹੀਦਾ। ਪਰ ਆਫ ਲੇਟ ਜਿਹੜੇ ਕੇਸਿਸ ਹੋਏ ਆ, ਮੇਰੇ ਖਿਆਲ ਉਹਦੇ ਨਾਲ ਕੀ ਹੈ, ਯੰਗਸਟਰ ਜਿਹੜੇ ਸੀ ਉਹਨਾਂ ਨੇ ਗ੍ਰਾਂਟਡ ਲੈ ਲਿਆ, ਖਾਸ ਕਰ ਯੰਗਸਟਰ ਜਿਹੜੇ 25 ਤੋਂ 40 ਸਾਲ 45 ਸਾਲ ਦੇ ਨੇ, ਉਹਨਾਂ ਨੇ ਗ੍ਰਾਂਟਡ ਲੈ ਲਿਆ ਕਿ ਸ਼ਾਇਦ ਸਾਨੂੰ ਨਹੀਂ ਹੋਏਗਾ, ਅਸੀਂ ਬੜੇ ਟਫ ਹੈ। ਤਾਂ ਮੈਂ ਬਹੁਤ ਸਾਰੇ ਹੁਣ ਕੇਸ ਸੁਣੇ ਆ ਕਿ ਕਿਸੇ ਨੇ ਕਿਹਾ ਕਿ ਮੇਰਾ ਗ੍ਰੈਂਡਸਨ ਉਹ ਬਾਹਰ ਜਾਂਦਾ ਸੀ, ਹਟਦਾ ਨਹੀਂ ਸੀ, ਉਹਨੂੰ ਕਰੋਨਾ ਹੋ ਗਿਆ, ਪੂਰੀ ਫੈਮਿਲੀ ਨੂੰ ਹੋ ਗਿਆ। 3-4 ਇਹੋ ਜਿਹੇ ਕੇਸ ਸੁਣੇ ਆ ਮੈਂ, ਜਿਹੜੇ ਕਿ ਮੇਰੇ ਆਪਣੇ ਕੰਟੈਕਟ 'ਚ ਨੇ। ਉਹਨਾਂ ਦੇ ਫਾਦਰ ਨੇ, ਕਿਸੇ ਦੇ ਗ੍ਰੈਂਡਫਾਦਰ ਨੇ ਮੈਨੂੰ ਦੱਸਿਆ। ਤੇ ਇਹਦਾ ਮਤਲਬ ਬਹੁਤ ਸਾਰੇ ਕੇਸਿਸ ਹੋਏ ਨੇ। ਔਰ ਜਿੰਨੇ ਵੀ ਕੇਸਿਸ ਹੋਏ ਨੇ ਪਨੂ ਸਾਹਿਬ, ਕਿ ਮੈਂ ਇਹ ਵੀ ਸ਼ੇਅਰ ਕਰਨਾ ਚਾਹੁੰਦਾ ਕਿ ਯੰਗਸਟਰਸ ਜੇ ਉਹ ਸੋਚਣ ਉਹ ਲੋਹੇ ਦੇ ਬਣੇ ਆ। ਬਹੁਤ ਸਾਰੇ ਯੰਗਸਟਰ ਠੀਕ ਹੋ ਗਏ ਨੇ, ਪਰ ਉਹ ਕਹਿੰਦੇ ਹਾਲੇ ਵੀ ਉਹ ਕੰਮ ਤੇ ਨਹੀਂ ਜਾਂਦੇ ਕਿਉਂਕਿ ਉਹਨਾਂ ਨੂੰ ਕਮਜ਼ੋਰੀ ਹੋ ਗਈ ਹੈ, ਉਹਨਾਂ ਨੂੰ ਪ੍ਰੋਬਲਮ ਹੋ ਗਈ ਹੈ। ਇਹ ਕਹਿਣਾ ਕਿ ਸਿਰਫ ਇਹ ਬਜ਼ੁਰਗ ਨੂੰ ਹੀ ਹੁੰਦਾ ਹੈ ਜਾਂ ਕਿਸੇ ਨੂੰ ਕੰਡੀਸ਼ਨ ਹੈ ਉਹਨੂੰ ਹੀ ਹੁੰਦਾ ਹੈ। ਤਾਂ ਯੰਗਸਟਰ ਵੀ, ਸਾਨੂੰ ਹੁਣ ਯੰਗਸਟਰ ਤੇ ਜ਼ਿਆਦਾ ਕਨਸੈਂਟਰੇਟ ਕਰਨਾ ਚਾਹੁੰਦਾ ਕਿ ਸਾਡਾ ਜਿਹੜਾ ਫਿਊਚਰ ਹੈ, ਯੂਥ ਹੈ ਇੱਥੋਂ ਦਾ। ਤਾਂ ਬਾਕੀ ਡਿਟੇਲ 'ਚ ਇਹਦੇ ਕੀ ਇਫੈਕਟ ਹੋ ਸਕਦੇ ਯੂਥ ਤੇ, ਉਹ ਵੀ ਡਾਕਟਰ ਸਾਹਿਬ ਤੋਂ ਪੁੱਛਦੇ ਹਾਂ। ਕੋਈ ਵੀ ਵਿਅਕਤੀ ਇਹਦੀ ਗ੍ਰਿਫਤ ਦੇ ਵਿੱਚ ਆ ਸਕਦਾ ਹੈ। ਸੋ ਆਪ ਜੀ ਨੂੰ ਬੇਨਤੀ ਹੈ ਕਿ ਹੁਣ ਅਸੀਂ ਗੱਲਬਾਤ ਕਰਾਂਗੇ ਡਾਕਟਰ ਸਿਮਰਪ੍ਰੀਤ ਸੰਧਾਵਾਲੀਆ ਜੀ ਅਤੇ ਡਾਕਟਰ ਜਸਪ੍ਰੀਤ ਸਲੂਜਾ ਜੀ ਦੇ ਨਾਲ, ਜਿਹੜੇ ਕਿ ਸਕਾਈਪ ਤੇ ਹੋਣਗੇ। ਸੋ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਖਾਸ ਕਰਕੇ ਇਹ ਗੱਲਾਂ ਨੂੰ ਧਿਆਨ ਦੇ ਵਿੱਚ
ਰੱਖਣਾ, ਜਿਹੜੀਆਂ ਆਪਾਂ ਨੂੰ ਹਦਾਇਤਾਂ ਦਿੱਤੀਆਂ ਜਾਣਗੀਆਂ, ਪ੍ਰੀਕਾਸ਼ਨਸ ਲੈਣੇ ਹਨ, ਸਾਵਧਾਨੀਆਂ ਵਰਤਣੀਆਂ ਹਨ। ਤੇ ਇਹ ਅਤੀ ਜ਼ਰੂਰੀ ਹੈ ਕਿ ਲਾਈਫ ਜਿਹੜੀ ਆ ਇਹ ਹਮੇਸ਼ਾ ਨਹੀਂ ਮਿਲਦੀ। ਜਿਹੜਾ ਇਹ ਸਮਾਂ ਸਾਨੂੰ ਮਿਲ ਰਿਹਾ ਹੈ ਇਹ ਕਿਸਮਤ ਵਾਲੇ ਲੋਕੀ ਹਨ, ਔਰ ਉਹ ਵੀ ਕੈਨੇਡਾ ਦੇ ਵਿੱਚ। ਆਪਾਂ ਨੂੰ ਬੜੀ ਪ੍ਰੋਟੈਕਸ਼ਨ ਦਿੱਤੀ ਜਾ ਰਹੀ ਹੈ। ਕੋਈ ਵੀ ਮਾੜਾ ਜਿਹਾ ਛਿੱਕ ਵੀ ਮਾਰੇ ਤੇ ਉਸ ਦੇ ਲਈ ਡਾਕਟਰ ਹਮੇਸ਼ਾ ਤਤਪਰ ਰਹਿੰਦੇ ਹਨ ਠੀਕ ਕਰਨ ਵਾਸਤੇ। ਲੇਕਿਨ ਸਾਡਾ ਵੀ ਕੋਈ ਫਰਜ਼ ਬਣਦਾ ਕਿ ਅਸੀਂ ਵੀ ਚਾਰ ਸਫੇਰੇ ਧਿਆਨ ਰੱਖੀਏ ਤੇ ਇਸ ਨਾਮਰਾਦ ਬਿਮਾਰੀ ਤੋਂ ਬਚਣ ਦੀ ਕੋਸ਼ਿਸ਼ ਕਰੀਏ। ਔਰ ਵੱਡੀ ਗੱਲ ਹੈ ਕਿ ਇਹ ਦਿਸਦੀ ਨਹੀਂ ਹੈ, ਇਹ ਖੁਦ ਬੰਦੇ ਨੂੰ ਜਿਹਨੂੰ ਚਿੰਬੜੀ ਹੁੰਦੀ ਹੈ ਉਹਨੂੰ ਨਹੀਂ ਪਤਾ ਲੱਗਦਾ ਕਿ ਮੇਰੇ 'ਚ ਇਹ ਬਿਮਾਰੀ ਹੈ। ਸੋ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ, ਅੱਜ ਖਾਸ ਕਰਕੇ ਸਾਡਾ ਪ੍ਰੋਗਰਾਮ ਇਹਨਾਂ ਗੱਲਾਂ ਤੇ ਹੀ ਰਹੇਗਾ। ਸੋ ਨੈਕਸਟ ਵੀਕ ਜਿਹੜਾ ਆ ਰਿਹਾ ਹੈ, ਕੱਲ ਸੋਮਵਾਰ ਹੈ, ਅਸੀਂ ਸੈਟਰਡੇ ਅਖੰਡ ਪਾਠ ਸਾਹਿਬ ਆਰੰਭ ਕਰਾਂਗੇ, ਸੰਡੇ ਤੇ ਮੰਡੇ ਭੋਗ ਪਾਏ ਜਾਣਗੇ। ਸੋ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ, ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਬਿਲਕੁਲ ਨਹੀਂ ਤੁਸੀਂ ਬਾਹਰ ਜਾਣਾ, ਅੰਦਰ ਹੀ ਰਹਿਣਾ, ਪਾਠ ਸਰਵਣ ਕਰਨਾ। ਇਹ ਇੱਕ ਮੌਕਾ ਮਿਲ ਰਿਹਾ ਹੈ ਆਪਾਂ ਸਾਰਿਆਂ ਨੂੰ ਕਿ ਪਰਿਵਾਰਾਂ ਦੇ ਵਿੱਚ ਬੈਠ ਕੇ ਇੱਕ ਬਹੁਤ ਵਧੀਆ ਸ਼ਾਂਤੀ ਵਾਲਾ ਮਾਹੌਲ ਬਣਾ ਕੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੀਏ, ਘਰਾਂ 'ਚੋਂ ਬੈਠੇ ਅਰਦਾਸਾਂ ਕਰੀਏ। ਪਤਾ ਨਹੀਂਗਾ ਵੀ ਇਹ ਸਿਸਟਮ ਕੀ ਹੈ। ਕਹਿ ਦਿੰਦੇ ਹਨ ਕਿ ਰੱਬ ਦਿਖਦਾ ਨਹੀਂਗਾ, ਠੀਕ ਹੈ, ਨਹੀਂ ਦਿਖਦਾ, ਲੇਕਿਨ ਉਹ ਸਾਡੇ ਵਿੱਚ ਵਸਿਆ ਹੈ। ਅਸੀਂ ਇੱਕ ਨਿੱਕੇ ਨਿੱਕੇ ਉਹਦੇ ਅਣੂ ਹਾਂ, ਉਹਦੇ ਹਿੱਸੇ ਹਾਂ। ਸੋ ਉਹ ਆਪਣੇ ਹਿੱਸਿਆਂ ਨੂੰ ਬਰਬਾਦ ਨਹੀਂ ਕਰੇਗਾ, ਲੇਕਿਨ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਆਪਣੀ ਵੀ ਰੱਖਿਆ ਥੋੜੀ ਜੀ ਆਪਣੇ ਤੌਰ ਤੇ ਕਰੀਏ। ਤੇ ਸਾਨੂੰ ਡਾਕਟਰ ਸਾਹਿਬ ਵੀ ਦੱਸਣਗੇ ਕਿ ਕੀ ਸਾਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ। ਮਨਮੀਰ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਆਪਾਂ ਆਪਣਾ ਲਾਈਨ ਤੇ ਡਾਕਟਰ ਸਿਮਰਪ੍ਰੀਤ ਸੰਧਾਵਾਲੀ ਅਤੇ ਡਾਕਟਰ ਜਸਦੀਪ ਸਲੂਜਾ ਜੀ ਨੂੰ ਲੈ ਕੇ ਆਈਏ ਤਾਂ ਕਿ ਉਹਨਾਂ ਵੱਲੋਂ ਦਿੱਤੇ ਗਏ ਜਿਹੜੇ ਪ੍ਰੀਕਾਸ਼ਨ ਹਨ ਸਾਡੇ ਦਰਸ਼ਕ, ਸਾਡੇ ਸਰੋਤੇ ਜਾਣ ਸਕਣ। ਤੇ ਫਿਰ ਦੱਸਣਾ ਚਾਹੁੰਦਾ ਕਿ ਸੈਟਰਡੇ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਐਤਵਾਰ ਨੂੰ ਪੜ੍ਹੇ ਜਾਣਗੇ, ਸੋਮਵਾਰ ਨੂੰ ਭੋਗ ਪਾਏ ਜਾਣਗੇ। ਸੋ ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਤੁਸੀਂ ਲਾਹਾ ਲੈਣਾ ਹੈ। ਸਰਬੱਤ ਦੇ ਭਲੇ ਦੀ ਅਰਦਾਸ ਜਿਵੇਂ ਹਰ ਵਾਰੇ ਕਰਦੇ ਹਾਂ, ਇਸ ਵਾਰੇ ਵੀ ਕੀਤੀ ਜਾਏਗੀ। ਲੇਕਿਨ ਆਪ ਜੀ ਨੂੰ ਬੇਨਤੀ ਹੈ ਕਿ ਤੁਸੀਂ ਇੱਥੇ ਨਹੀਂ ਆਉਣਾ। ਪਹਿਲੋਂ ਸਾਡੀ ਪਲੈਨਿੰਗ ਸੀ ਕਿ ਅਸੀਂ ਗੁਰਦੁਆਰਾ ਸਾਹਿਬ ਤੋਂ ਅਖੰਡ ਪਾਠ ਕਰਾਵਾਂਗੇ, ਲੇਕਿਨ ਜਿੰਨੀਆਂ ਤੁਹਾਡੀਆਂ ਅੱਜ ਕਾਲਸ ਆਈਆਂ ਜਾਂ ਕੱਲ ਆਈਆਂ ਤੇ ਉਹਦੇ ਤੋਂ ਮੈਨੂੰ ਇਹ ਅਨੁਭਵ ਹੋਇਆ ਕਿ ਸਾਡੇ ਸਰੋਤੇ ਤੇ ਦਰਸ਼ਕ ਇਹ ਚਾਹੁੰਦੇ ਹਨ ਕਿ ਅਖੰਡ ਪਾਠ ਸਾਹਿਬ ਸੁਰਸਾਗਰ ਦੇ ਸਟੂਡੀਓ ਦੇ ਵਿੱਚੋਂ ਹੀ ਹੋਵੇ। ਸੋ ਤੁਸੀਂ ਇੱਥੇ ਨਹੀਂ ਆਉਣਾ, ਘਰਾਂ 'ਚ ਬੈਠ ਕੇ ਸੁਣਨਾ ਹੈ। ਸਿਰਫ 2 ਸਾਡੇ ਪਾਸ ਇੱਥੇ ਪਾਠ ਕਰਨ ਵਾਲੇ ਪਾਠੀ ਹੋਇਆ ਕਰਨਗੇ, ਵਜ਼ੀਰ ਹੋਣਗੇ ਜਿਹੜੇ ਪਾਠ ਕਰਨਗੇ, ਬਾਕੀ ਉਹ ਚਲੇ ਜਾਣਗੇ, ਦੂਜੇ 2 ਆ ਜਾਣਗੇ, 2 ਚਲੇ ਜਾਣਗੇ, 2 ਆ ਜਾਣਗੇ। ਇਸੇ ਤਰੀਕੇ ਨਾਲ ਹਰ ਘੰਟੇ ਬਾਅਦ ਰੌਲ ਜਿਹੜੀ ਬਦਲਦੀ ਹੈ, ਇਸੇ ਤਰੀਕੇ ਨਾਲ ਬਣੀ ਰਹੇਗੀ। ਤੁਸੀਂ ਇੱਥੇ ਨਹੀਂ ਆਉਣਾ। ਜੇਕਰ ਤੁਸੀਂ ਸੇਵਾ ਮਾਇਆ ਦੀ ਕਰਨੀ ਹੋਵੇ ਘਰਾਂ 'ਚ ਰੱਖ ਸਕਦੇ ਹੋ, ਆਪਣੇ ਪਿੰਡ ਭੇਜ ਸਕਦੇ ਹੋ। ਜੇਕਰ ਤੁਸੀਂ ਇੱਥੇ ਸੇਵਾ ਪਹੁੰਚਦੀ ਕਰਨੀ ਹੈ, ਜਿਹੜੇ ਕਿ ਬਾਬੇ ਜਿਹੜੇ ਰੌਲਾ ਲਾਉਂਦੇ ਹਨ ਉਹਨਾਂ ਨੂੰ ਜੋ ਸੇਵਾ ਦਿੱਤੀ ਜਾਂਦੀ ਹੈ ਉਹਦੇ ਵਿੱਚ ਯੋਗਦਾਨ ਪਾਉਣਾ ਹੈ, ਤੁਸੀਂ ਸਾਨੂੰ ਦੱਸ ਸਕਦੇ ਹੋ। ਜੇਕਰ ਨਹੀਂ ਵੀ ਪਾਉਣਾ ਤੇ ਕੋਈ ਗੱਲ ਨਹੀਂ, ਇੰਨੀ ਵੱਡੀ ਸੇਵਾ ਆਪਾਂ ਲੰਮੇ ਸਮੇਂ ਤੇ ਕਰਦੇ ਆ ਰਹੇ ਹਾਂ। ਹਰ ਵਾਰੀ ਤੁਸੀਂ ਵੱਡੀ ਗਿਣਤੀ ਦੇ ਵਿੱਚ ਇੱਥੇ ਆਉਂਦੇ ਹੋ। ਮੇਰਾ ਚਿੱਤ ਨਹੀਂ ਕਰਦਾ ਕਿ ਤੁਹਾਨੂੰ ਰੋਕਿਆ ਜਾਵੇ, ਲੇਕਿਨ ਆਪਾਂ ਇਹ ਹਦਾਇਤਾਂ ਜਿਹੜੀਆਂ ਦਿੱਤੀਆਂ ਗਈਆਂ ਹਨ ਗਵਰਨਮੈਂਟ ਵੱਲੋਂ ਤੇ ਹੈਲਥ ਵੱਲੋਂ, ਉਹਨਾਂ ਨੂੰ ਆਪਾਂ ਬਰਕਰਾਰ ਰੱਖਣਾ ਹੈ। ਸੋ ਡਾਕਟਰ ਸਿਮਰਪ੍ਰੀਤ ਸੰਧਾਵਾਲੀ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਥੈਂਕ ਯੂ ਅੰਕਲ ਜੀ, ਸਾਨੂੰ ਅੱਜ ਦਿੱਤੀ ਟਾਈਮ ਤੁਹਾਡੇ ਸ਼ੋਅ ਦੇ ਉੱਤੇ ਜੀ। ਔਰ ਜਸਦੀਪ ਸਲੂਜਾ ਜੀ, ਆਪ ਜੀ ਦਾ ਵੀ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਜੀ। ਡਾਕਟਰ ਸਾਹਿਬ ਜੀ, ਥੋੜੀ ਜੀ ਆਵਾਜ਼ ਦੀ ਡਿਫਿਕਲਟੀ ਆ ਰਹੀ ਹੈ। ਐਨੀਵੇ ਸੋਰਟ ਆਊਟ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਫॉर ਬ੍ਰਿੰਗਿੰਗ ਅਸ ਔਨ ਟੂ ਦ ਸ਼ੋਅ ਟੁਡੇ। ਥੈਂਕ ਯੂ ਜੀ ਡਾਕਟਰ ਸਾਹਿਬ। ਔਰ ਮੈਂ ਆਪ ਜੀ ਦਾ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਵੱਡਾ ਉਪਰਾਲਾ ਕਰ ਰਹੇ ਹੋ। ਇਸ ਸਾਰੇ ਰਲ ਮਿਲ ਕੇ ਅਜਿਹੀਆਂ ਜਿਹੜੀਆਂ ਸੂਚਨਾਵਾਂ ਹਨ ਦਿੱਤੀਆਂ ਜਾ ਰਹੀਆਂ ਨੇ, ਲੇਕਿਨ ਜਦੋਂ ਡਾਕਟਰਾਂ ਦੇ ਮੂੰਹ ਤੋਂ ਇਹ ਗੱਲ ਸੁਣਦੇ ਹਨ ਤੇ ਲੋਕੀ ਜ਼ਿਆਦਾ ਵਿਸ਼ਵਾਸ ਔਰ ਧੀਰਜ ਨਾਲ ਉਹਨਾਂ ਨੂੰ ਗ੍ਰਹਿਣ ਕਰਦੇ ਹਨ। ਜਿਸ ਤਰ੍ਹਾਂ ਬ੍ਰਿਗੇਡੀਅਰ ਸਾਹਿਬ ਵੀ ਇੱਕ ਉੱਚ ਅਹੁਦੇ ਤੇ ਇੱਕ ਸੂਝਵਾਨ ਵਿਅਕਤੀ ਹਨ, ਤੇ ਜਦੋਂ ਇਹ ਵੀ ਗੱਲ ਕਹਿੰਦੇ ਹਨ ਤੇ ਲੋਕਾਂ ਦੀ ਜਿਹੜੀ ਆ ਟੈਨਸ਼ਨ ਹੈ ਇਸ ਵੱਲ ਨੂੰ ਖਿੱਚੀ ਜਾਂਦੀ ਹੈ। ਔਰ ਡਾਕਟਰ ਸੰਧਾਵਾਲੀਆ ਜੀ, ਪਹਿਲੋਂ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹਾਂਗਾ ਕਿਉਂਕਿ ਡਾਕਟਰ ਸਾਹਿਬ ਜਸਦੀਪ ਜੀ ਦੀ ਥੋੜੀ ਜੀ ਆਵਾਜ਼ ਦੇ ਵਿੱਚ ਡਿਫਿਕਲਟੀ ਆ ਰਹੀ ਹੈ। ਐਨੀਵੇ ਇਹ ਵੀ ਸੋਰਟ ਆਊਟ ਹੋ ਜਾਵੇਗੀ। ਸੋ ਇਸ ਵੇਲੇ ਜਿਹੜੀ ਖਾਸ ਕਰਕੇ ਕੋਵਿਡ-19 ਦੀ ਜਿਹੜੀ ਬਿਮਾਰੀ ਹੈ ਇਹ ਕਿੰਨੀ ਕੁ ਘਾਤਕ ਹੈ, ਜਿਹੜਾ ਕਿ ਆਪਾਂ ਆਮ ਲੋਕਾਂ ਤੋਂ ਸੁਣਦੇ ਰਹਿੰਦੇ ਹਾਂ, ਡਾਕਟਰਾਂ ਤੋਂ ਸੁਣਦੇ ਰਹਿੰਦੇ ਹਾਂ, ਬਹੁਤ ਘਾਤਕ ਹੈ, ਲੇਕਿਨ ਅਸੀਂ ਤੁਹਾਡੀ ਜ਼ੁਬਾਨੀ ਸੁਣਨਾ ਚਾਹੁੰਦੇ ਹਾਂ ਕਿ ਇਹ ਕਿੰਨੀ ਕੁ ਘਾਤਕ ਹੈ।
ਸੋ ਮੈਂ ਹੈਗੀ ਐਮਰਜੈਂਸੀ ਰੂਮ ਫਿਜ਼ੀਸ਼ੀਅਨ, ਸੋ ਮੈਂ ਹੈਗੀ ਸਭ ਤੋਂ ਜਿਹੜੇ ਫਰੰਟ ਲਾਈਨ ਜਿਹੜੇ ਹਸਪੀਟਲ ਦੇ ਵਿੱਚ ਮੈਂ ਦੇਖਦੀ ਹਾਂ ਜਿਹੜੇ ਲੋਕੀ ਆਉਂਦੇ ਆ ਜੀ। ਸਾਡੀ ਮਾਰਚ ਤੋਂ ਅਸੀਂ ਦੇਖਦੇ ਪਏ ਆ that ਉਸੀ ਦੇਰ ਤੋਂ ਇੰਨੇ ਜ਼ਿਆਦਾ ਲੋਕੀ ਆਉਂਦੇ ਪਏ ਆ। ਨਾਓ ਸਮਰ ਦੇ ਵਿੱਚ ਥੋੜੇ ਜਿਹੇ ਘੱਟ ਸੀਗੇ, ਬਟ ਹੁਣ ਸਪਟੈਂਬਰ ਤੋਂ ਤੇ ਹੁਣ ਵੀ ਇੰਨੇ ਜ਼ਿਆਦਾ ਲੋਕੀ ਆਉਂਦੇ ਆ ਜਿਹੜੇ ਅਸੀਂ ਇੰਨੇ ਸਾਰੇ ਕੋਵਿਡ ਦੇ ਟੈਸਟ ਵਗੈਰਾ ਕਰਦੇ ਆ। ਸਾਡੇ ਜਿਹੜੇ ਹਸਪਤਾਲ ਸੀਗੇ ਆਲਰੇਡੀ ਬਿਜ਼ੀ ਸੀਗੇ ਕਰਕੇ ਜਦੋਂ ਕੋਵਿਡ ਹੋਇਆ ਸੀ ਬਹੁਤ ਸਾਰੀਆਂ ਜਿਹੜੀਆਂ ਸਰਜਰੀ ਵਗੈਰਾ ਹੋਰ ਜਿਹੜੀਆਂ ਟੈਸਟਿੰਗ ਵਗੈਰਾ ਉਹਨਾਂ ਨੇ ਬੰਦ ਕਰਤੀਆਂ ਸੀਗੀਆਂ ਕਰਕੇ ਹਸਪਤਾਲ ਜਿੱਦਾਂ ਉਹਨਾਂ ਨੇ ਇਸ ਤਰ੍ਹਾਂ ਕੀਤਾ ਸੀ ਇਕੱਲੀਆਂ ਐਮਰਜੈਂਸੀਜ਼ ਵਾਸਤੇ। ਉਸ ਕਰਕੇ ਉਨੀ ਦੇਰ ਦੇ ਵਿੱਚ ਸਾਰੀਆਂ ਜਿਹੜੀਆਂ ਪਿੱਛੇ ਵਾਲੀਆਂ ਜਿਹੜੀਆਂ ਆਲਰੇਡੀ ਸਰਜਰੀਜ਼ ਵਗੈਰਾ ਵੇਟ ਹੁੰਦੀਆਂ ਸੀ ਉਹ ਹੁਣ ਕਰਨ ਲੱਗ ਗਏ ਸੀਗੇ। ਇਸ ਕਰਕੇ ਸਾਡੇ ਹਸਪਤਾਲ ਜਿਹੜੇ ਬੈੱਡ ਆਲਰੇਡੀ ਹੈਗੇ ਜਿਹੜੇ ਸਰਜੀਕਲ ਪੇਸ਼ੈਂਟਸ ਹੋਏ ਉਹ ਆਲਰੇਡੀ ਫੁੱਲ ਸੀਗੇ। ਸੋ ਹੁਣ ਜਿਹੜੇ ਇੰਨੇ ਲੋਕੀ ਜਿਹੜੇ ਫਲੂ ਵੀ ਹੈਗਾ ਹੁਣ ਕੋਵਿਡ ਤੇ ਇਜ਼ ਵਨ ਪਾਰਟ ਆਫ ਇਟ, ਪਰ ਹੋਰ ਵੀ ਲੋਕੀ ਜਿਹਦਾ ਹਾਰਟ ਅਟੈਕ ਹੋ ਰਹੇ ਆਂਦੇ ਸਟ੍ਰੋਕ ਹੋ ਰਹੇ ਆਂਦੇ ਆ ਉਹ ਜਿਹੜੇ ਲੋਕੀ ਉਹ ਵੀ ਆਂਦੇ ਪਏ ਆ। ਸੋ ਸਾਡੇ ਹਸਪਤਾਲ ਜਿਹੜੇ ਹੈਗੇ ਆ ਬਹੁਤ ਹੀ ਜ਼ਿਆਦਾ ਫੁੱਲ ਆ। ਅੱਛਾ ਡਾਕਟਰ ਸਾਹਿਬਾ ਜੀ ਇਹ ਦੱਸੋ ਕਿ ਪਹਿਲੋਂ ਜਿੱਦਾਂ ਤੁਹਾਨੂੰ ਸਵਾਲ ਕੀਤਾ ਕਿ ਕਿੰਨੀ ਕੁ ਖਤਰਨਾਕ ਬਿਮਾਰੀ ਮੰਨੀ ਜਾ ਰਹੀ ਹੈ। ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਇਹ ਥੋੜਾ ਜਿਹਾ ਬੁਖਾਰ ਹੁੰਦਾ ਇਹਨੂੰ ਪ੍ਰੀਕਾਸ਼ਨਸ ਲਓ, ਤੁਸੀਂ ਅੰਦਰ 14 ਦਿਨ ਬੈਠੇ ਰਹੋ ਤੇ ਕਿਸੇ ਨਾਲ ਕੰਟੈਕਟ ਨਾ ਰੱਖੋ। ਇਹ ਕੀ ਰੀਲੀ ਜਾਨਲੇਵਾ ਬਿਮਾਰੀ ਜਿਹਨੂੰ ਇੱਕ ਵਾਰੀ ਲੱਗ ਜਾਂਦੀ ਹੈ ਇਹ ਕਿੰਨੇ ਕੁ % ਖਤਰਨਾਕ ਹੁੰਦੀ ਹੈ ਤੇ ਬਾਅਦ ਦੇ ਜਿਹੜੇ ਵਿੱਚ ਇਹਦੇ ਇਫੈਕਟ ਹੁੰਦੇ ਹਨ ਜਿਹੜੇ ਬਾਅਦ ਦੇ ਵਿੱਚ ਰਿਐਕਸ਼ਨ ਹੁੰਦੇ ਹਨ ਉਹ ਕਿਸ ਤਰ੍ਹਾਂ ਦੇ ਹੁੰਦੇ ਹਨ? ਇਹ ਜਿਹੜੀ ਬਿਮਾਰੀ ਹੈਗੀ ਆ ਜਿੱਦਾਂ ਤੁਸੀਂ ਪਹਿਲਾਂ ਵੀ ਕਿਹਾ ਇਹ ਜਿਹੜੀ ਬਿਮਾਰੀ ਇਹ ਦੇਖਦੀ ਨਹੀਂ ਕਿਹਨੂੰ ਕਰਨਾ। ਜਵਾਨ ਵੀ ਲੋਕੀ ਹੈਗੇ ਆ ਆਪਣੇ ਜਿਹੜੇ ਬਜ਼ੁਰਗ ਵੀ ਹੈਗੇ ਆ। ਜਿਹੜੀ ਆਪਣੀ ਕਮਿਊਨਿਟੀ ਹੈਗੀ ਆ ਇਹ ਡਿਸਪ੍ਰੋਪੋਰਸ਼ਨੇਟਲੀ ਅਫੈਕਟਡ ਆ। ਇਹ ਕਰਕੇ ਆਪਣੀ ਕਮਿਊਨਿਟੀ ਵਿੱਚ ਬਹੁਤ ਜ਼ਿਆਦਾ ਸ਼ੂਗਰ ਦੀ ਬਿਮਾਰੀ ਆ, ਬਲੱਡ ਪ੍ਰੈਸ਼ਰ ਦੀ ਬਿਮਾਰੀ ਆ, ਕੋਲੇਸਟ੍ਰੋਲ ਦੀ ਬਿਮਾਰੀ ਆ। ਇਹ ਜਿਹੜੇ ਲੋਕਾਂ ਨੂੰ ਹੈਗੀ ਇਹ ਜਿਹੜੀਆਂ ਬਿਮਾਰੀ ਕੋਵਿਡ ਬਹੁਤ ਜ਼ਿਆਦਾ ਉਹਨਾਂ ਨੂੰ ਬਿਮਾਰ ਕਰਦੀ ਆ। ਇਸ ਕਰਕੇ ਇਹ ਜਿਹੜੇ ਲੋਕੀ ਆ ਤੇ ਅਸੀਂ ਜਿਹੜੇ ਦੇਖਦੇ ICU ਮੋਸਟਲੀ ਜਿਹੜੇ ICU ਲੋਕੀ ਜਿਹਨਾਂ ਕੋ ਕੋਵਿਡ ਆ ਉਹ ਆਪਣੇ ਸਾਊਥ ਏਸ਼ੀਅਨ ਆ। ਸੋ ਜਿਹੜੇ ਆਪਣੇ ਲੋਕੀ ਆ not only are we more susceptible so because ਜਿੱਦਾਂ ਆਪਾਂ ਇੱਕ ਘਰ ਦੇ ਵਿੱਚ ਬਹੁਤ ਜਣੇ ਰਹਿੰਦੇ ਆ ਜਿਹੜੀਆਂ ਜੌਬਾਂ ਕਰਦੇ ਆ ਹੋਰ ਜਿਹੜੀ ਹੈਗੀ ਆ ਤਾਂ ਜਿਹੜੀਆਂ ਬਿਮਾਰੀਆਂ ਆਪਣੇ ਲੋਕਾਂ ਦੇ ਵਿੱਚ ਹੈਗੀਆਂ ਉਹ ਆਪਣੇ ਨੂੰ ਬਹੁਤ ਹੀ ਜ਼ਿਆਦਾ ਬਿਮਾਰ ਕਰਦੀ ਆ। ਸੋ ਬਹੁਤ ਸਿਵੀਅਰਲੀ ਅਫੈਕਟਡ ਹੁੰਦੇ ਆ ਆਪਣੇ ਜਿਹੜੇ ਲੋਕੀ ਆ। ਅੱਛਾ ਡਾਕਟਰ ਸਿੰਪੀ ਜੀ ਤੁਸੀਂ ਕਿਹਾ ਕਿ ਆਪਣੇ ਲੋਕੀ ਆਪਣੀ ਕਮਿਊਨਿਟੀ ਦੇ ਵਿੱਚ ਇੱਕ ਤੇ ਕਾਰਨ ਹੈ ਕਿ ਜ਼ਿਆਦਾ ਲੋਕੀ ਰਹਿੰਦੇ ਹਨ, ਦੂਜੇ ਕਿ ਸਾਊਥ ਏਸ਼ੀਅਨ ਨੂੰ ਜਿਸ ਤਰ੍ਹਾਂ ਤੁਸੀਂ ਕਿਹਾ ਡਾਇਬੀਟੀ ਹੁੰਦੀ ਹੈ ਜਾਂ ਹਾਰਟ ਦੀ ਵੀ ਪ੍ਰੋਬਲਮ ਬਹੁਤ ਸਾਰੀ ਵੇਖੀ ਗਈ ਹੈ। ਤੁਸੀਂ ਇਹ ਵੀ ਤੇ ਨਹੀਂ ਕਹਿਣਾ ਮੁਨਾਸਬ ਸਮਝੋਗੇ ਕਿ ਸਾਡੀ ਕਮਿਊਨਿਟੀ ਫਰੰਟ ਲਾਈਨ ਤੇ ਹੈ? ਜੇਕਰ ਆਪਾਂ ਵੇਖੀਏ ਆਪਣੇ ਹੁਣ ਤੁਸੀਂ ਹੋ ਮੋਸਟਲੀ ਡਾਕਟਰ, ਤੁਸੀਂ ਅਜੇ ਤੁਹਾਡੀ ਯੰਗ ਏਜ ਹੈ ਪਰ ਤੁਸੀਂ ਫਰੰਟ ਲਾਈਨ ਤੇ ਹੋ। ਇਸੇ ਤਰੀਕੇ ਨਾਲ ਜਿਹੜੇ ਟਰੱਕ ਡਰਾਈਵਰ ਹਨ ਉਹ ਫਰੰਟ ਲਾਈਨ ਤੇ ਹਨ, ਜਿਹੜੇ ਆਪਣੇ ਸਿਕਿਉਰਿਟੀ ਦੇ ਵਿੱਚ ਹਨ ਜਾਂ ਸਟੋਰਾਂ ਦੇ ਵਿੱਚ ਹਨ, ਹੋਰ ਬਹੁਤ ਸਾਰੇ ਲੋਕੀ ਆਪਣੇ ਕੰਮ ਕਰਦੇ ਹਨ। ਆਪਣੇ ਲੋਕੀ ਵਿਹਲੇ ਨਹੀਂ ਰਹਿ ਸਕਦੇ। ਕਈ ਕਮਿਊਨਿਟੀਆਂ ਹੁੰਦੀਆਂ ਹਨ ਕਿ ਉਹ ਵੈਲਫੇਅਰ ਲੈਂਦੇ ਹਨ, ਉਹ ਕਹਿੰਦੇ ਵੀ ਸਾਨੂੰ ਕੰਮ ਦੀ ਕੋਈ ਜ਼ਰੂਰਤ ਨਹੀਂ, ਅਸੀਂ ਤੇ ਘਰ ਬੈਠੇ ਹਾਂ। ਲੇਕਿਨ ਸਾਡੀ ਕਮਿਊਨਿਟੀ ਇੱਦਾਂ ਨਹੀਂ, ਓਬਵੀਅਸਲੀ ਉਹ ਨਹੀਂ ਘਰ ਬਹਿਣਾ ਚਾਹੁੰਦੇ। ਇਸ ਨੂੰ ਤੁਸੀਂ ਕਿਸ ਪੱਖੋਂ ਵੇਖਦੇ ਹੋ? ਇਹਦਾ ਕਾਰਨ ਇਹ ਵੀ ਤਾਂ ਨਹੀਂ ਸਾਡੀ ਕਮਿਊਨਿਟੀ ਦੇ ਵਿੱਚ ਇਹ COVID-19 ਦੀ ਜਿਹੜੀ ਦਾਰਾ ਹੈ ਜੋ ਪਰਸੈਂਟੇਜ ਹੈ ਉਹ ਦੂਜੀਆਂ ਕਮਿਊਨਿਟੀਆਂ ਨਾਲੋਂ ਜ਼ਿਆਦਾ ਹੈ? ਹਾਂਜੀ, ਸੋ ਜਿਹੜੀ ਆਪਣੀ ਕਮਿਊਨਿਟੀ ਜਿੱਦਾਂ ਤੁਸੀਂ ਕਿਹਾ ਬਹੁਤ ਜ਼ਿਆਦਾ ਹਾਰਡ ਵਰਕਿੰਗ ਹੈਗੀ ਆ ਤੇ ਬਰੈਂਪਟਨ ਦੇ ਵਿੱਚ ਵੀ ਸਾਰੇ ਜਣੇ ਪਬਲਿਕ ਫੇਸਿੰਗ ਜਿਸ ਤਰ੍ਹਾਂ ਬਹੁਤ ਜ਼ਿਆਦਾ ਇੰਟਰੈਕਸ਼ਨ ਹੁੰਦੇ ਆ ਲੋਕਾਂ ਦੇ ਨਾਲ। ਇਸ ਕਰਕੇ ਇਹ ਜਿਹੜੀ ਬਿਮਾਰੀ ਆ ਆਪਾਂ ਮੋਰ ਲਾਈਕਲੀ ਹੈਗੇ ਆ ਟੂ ਗੈਟ ਇਟ ਰਾਈਟ। ਤੇ ਉਸ ਤੋਂ ਬਾਅਦ ਜਿਹੜੀ ਟਰਾਂਸਪੋਰਟੇਸ਼ਨ ਪਬਲਿਕ ਟਰਾਂਸਪੋਰਟੇਸ਼ਨ ਸੋ ਲੋਕੀ ਜਿਹਨਾਂ ਕੋ ਬਹੁਤ ਜਨਾਂ ਕੋ ਹੈ ਨਹੀਂ ਕਾਰ ਸੋ ਜਿੱਦਾਂ ਬੱਸਾਂ ਵਗੈਰਾ ਲੈ ਕੇ ਜਾਂਦੇ ਆ ਕੰਮਾਂ ਨੂੰ। ਬਟ ਜਿਹੜੀਆਂ ਫੈਕਟਰੀ ਵਗੈਰਾ ਇਹ ਜਿਹੜੀਆਂ ਚੀਜ਼ਾਂ ਹੀ ਆ ਸਾਨੂੰ ਪਤਾ ਤਾਂ ਇੱਥੇ ਜ਼ਿਆਦਾ ਬਿਮਾਰੀ ਹੁੰਦੀ ਆ ਕਰਕੇ ਜਦੋਂ ਲੋਕੀ ਬ੍ਰੇਕ ਵਗੈਰਾ ਤੇ ਜਾਂਦੇ ਆ ਉਹ ਡਿਸਟੈਂਸ ਨਹੀਂ ਕਰਦੇ। ਓਕੇ ਇਹ ਆਪਾਂ ਦੂਸਰੀਆਂ ਗੱਲਾਂ ਕਰਨੀਆਂ ਜੇ ਆਪਾਂ ਪ੍ਰੋਟੈਕਟ ਕਰ ਸਕਦੇ ਆਪਣੇ ਆਪ ਨੂੰ ਜਦੋਂ ਆਪਾਂ ਕੰਮ ਤੇ ਜਾਂਦੇ ਆ। ਸੋ ਜੋ ਤੁਸੀਂ ਬ੍ਰੇਕ ਰੂਮ ਦੇ ਵਿੱਚ ਜਾਂਦੇ ਆ ਤੁਸੀਂ ਤੁਹਾਡੀ ਲੰਚ ਬ੍ਰੇਕ ਵਗੈਰਾ ਕਰਨੀ ਆ
ਅਸੀਂ ਬੇਨਤੀ ਕਰਦੇ ਹਾਂ that ਤੁਸੀਂ ਪਲੀਜ਼ at least 6 ਫੁੱਟ ਰਹੋ ਦੂਸਰੇ ਬੰਦਿਆਂ ਨੂੰ ਜਦੋਂ ਤੁਸੀਂ ਬ੍ਰੇਕ ਰੂਮ ਦੇ ਵਿੱਚ ਹੈਗੇ ਆ। ਹੋਰ ਜਿਹੜੀ ਅਸੀਂ ਗੱਲ ਸੁਣੀ ਆ ਜੀ ਕਮਿਊਨਿਟੀ ਤੋਂ that ਲੋਕੀ ਇੱਕ ਟਿਫਿਨ ਵਗੈਰਾ ਸਰਵਿਸ ਹੁੰਦੇ ਆ ਤੇ ਕੀ ਹੁੰਦਾ that ਇੱਕ ਬੰਦਾ ਟਿਫਿਨ ਤੋਂ ਖਾਂਦਾ ਤੇ ਫਿਰ ਉਹ ਦੂਸਰੇ ਨੂੰ ਜਾਂਦਾ ਤੇ ਦੂਸਰੇ ਨੂੰ ਜਾਂਦਾ। ਇਹ ਵੀ ਜਿਹੜਾ ਇਦਾਂ ਦੀ ਵੀ ਆਪਣੀ ਜਿਹੜੀ ਬਿਮਾਰੀ ਇਹ ਹੈਗੀ ਆ ਇੰਨੀ ਸਖਤ ਤਾਂ ਇਦਾਂ ਵੀ ਉਹ ਫੈਲ ਸਕਦੀ ਆ। ਹੋਰ ਹੈਗਾ that ਮਾਸਕ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ। ਅਸੀਂ ਹੁਣ ਟਰੱਕ ਡਰਾਈਵਰ ਵਗੈਰਾ ਸਾਨੂੰ ਦੱਸਦੇ ਪਏ that ਉਹ ਫੈਕਟਰੀਆਂ ਨੂੰ ਜਾਂਦੇ ਡ੍ਰੌਪ ਆਫ ਕਰਨ ਲਈ ਉੱਥੇ ਬਹੁਤ ਸਾਰੇ ਲੋਕੀ ਆ ਉਹ ਮਾਸਕ ਨਹੀਂ ਪਾਉਂਦੇ। ਇਹ ਜਿਹੜਾ ਮਾਸਕ ਆ ਤੁਸੀਂ ਸਮਝੋ ਤੇ ਇਹ ਤੁਹਾਡੀ ਜਿਹੜੀ ਹੈਗੀ ਆ ਪ੍ਰੋਟੈਕਸ਼ਨ ਆ। ਤੁਸੀਂ ਤੁਹਾਡੇ ਆਪ ਨੂੰ ਪ੍ਰੋਟੈਕਟ ਕਰਦੇ ਆ ਤੇ ਤੁਸੀਂ ਸਾਰਿਆਂ ਨੂੰ ਜਿਹੜੇ ਤੁਹਾਡੇ ਅਰਾਊਂਡ ਆ ਉਹਨਾਂ ਨੂੰ ਵੀ ਪ੍ਰੋਟੈਕਟ ਕਰਦੇ ਆ। ਇਹ ਬਹੁਤ ਹੀ ਜ਼ਰੂਰੀ ਆ। ਮੈਨੂੰ ਪਤਾ that uncomfortable ਆ। ਮੈਂ ਰੋਜ਼ ਜਦੋਂ ਕੰਮ ਜਾਂਦੀ ਆ ਮੈਂ 10-12 ਘੰਟੇ ਮੈਂ ਮਾਸਕ ਗੋਗਲਸ ਸਕ੍ਰਬ ਕੈਪ ਬਹੁਤ ਪਾਉਂਦੀ ਆ। ਅਸੀਂ just ਸਾਨੂੰ ਕਹਿੰਦੇ ਪਲੀਜ਼ ਤੁਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰੋ ਸਾਰਿਆਂ ਨੂੰ ਪ੍ਰੋਟੈਕਟ ਕਰੋ। ਜਦੋਂ ਵਗੈਰਾ ਬ੍ਰੇਕ ਕਰਨੀ ਬਾਥਰੂਮ ਦੇ ਵਿੱਚ ਜਾਣਾ ਹੱਥ ਚੰਗੀ ਤਰ੍ਹਾਂ ਸਾਫ਼ ਕਰੋ। ਜਦੋਂ ਤੁਸੀਂ ਲਾਈਟ ਦਾ ਸਵਿਚ ਟੱਚ ਕਰਨਾ ਉਦੋਂ ਵੀ ਹੱਥ ਸਾਫ਼ ਕਰੋ। ਜਿੰਨਾ ਤੁਸੀਂ ਹੱਥ ਸਾਫ਼ ਕਰ ਸਕਦੇ ਆ ਓਨਾ ਬੈਟਰ ਆ ਕਿਉਂਕਿ ਜੇ ਤੁਸੀਂ ਹੱਥ ਨੂੰ ਕਿਤੇ ਲਾਉਂਦੇ ਆ ਤੇ ਕਿਸੇ ਕੋ ਕੋਈ ਬਿਮਾਰੀ ਹੈਗੀ ਆ ਤੇ ਤੁਸੀਂ ਤੁਹਾਡਾ ਮੂੰਹ ਨੂੰ ਟੱਚ ਕਰਦੇ ਤੁਹਾਡੇ ਅੱਖਾਂ ਨੂੰ ਟੱਚ ਕਰ ਸਕਦੇ ਆ ਏਦਾਂ ਬਿਮਾਰੀ ਫੈਲ ਸਕਦੀ ਆ। ਡਾਕਟਰ ਜਸਦੀਪ ਜੀ ਅਸੀਂ ਆਪ ਜੀ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਤੁਹਾਡੇ ਨਾਲ ਵੀ ਅਸੀਂ ਜ਼ਰੂਰ ਗੱਲਬਾਤ ਕਰਨੀ ਚਾਹਾਂਗੇ ਕਿਉਂਕਿ ਬਹੁਤ ਸਾਰੇ ਜਿਹੜੇ ਆਪਣੇ ਫਰੰਟ ਲਾਈਨ ਦੇ ਲੋਕੀ ਹਨ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਟਰੱਕ ਡਰਾਈਵਰ ਹਨ ਜਿਹੜੇ ਟਰੱਕ ਡਰਾਈਵਰ ਸਾਡੇ ਵੀਰ ਦੂਰ ਦੁਰਾਡੇ ਜਾਂਦੇ ਹਨ ਖਾਸ ਕਰਕੇ ਅਮਰੀਕਾ ਦੇ ਵਿੱਚ ਜਾਂਦੇ ਹਨ ਉਹਨਾਂ 'ਚ ਇਹ ਬਿਮਾਰੀ ਵਾਪਸ ਕਿੰਨੀ ਕੁ ਪਾਈ ਜਾ ਰਹੀ ਹੈ ਹਸਪੀਟਲ ਦੇ ਵਿੱਚ ਜਦੋਂ ਤੁਸੀਂ ਪ੍ਰੈਕਟਿਸ ਕਰ ਰਹੇ ਹੋ ਤੁਸੀਂ ਹਸਪੀਟਲ ਦੇ ਵਿੱਚ ਐਮਰਜੈਂਸੀ ਹਸਪੀਟਲ ਦੇ ਵਿੱਚ ਸਰਵਿਸਿਜ਼ ਦੇ ਰਹੇ ਹੋ ਕਿੰਨੇ ਕੁ ਜਿਹੜੇ ਟਰੱਕ ਡਰਾਈਵਰ ਜਿਨ੍ਹਾਂ ਨੂੰ ਕਿ ਕੋਵਿਡ-19 ਹੈ ਕੋਈ ਤੁਹਾਡੇ ਕੋਲ ਰੇਸ਼ੋ ਹੈ? Actually uncle ਜੀ ਮੈਂ ਹੈਗਾ ਇੰਟਰਨਲ ਮੈਡੀਸਨ ਡਾਕਟਰ ਮੈਂ ਹਸਪੀਟਲ ਵਿੱਚ ਕੰਮ ਨਹੀਂ ਕਰਦਾ ਮੈਂ ਆਫਿਸ ਵਿੱਚ ਕੰਮ ਕਰਦਾ। ਓਕੇ ਜੀ। ਜਦੋਂ ਮੈਨੂੰ ਐਕਚੁਅਲੀ ਪਤਾ ਨਹੀਂ ਹੈਗਾ ਕਿ ਕਿੰਨੇ ਪਰਸੈਂਟੇਜ ਹੈ ਜਿਹੜੇ ਹੈਗੇ ਜਿਹੜੇ ਸਾਡੇ ਵੀਰ ਹੈਗੇ ਜਿਹੜੇ ਟਰੱਕ ਡਰਾਈਵਰ ਹੈਗੇ ਆ ਤੇ ਉਹ ਅਮਰੀਕਾ ਜਾ ਕੇ ਉਹਨਾਂ ਨੂੰ ਕਿੰਨੇ ਪਰਸੈਂਟੇਜ ਨੂੰ ਹੁੰਦਾ ਕੋਵਿਡ ਜੀ। ਸੋ ਤੁਸੀਂ ਖਾਸ ਕਰਕੇ ਪਾਰਟਿਕੂਲਰ ਜਿੱਥੇ ਤੁਸੀਂ ਕੰਮ ਕਰਦੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਜਿਹੜੇ ਇਸ ਵੇਲੇ ਦਰਸ਼ਕ ਤੇ ਸਰੋਤੇ ਪ੍ਰੋਗਰਾਮ ਸੁਣ ਰਹੇ ਹਨ ਕਿ ਆਪਣੇ ਆਪ ਨੂੰ ਕਿਸ ਤਰ੍ਹਾਂ ਉਹਨਾਂ ਨੇ ਪ੍ਰੋਟੈਕਟ ਕਰਨਾ ਹੈ? ਮੈਂ ਵਿਕਟੋਰੀਆ ਦੇ ਵਿੱਚ ਕੰਮ ਕਰਦਾ ਹੈਗਾ ਬ੍ਰਿਟਿਸ਼ ਕੋਲੰਬੀਆ ਵਿੱਚ ਤੇ ਮੈਂ ਸਾਰਿਆਂ ਨੂੰ ਜਿਹੜੇ ਸੰਗਤ ਸੁਣਦੀ ਪਈ ਆ ਜਾਂ ਦੇਖਦੀ ਪਈ ਆ ਬ੍ਰਿਟਿਸ਼ ਕੋਲੰਬੀਆ ਵਿੱਚੋਂ ਨਵੰਬਰ 19 ਨੂੰ ਜਿਹੜੇ ਸਾਡੇ ਪਬਲਿਕ ਹੈਲਥ ਡਾਕਟਰ ਹੈਗੇ ਡਾਕਟਰ ਹੈਨਰੀ ਨੇ ਉਹਨਾਂ ਨੇ ਥੋੜੇ ਨਵੇਂ ਰੂਲ ਹਦਾਇਤਾਂ ਦਿੱਤੀਆਂ ਹੈਗੀਆਂ ਸੀ ਤੇ ਉਹ ਮੈਂ ਸਾਰਿਆਂ ਨੂੰ ਕਹਿਣਾ ਸੀ ਕਿ ਉਹਨਾਂ ਨੂੰ ਤੁਸੀਂ ਜ਼ਰੂਰ ਆਪਣੀ ਜ਼ਿੰਮੇਵਾਰੀਆਂ ਵਕਨ ਸਮਝਣਾ ਤੇ ਉਹ ਜ਼ਿੰਮੇਵਾਰੀਆਂ ਸੰਭਾਲਣੀਆਂ ਰਾਈਟ। ਉਹਨਾਂ ਨੇ ਕਿਹਾ ਹੋਇਆ ਕਿ ਕੋਈ ਕਿਸੇ ਦੇ ਘਰ ਨਹੀਂ ਜਾ ਸਕਦੇ ਜਿਹੜੇ ਘਰ ਵਿੱਚ ਰਹਿਣ ਵਾਲੇ ਹੈਗੇ ਜਿਹੜੇ 4-5-6 ਬੰਦੇ ਹੈਗੇ ਉਹ ਇੱਕ ਦੂਜੇ ਨਾਲ ਰਹਿ ਸਕਦੇ ਆ ਕਿਸੇ ਨੂੰ ਆਪਣੇ ਘਰ ਨਹੀਂ ਲੈ ਕੇ ਆਉਣਾ ਨਾ ਤੁਸੀਂ ਕਿਸੇ ਦੇ ਘਰ ਜਾਣਾ ਤੇ ਨਾਲੇ ਉਹਨਾਂ ਨੇ ਇਹ ਵੀ ਕਿਹਾ ਹੋਇਆ ਕਿ ਸਾਰੀਆਂ ਜਿਹੜੀਆਂ ਪਲੇਸਿਸ ਆਫ ਵਰਸ਼ਿਪ ਜਿੱਦਾਂ ਗੁਰੂ ਘਰ ਹੈਗੇ ਆ ਉਹਦੇ ਤੇ ਮੈਨੂੰ ਪਤਾ ਅੰਟੈਰੀਓ ਦੇ ਵਿੱਚ 10 ਬੰਦੇ ਅਲਾਉਡ ਹੈਗੇ ਆ ਪਰ ਇੱਥੇ BC ਵਿੱਚ ਕੋਈ ਨੂੰ ਅਲਾਉਡ ਨਹੀਂ ਹੈਗਾ ਕਿਸ ਨੂੰ ਅਲਾਉਡ ਨਹੀਂ ਹੈਗਾ। ਸੋ ਜਿਹੜੇ ਗੁਰਪੁਰਬ ਆਉਣ ਲੱਗੇ ਹੈਗੇ ਉਹ ਤੁਸੀਂ ਆਪਣੇ ਘਰਾਂ 'ਚ ਮਨਾ ਰਹੇ ਹੈਗੇ ਆ। ਅੱਛਾ ਤੁਸੀਂ ਇੰਟਰਨਲ ਮੈਡੀਸਨ ਫਿਜ਼ੀਸ਼ੀਅਨ ਹੋ ਮੈਂ ਤੁਹਾਨੂੰ ਖਾਸ ਕਰਕੇ ਸਰੀ ਦੇ ਬਾਰੇ ਜਾਣਨਾ ਚਾਹੂੰਗਾ ਕਿਉਂਕਿ ਇੱਕ ਤੇ ਸਾਡੇ ਬਰੈਂਪਟਨ ਦੇ ਵਿੱਚ ਕਾਫੀ ਲੋਕਾਂ ਨੂੰ ਇਹ ਨਾਮਰਾਦ ਬਿਮਾਰੀ ਨੇ ਘੇਰਿਆ ਹੈ ਇਸੇ ਤਰੀਕੇ ਨਾਲ ਸਰੀ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਹਨ ਜੀ? ਸੋ ਜਿਹੜਾ ਸਾਡਾ BC ਹੈਗਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨੰਬਰ ਹਾਲੇ ਘੱਟ ਹੈਗੇ ਅੰਟੈਰੀਓ ਦੇ ਮੁਤਾਬਕ ਦੇ ਨਾਲ ਪਰ ਇੱਥੇ ਵੀ ਬਹੁਤ ਸਾਰੇ ਨੰਬਰ ਇਨਕਰੀਜ਼ ਹੋ ਰਹੇ ਪਏ ਜਿਹੜੇ ਵਿਅਕਤੀ ਹੈਗੇ ਆ ਕੋਵਿਡ-19 ਦੇ ਨਾਲ ਹੈਗੇ ਤੇ ਇੱਥੇ ਈਵਨ ਬ੍ਰਿਟਿਸ਼ ਕੋਲੰਬੀਆ ਜਿਹੜਾ ਸਰੀ ਦਾ ਏਰੀਆ ਹੈਗਾ ਫਰੇਜ਼ਰ ਹੈਲਥ ਉੱਥੋਂ ਸਭ ਤੋਂ ਵੱਧ ਕੇਸਿਸ ਹੈਗੇ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਅੱਛਾ ਇੱਕ ਤੇ ਮੈਂ ਮੰਨਦਾ ਕਿ ਇਹ ਨੰਬਰ ਜ਼ਿਆਦਾ ਜਿੱਥੇ ਆਪਣੇ ਲੋਕੀ ਹਨ ਜ਼ਿਆਦਾ ਹਨ ਲੇਕਿਨ ਇਹਦੇ ਕਾਰਨ ਕੀ ਹਨ ਕੀ ਤੁਸੀਂ ਇਸ ਦੇ ਨਾਲ ਸਹਿਮਤ ਹੋ ਕਿ ਆਪਣੇ ਲੋਕੀ ਫਰੰਟ ਲਾਈਨ ਤੇ ਹਨ ਇਸ ਕਰਕੇ ਜਦੋਂ ਫਰੰਟ ਲਾਈਨ ਤੇ ਹੋਣਗੇ ਡਾਕਟਰ ਹੋਣਗੇ ਨਰਸਿਸ ਹੋਣਗੀਆਂ ਟਰੱਕ ਡਰਾਈਵਰ ਹੋਣਗੇ ਫੈਕਟਰੀਆਂ 'ਚ ਕੰਮ ਕਰਨ ਵਾਲੇ ਜਿਹੜੇ ਕਿ ਅਸੈਂਸ਼ੀਅਲ ਸਰਵਿਸਿਜ਼ ਦੇ ਵਿੱਚ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹਨ ਇਵੈਂਚੁਅਲੀ ਉਹਨਾਂ ਨੂੰ ਜ਼ਿਆਦਾ ਹੋਵੇਗਾ ਲੇਕਿਨ ਇੱਕ ਬੰਨੇ ਆਪਣੀ ਕਮਿਊਨਿਟੀ ਨੂੰ ਮੈਂ ਸਮਝਦਾ ਕਿ ਟਾਰਗੇਟ ਵੀ ਕੀਤਾ ਜਾ ਰਿਹਾ ਇੱਕ ਐਂਗਲ ਨੂੰ ਭੁੱਲਿਆ ਜਾ ਰਿਹਾ ਕਿ ਇਹ ਕਮਿਊਨਿਟੀ ਜਿਹੜੀ ਆ
फ्रंट लाइन वाली कम्यूनिटी है। सो जेकर वध तो वध नाल दी नाल ये भी चीज़ नूं ध्यान च मीडिया रखदा है, गल करे कि हाँ ये कम्यूनिटी फ्रंट लाइन ते रहन वाली है, ये एसेंशियल सर्विसेज दे विच ज़्यादा योगदान पा रहे हैं, इस करके इस कम्यूनिटी दे विच ज़्यादा कोविड-19 पाया जा रहा है। तुहाडा की कहना है इस प्रति? अंकल जी असीं इत्थे आए हुए अज नॉट टू पुट ब्लेम ऑन एनी कम्यूनिटी, नॉट नहीं असीं कोई मीडिया इदां दी गल करदे नहीं पे जिदा कि साडे बंदे नहीं करदे पे ठीक। सानू इदां हैगा, सानू we are worried, we were concerned about our population जिहदा साउथ एशियन ते सारे कैनेडियन पॉपुलेशन ते एज साडे असीं इत्थे आए हुए अपने फायदे दी गल करन दी, राइट। ਤੇ ਜਿਹੜੀਆਂ ਇਸ ਦੀਆਂ ਹਦਾਇਤਾਂ ਹੈਗੀਆਂ ਇਹ ਸਾਡੇ ਲਈ ਫਾਇਦਾ ਹੈਗੀਆਂ, ਸਾਡੇ ਪਰਿਵਾਰਾਂ ਵਿੱਚ ਫਾਇਦਾ ਹੋਏਗਾ, ਸਾਰੇ ਸਮਾਜ ਵਾਸਤੇ ਫਾਇਦਾ ਹੋਏਗਾ, ਰਾਈਟ। ਤੁਹਾਡੀ ਗੱਲ ਜਿਹੜੀ ਹੈਗੀ ਆ ਤੁਸੀਂ ਕਹਿੰਦੇ ਜਿਹੜਾ ਫਰੰਟ ਲਾਈਨ ਵਰਕਰਸ ਹੈਗੇ ਉਹ ਵੀ ਨਾਲ ਗੱਲ ਹੈਗੀ ਆ, ਜ਼ਰੂਰ ਹੈਗੀ ਆ, ਪਰ ਸਾਨੂੰ ਮੈਨੂੰ ਪਤਾ ਨਹੀਂ ਹੈਗਾ ਕਿ ਜਿੱਦਾਂ ਕੇਸ ਹੈਗੇ ਆ ਆਕਿਊਪੇਸ਼ਨ ਦੇ ਨਾਲ ਰਿਲੇਟ ਹੈਗੇ ਆ ਕੰਪਲੀਟਲੀ। डॉक्टर सिमरप्रीत जी तुसी साडे नाल इसे प्रकार बने रहो, तुहानू मैं तुहाडे कोल जानना चाहूँगा क्योंकि खास करके तुसी आई थिंक ब्रैम्पटन दे विच ही डॉक्टर हो, कि तुसीं दसोगे कि दिवाली तो बाद नंबर वधे हन जां फिर दिवाली तो पहलों भी नंबर जिहड़े वध रहे सन? सो ਆਪਾਂ ਦੇਖਦੇ ਹਾਂ ਜਦੋਂ ਦੀਵਾਲੀ ਹੋਈ ਸੀ ਨਾ 2 ਹਫ਼ਤੇ ਪਹਿਲਾਂ ਹੈਲੋਵੀਨ ਹੋਈ ਸੀਗੀ, ਓਕੇ। ਸੋ 2 ਹਫ਼ਤੇ ਪਹਿਲਾਂ ਹੈਲੋਵੀਨ ਹੋਈ ਸੀਗੀ ਤੇ ਲੋਕੀ ਟੁਗੇਦਰ ਹੋਏ ਸੀਗੇ ਜੀ। So also we started seeing that number started going up. ਜਦੋਂ ਦੀਵਾਲੀ ਸੀ ਤੇ ਅੰਕਲ I understand ਜਿਹੜਾ ਆਪਣੇ ਜਿਹੜੇ ਫਰੰਟ ਲਾਈਨ ਵਰਕਰ ਹੈਗੇ ਆ ਇਹ ਜਿਹੜਾ ਇੱਕ ਰੀਜ਼ਨ ਹੈਗਾ that ਆਪਣੀ ਕਮਿਊਨਿਟੀ ਬਹੁਤ ਜ਼ਿਆਦਾ ਇਨਫੈਕਟਡ ਆ, but ਆਪਾਂ ਨੂੰ also ਜਿੱਦਾਂ ਤੁਸੀਂ ਵੀ ਕਿਹਾ ਪਹਿਲਾਂ that we need to realize that ਲੋਕੀ ਹੱਲੇ ਵੀ ਇੱਕ ਦੂਜੇ ਦੇ ਘਰ ਜਾਂਦੇ ਆ, ਓਕੇ। ਤੇ ਇਸ ਕਰਕੇ ਹੁਣ ਦੀਵਾਲੀ ਮੈਨੂੰ ਵੀ ਪਤਾ, ਮੇਰੇ ਕੰਟੈਕਟਸ ਪਤਾ, ਮੇਰੇ ਮੰਮੀ ਤੋਂ ਵੀ ਪਤਾ ਲੱਗਾ that families like 3-4 ਫੈਮਲੀਆਂ ਹੱਲੇ ਵੀ ਇੱਕ ਘਰ ਦੇ ਵਿੱਚ ਜਾਂਦੀਆਂ ਸੀਗੀਆਂ, ਬਿਕਾਜ਼ ਏਦਾਂ ਲੋਕੀ ਸਮਝਦੇ ਆ that ਜੇ ਮੇਰੇ ਕੋਲ ਨਹੀਂ ਸਿੰਪਟਮ ਹੈਗੇ ਤੇ ਉਹਨਾਂ ਨੂੰ ਨਹੀਂ ਸਿੰਪਟਮ ਹੈਗੇ ਆਪਾਂ ਤਾਂ ਇੱਕ ਦੂਜੇ ਦੇ ਘਰ ਜਾ ਸਕਦੇ ਆ, ਪਰ ਇਹ ਨਹੀਂ ਸੱਚ ਗੱਲ। ਇਹ ਜਿਹੜੀ ਬਿਮਾਰੀ ਹੈਗੀ ਆ ਤੇ ਇਹ ਜ਼ਿਆਦਾ ਫੈਲਦੀ ਆ ਕਿਉਂਕਿ ਕੋਈ ਲੋਕਾਂ ਨੂੰ ਕੋਈ ਨਹੀਂ ਸਿੰਪਟਮ ਹੈਗੇ ਆ, ਤੇ ਇਸ ਕਰਕੇ ਇਹ ਜਿਹੜੇ ਆਪਣੇ ਬਜ਼ੁਰਗ ਵਗੈਰਾ ਹੈਗੇ ਆ ਤੇ ਅਸੀਂ ਤੇ ICU ਦੇ ਵਿੱਚ ਯੰਗ ਲੋਕਾਂ ਨੂੰ ਵੀ ਦੇਖਦੇ ਆ 30s 40 years old ਯੰਗ ਪੀਪਲ ਜਿਹੜੇ ਹੈਲਥੀ ਆ ਆਪਣੇ ਜਿਹੜੇ ICU ਵੈਂਟੀਲੇਟਰ ਲਾਈਫ ਸਪੋਰਟ ਦੇ ਉੱਤੇ ਲੱਗੇ ਆ। ਜੀ ਜੀ। ਇਸ ਕਰਕੇ 2 ਹਫ਼ਤਿਆਂ ਦੇ ਵਿੱਚ ਜਦੋਂ ਦੀਵਾਲੀ ਸੀ yes apne je numbers are we are going to see a rise for sure. That's why I see and I'm so happy that Sur Sagar to see virtual karde pe path because asi sadi benti hegi a apne jere loka nu that apni jere apne apnu sareyan nu bachao, ਘਰ ਗੁਰਪੁਰਬ ਮਨਾਓ, ਤੁਸੀਂ ਪਾਠ ਕਰੋ ਘਰ, ਬਾਬਾ ਜੀ ਸਾਰੇ ਪਾਸੇ ਹੈਗੇ ਆ, ਤੁਹਾਨੂੰ ਗੁਰਦੁਆਰੇ ਜਾਣਾ ਨਹੀਂ, like you don't have to go to the gurdwara to be closer to God, he's everywhere। बिल्कुल जी, जी डॉक्टर समरजीत जी ने गलबात की है उस दी असी प्रौढ़ता करते हैं, कहते हाँ कि तुहानू किते जाने की जरूरत नहीं है, प्लीज़ घरां दे विच बैठे रहो, जो तुहानू सर्विसेज हैं घरां दे विच दित्तियां जा रही हैं, तो बाहर तुसीं काहदे लई जाण दी तुहानू जरूरत है। ਤੁਹਾਨੂੰ ਅਸੀਂ ਸ੍ਰੀ ਅਖੰਡ ਪਾਠ ਸਾਹਿਬ TV ਤੇ ਰੇਡੀਓ ਤੇ ਹਰ ਇੱਕ ਸਾਧਨ ਰਾਹੀਂ ਤੁਹਾਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਹੁਣ ਤੇ ਇੱਥੋਂ ਤੱਕ ਕਿ ਅਸੀਂ ਜੇਕਰ ਤੁਸੀਂ ਆਪਣੇ ਕਮਰੇ 'ਚ ਬੈਠ ਕੇ ਵੇਖਣਾ ਤੇ ਤੁਸੀਂ ਕਮਰੇ ਦੇ ਵਿੱਚ ਹੀ ਬਾਬਾ ਨੂੰ ਡਾਊਨਲੋਡ ਕਰਕੇ ਆਪਣੇ ਫੋਨ ਤੇ ਬਹਿ ਕੇ ਵੇਖੀ ਜਾਓ, ਸਾਰੇ ਪਰਿਵਾਰ 'ਚ ਵੀ ਬੈਠਣ ਦੀ ਲੋੜ ਨਹੀਂ ਗੀ, ਕੱਲੇ ਕੱਲੇ ਤੁਸੀਂ ਆਪੋ ਆਪਣੇ ਕਮਰੇ ਦੇ ਵਿੱਚ ਬੈਠ ਕੇ ਵੀ ਤੁਸੀਂ ਇੰਜੋਏ ਕਰ ਸਕਦੇ ਹੋ। ਸੋ ਆਪ ਜੀ ਨੂੰ ਬੇਨਤੀ ਹੈ ਕਿ ਇਨਸਟੈਡ ਆਫ ਕਿ ਸਾਰੇ ਇਕੱਠੇ ਬਹੋ, ਆਪੋ ਆਪਣੇ ਕਮਰਿਆਂ ਦੇ ਵਿੱਚ ਬੈਠ ਕੇ ਆਪਣੇ ਆਈਪੈਡ ਤੇ ਆਪਣੇ ਟੈਬਲੇਟ ਤੇ ਜਾਂ ਆਪਣੇ ਕਮਰੇ ਦੇ ਵਿੱਚ ਆਪਣੇ ਫੋਨ ਤੇ ਜਿਸ ਤਰ੍ਹਾਂ ਮਰਜ਼ੀ ਤੁਸੀਂ ਪਾਠ ਸਰਵਣ ਕਰ ਸਕੋਗੇ। ਇਹ ਇਸ ਵੇਲੇ ਅਤੀ ਜ਼ਰੂਰੀ ਹੈ ਕਿਉਂਕਿ ਅਖੰਡ ਪਾਠ ਤੇ ਗੁਰੂ ਨਾਨਕ ਦੇਵ ਜੀ ਦੇ ਜਨਮਪੁਰਬ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰਦੁਆਰਿਆਂ 'ਚ ਪਹੁੰਚਦੀਆਂ ਹਨ, ਲੇਕਿਨ ਇਸ ਵਾਰੇ ਪਲੀਜ਼ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਹੈ। ਗੁਰਦੁਆਰਿਆਂ ਦੇ ਵਿੱਚ 10 ਤੋਂ ਵੱਧ ਬੰਦੇ ਇਕੱਠੇ ਨਹੀਂ ਹੋ ਸਕਦੇ, ਜਿੱਥੇ ਵੀ ਜ਼ਿਆਦਾ ਹੋਣਗੇ ਉਹਨਾਂ ਨੂੰ ਭਾਰੀ ਜੁਰਮਾਨਾ ਦਿੱਤਾ ਜਾਊਗਾ ਗਵਰਨਮੈਂਟ ਮਿਊਨਿਸਪੈਲਿਟੀਜ਼ ਵੱਲੋਂ। ਸੋ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਘਰ ਵਿੱਚ ਹੀ ਬਣੇ ਰਹਿਣਾ, ਬਾਹਰ ਜਾਣ ਦੀ ਜ਼ਰੂਰਤ ਨਹੀਂ ਗੀ। ਅਸੀਂ ਬਾਰ-ਬਾਰ ਅਸੀਂ ਆਪ ਜੀ ਨੂੰ ਇਹੋ ਅਪੀਲ ਕਰਦੇ ਹਾਂ। ਬ੍ਰਿਗੇਡੀਅਰ ਸਾਹਿਬ, ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਇਸ ਵੇਲੇ ਸਾਡੇ ਪਾਸ ਡਾਕਟਰ ਸਾਹਿਬਾਨ ਹਨ, ਸੋ ਤੁਸੀਂ ਵੀ ਆਪਣੀ ਕੋਈ ਇਹਨਾਂ ਨੂੰ ਸਵਾਲ ਕਰੋ ਜੀ ਆਪਣੇ ਮੁਤਾਬਕ, ਤਾਂ ਕਿ ਸਾਡੇ ਦਰਸ਼ਕ ਸਾਡੇ ਸਰੋਤੇ
इस तो वर्जन के बाहर नहीं जाना स्टोरां ते नहीं जाना ग्रोसरी तुसी जेकर लैन जाना ते लिमिटेड एक ही जाओ वध तो वध 2 जाने चले जाओ जिस तरह आप कारां भर के जाते हैं जां फिर हर रोज़ तुरे रहिंदे हां अजकल बहुत सारे स्टोरां ते भीड़ लगी पई है कि एसेंशियल सर्विसेज जिहड़ियां हन कमोडिटी है ये आपां नूं मिलनी है लेकिन पता नहीं गा क्यों लैना ला के लोग बाहर खलोते हैं प्लीज़ असी आप जी नूं बेनती करते हैं कि स्टोरां च इन्नी वड्डी गिनती विच इकत्रित ना हो घर तुसीं कोविड-19 लै आओगे कोई ना कोई बजुर्ग नूं लै बैठोगे खुद अपने आप नूं भी लै बैठोगे ब्रिगेडियर साहब आप जी का की कहना जी ਜਿਵੇਂ ਡਾਕਟਰ ਸਾਹਿਬ ਨੇ ਕਿਹਾ ਇਹ ਪੁਆਇੰਟ ਸਮਝਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਵੇਖਦੇ ਆ ਕਿ ਜੇ ਕਿਸੇ ਨੂੰ ਮਿਲਣਾ ਫੈਮਿਲੀ 'ਚ ਗੈਟ ਟੂਗੇਦਰ ਕਰਨਾ ਜਿਹਨੂੰ ਕੋਈ ਸਿੰਪਟਮਸ ਹੈ ਉਹ ਤਾਂ ਨਾ ਆਵੇ ਪਰ ਜਿਹੜੇ ਚੰਗੇ ਭਲੇ ਬੰਦੇ ਆ ਉਹ ਭਾਵੇਂ ਉਹਨੂੰ ਪਹਿਲੀ ਵਾਰ ਵੀ ਮਿਲ ਰਹੇ ਹੋ ਆ ਜਾਵੇ ਉਹਦੇ ਨਾਲ ਤੁਸੀਂ ਭਾਵੇਂ ਹੱਥ ਮਿਲਾ ਲਓ ਕੋਈ ਕੋਲ ਬੈਠ ਜਾਓ ਪਰ ਇਹ ਸਮਝਣ ਦੀ ਲੋੜ ਹੈ ਕਿ ਜਿਹੜਾ ਬੰਦਾ ਠੀਕ ਠਾਕ ਲੱਗਦਾ ਉਹ ਵੀ ਕੈਰੀਅਰ ਹੋ ਸਕਦਾ ਉਹ ਵੀ ਤੁਹਾਨੂੰ ਸਪਰੈਡ ਕਰ ਸਕਦਾ ਜੀ तो ये चीज मेरे ख्याल सानू भी नहीं समझ आई और इवन डोनाल्ड ट्रंप को नहीं हाले तक समझ आई तो हरेक जे साडी कम्युनिटी वाले इस चीज को समझण तो शायद मेरे ख्याल अगले 2 महीने जिहड़ी अपील कर रहे हैं कि तुसीं किसी नूं ना कर आउण दिओ जां किसी दे घर जाओ जदों तक तुसीं उहनूं अवॉइड कर सकते हो दूसरी गल ये है कि जो असीं कारण इहदे डॉक्टर साहब एनालाइज कीते हैं एक तां फ्रंट लाइन वर्कर्स है पर जे ਅਸੀਂ ਸਿਰਫ ਬਰੈਂਪਟਨ ਦੀ ਗੱਲ ਕਰੀਏ ਬਰੈਂਪਟਨ ਦੇ ਵਿੱਚ ਹਾਲੇ ਵੀ ਜਿਹੜਾ ਹੈਲਥ ਕੇਅਰ ਹਾਲਾਂਕਿ ਹੈਲਥ ਕੇਅਰ ਵਰਕਰਸ ਆਪਣੀ ਟੌਪ ਸਪੀਡ ਤੇ ਟੌਪ ਜਿਹੜੀ ਉਹਨਾਂ ਦੀ ਕੈਪੈਸਿਟੀ ਹੈ ਉੱਤੇ ਕੰਮ ਕਰ ਰਹੇ ਆ ਪਰ ਇੱਥੇ ਜਿਹੜਾ ਬੈੱਡ ਰੇਸ਼ੋ ਹੈ ਆਲਮੋਸਟ 1 ਦੇ ਨੇੜੇ ਹੈ 1000 ਪੋਪੂਲੇਸ਼ਨ ਲਈ ਔਰ ਬਾਕੀ ਪੂਰੇ ਕੈਨੇਡਾ ਦੇ ਵਿੱਚ 2.11 ਜਾਂ 2.16 ਹੈ ਇੱਕ ਇਹ ਚੀਜ਼ ਵੀ ਲੋਕਾਂ ਨੂੰ ਇਰਕ ਕਰਦੀ ਹੈ ਇਹਦੇ ਨਾਲ ਜਿਹੜੀ ਮੇਜਰ ਚੀਜ਼ ਇਸ ਵੇਲੇ ਅੱਗੇ ਆ ਰਹੀ ਹੈ ਕਿ ਪੰਨੂ ਸਾਹਿਬ ਇਹ ਕਿਹਾ ਜਾ ਰਿਹਾ ਕਿ ਕਿਸੇ ਨੂੰ ਜਦੋਂ ਕੋਵਿਡ ਹੋ ਜਾਂਦਾ ਕਿਸੇ ਬੱਚੇ ਨੂੰ ਹੋ ਜਾਂਦਾ ਜਾਂ ਕੋਈ ਬਾਹਰੋਂ ਆਉਂਦਾ ਜਿਹਨੂੰ ਆਈਸੋਲੇਟ ਕਰਨ ਨੂੰ ਕਹਿੰਦੇ ਆ ਉਹ ਨਾਰਮਲੀ 에어ਪੋਰਟ ਤੇ ਕਹਿ ਦਿੰਦੇ ਆ ਵੀ ਮੈਂ ਘਰੇ ਕਰ ਲਾਂਗਾ ਮੇਰੇ ਘਰ ਰਿਕੁਆਇਰਮੈਂਟ ਤਾਂ ਇਹ ਹੁੰਦੀ ਹੈ ਯੂ ਨੀਡ 1 ਰੂਮ ਐਂਡ ਅ ਸੈਪਰੇਟ ਵਾਸ਼ਰੂਮ ਜੀ ਪਰ ਸਾਡੇ 80% ਘਰਾਂ ਦੇ ਵਿੱਚ ਇਹੋ ਜਿਹੀ ਸਹੂਲਤ ਨਹੀਂ ਹੈ ਕਿਉਂਕਿ 5 ਜੁਆਇੰਟ ਫੈਮਲੀਆਂ ਰਹਿ ਰਹੀਆਂ 3 ਜਨਰੇਸ਼ਨ ਰਹਿ ਰਹੀਆਂ ਇਸੇ ਤਰ੍ਹਾਂ ਕਿਸੇ ਬੱਚੇ ਨੂੰ ਹੋ ਜਾਂਦਾ ਜੇ 6-7 ਜਾਣੇ ਹੋਰ ਉਸ ਘਰ ਦੇ ਵਿੱਚ ਰਹਿ ਰਹੇ ਆ ਉਹ ਆਈਸੋਲੇਟ ਕਰਨ ਲਈ ਉੱਥੇ ਜਗ੍ਹਾ ਹੀ ਨਹੀਂ ਹੈ ਤੇ ਇਹਦਾ ਮਤਲਬ ਉਹ ਕਿਸੇ ਨੂੰ ਮਿਲ ਜਾਏਗਾ ਇਹ ਵੀ ਇੱਕ ਜ਼ਰੂਰਤ ਨਹੀਂ ਹੈ ਬਰੈਂਪਟਨ ਦੇ ਵਿੱਚ ਖਾਸ ਕਰ ਗਵਰਨਮੈਂਟ ਜਾਂ ਆਪਣੇ ਇੱਥੋਂ ਦੀ ਸਿਟੀ ਕੁਛ ਇੱਕ ਮੋਟਲ ਹਾਇਰ ਕਰ ਲੈ ਜਾਂ ਕੋਈ ਸ਼ੈਲਟਰ ਹਾਇਰ ਕਰ ਲੈ ਕਿ ਜਿਸ ਕਿਸੇ ਨੂੰ ਫੈਮਿਲੀ ਦੇ ਵਿੱਚ ਹੋ ਜਾਂਦਾ ਕਿਉਂਕਿ ਪ੍ਰੈਕਟੀਕਲ ਸੋਲੂਸ਼ਨ ਸਾਨੂੰ ਲੱਭਣੇ ਪੈਣੇ ਆ ਨਹੀਂ ਤਾਂ ਫਿਰ ਉਸੇ ਤਰ੍ਹਾਂ ਸਪਰੈਡ ਹੁੰਦਾ ਰਹੇਗਾ ਜਦ ਤੱਕ ਉਹ ਜਿਹੜੀ ਹੈਗੀ ਸੋਲੂਸ਼ਨ ਉਹਨੂੰ ਨਾ ਲੱਭੀਏ ਤਾਂ ਫਿਰ ਬਦਨਾਮੀ ਬਰੈਂਪਟਨ ਨੂੰ ਆਉਂਦੀ ਰਹੇਗੀ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਜੀ ਹਾਂਜੀ ਡਾਕਟਰ ਸਾਹਿਬ ਆਪ ਜੀ ਕੀ ਕਹਿਣਾ ਚਾਹੋਗੇ ਕਿ ਜਿਸ ਤਰ੍ਹਾਂ ਨੰਬਰ ਵੱਧ ਰਹੇ ਹਨ ਘਰਾਂ ਦੇ ਵਿੱਚ 3 ਜਨਰੇਸ਼ਨ ਰਹਿੰਦੀਆਂ ਹਨ ਕੀ ਗਵਰਨਮੈਂਟ ਨੂੰ ਵੈਸੇ ਤੇ ਆਪਾਂ ਨੂੰ ਜ਼ਿਆਦਾ ਉੱਤਰ ਨਹੀਂ ਦੇ ਸਕਣਗੇ ਕੋਈ ਇਹੋ ਜਿਹੀ ਵੀ ਅਪਰੋਚ ਕਰਨੀ ਚਾਹੀਦੀ ਆ ਗਵਰਨਮੈਂਟ ਤੱਕ ਕਿ ਕੋਈ ਨਾ ਕੋਈ ਮੋਟਲ ਹੋਟਲਸ ਇਹੋ ਜਿਹੀ ਅਕੋਮੋਡੇਸ਼ਨ ਹੋਵੇ ਕਿ ਜੇਕਰ ਕਿਸੇ ਘਰ ਦੇ ਵਿੱਚ ਹੋ ਜਾਂਦਾ ਹੈ ਤੇ ਇਨਸਟੈਡ ਆਫ ਉਹਨੂੰ ਘਰ 'ਚ ਰੱਖਿਆ ਜਾਵੇ ਉਹਨੂੰ ਤੁਸੀਂ ਬਾਹਰ ਭੇਜ ਦਿਓ ਕਿ ਇਹ ਠੀਕ ਤਰੀਕਾ ਹੋ ਸਕਦਾ ਜੀ ਹਾਂਜੀ ਸੋ ਇਹ ਹੈਗੇ ਆਈਸੋਲੇਸ਼ਨ ਸੈਂਟਰਸ ਜੀ ਆਈਸੋਲੇਸ਼ਨ ਸੈਂਟਰ ਹੈਗੇ ਮਿਸਿਸਾਗਾ ਦੇ ਵਿੱਚ ਤੇ ਇੱਕ ਬ੍ਰੈਂਪਟਨ ਦੇ ਵਿੱਚ ਖੁੱਲੂਗਾ ਸ਼ੋਰਟਲੀ ਪਰ ਆਪਾਂ ਨੂੰ ਆਬਵੀਅਸਲੀ ਮੋਰ ਦੈਨ 1 ਚਾਹੀਦਾ ਕਰਕੇ ਆਪਣਾ ਪੋਪੂਲੇਸ਼ਨ ਵੱਡਾ ਹੈਗਾ ਇਹ ਹੈਗੀ ਜਿਹੜੀ ਸਾਡੀ ਟਾਸਕ ਫੋਰਸ ਹੈਗੀ ਆ ਇੱਕ ਤੇ ਹੈਗੀ ਇੱਕ ਜਿਹੜਾ ਸਾਡਾ ਮਿਸ਼ਨ ਹੈਗਾ that ਅਸੀਂ ਇਨਕਰੀਜ਼ ਕਰੀਏ ਐਜੂਕੇਸ਼ਨ ਅਮੰਗਸਟ ਆਰ ਕਮਿਊਨਿਟੀ ਹੋਰ ਸਾਡੀ ਜਿੱਦਾਂ ਆਰਮ ਹੈਗੀ ਆ ਜਿਹੜੀ ਇਸ ਇਦਾਂ ਦੀਆਂ ਚੀਜ਼ਾਂ ਇਸ ਗੋਇੰ ਟੂ ਸੌਰਟ ਆਫ ਐਡਵੋਕੇਟ ਫॉर ਓਕੇ ਇੱਕ ਤੇ ਹੈਗਾ ਆਈਸੋਲੇਸ਼ਨ ਸੈਂਟਰਸ ਨੰਬਰ 2 ਹਾਂਜੀ ਸਾਨੂੰ ਪਤਾ ਹਸਪੀਟਲ ਜਿਹੜਾ ਇੱਕ ਹਸਪੀਟਲ ਇੰਨੀ ਜ਼ਿਆਦਾ ਦੁਨੀਆ ਵਾਸਤੇ ਇੰਨੀ ਦੇਰ ਹੋ ਗਈ that we need another hospital but ਇਹ ਹੈਗੀ ਜਿਹੜੀ long term I think ਜਿਹੜਾ pandemic highlight ਹੋਇਆ that we were underfunded in the Brampton area Peel region ਜੀ But like all over, I can say all over Ontario, healthcare has been in need for a very long time. But apna hun jada highlight hoya Brampton de vich.
ਇਹ ਵੀ ਹੈਗੀ ਹੈ ਜਿਹੜਾ ਲੌਂਗ ਟਰਮ ਵਾਸਤੇ ਅਸੀਂ ਟਾਸਕ ਫੋਰਸ ਵਗੈਰਾ ਲੌਬੀ ਵਗੈਰਾ ਅਸੀਂ ਸਾਰੇ ਮਿਨਿਸਟਰਸ ਵਗੈਰਾ ਸਾਰਿਆਂ ਨੂੰ ਕਹਿੰਦੇ ਆ, ਪਰ ਇਹ ਜਿਹੜੇ ਸੋਲੂਸ਼ਨ ਹੈਗਾ ਇਹ ਲੌਂਗ ਟਰਮ ਹੈਗਾ ਜਿਹੜਾ ਆਪਾਂ ਹੁਣ ਕਰ ਸਕਦੇ ਹੈਗੇ ਆ। we're working on the isolation centers, ਇਹ ਜਿਹੜੇ ਫੰਡਿੰਗ ਵਗੈਰਾ ਇਹ ਫੈਡਰਲ ਲੈਵਲ ਤੋਂ ਆਉਂਦੀ ਆ ਜੀ। ਜਿਹੜਾ ਅਸੀਂ ਹੋਰ ਕੁਝ ਕਰਦੇ ਆ ਦਾ ਟੈਸਟਿੰਗ ਸੈਂਟਰ, ਸਾਨੂੰ ਪਤਾ that ਜਿਹੜੇ ਆਪਣੇ ਲੋਕੀ ਜਿਹੜੀਆਂ ਜੌਬਾਂ ਕਰਦੇ ਆ ਉਹਨਾਂ ਵਾਸਤੇ ਬਹੁਤ ਮੁਸ਼ਕਲ ਆ ਅਪਾਇੰਟਮੈਂਟ ਬਣਾਉਣ ਲਈ, ਰਾਈਟ? ਸੋ ਸਾਨੂੰ ਚਾਹੀਦੀਆਂ ਜਿਹੜੀਆਂ ਟੈਸਟਿੰਗ ਸੈਂਟਰ ਜਿਹੜੇ ਤੁਸੀਂ ਜਸਟ ਵਾਕ ਇਨ ਕਰਕੇ ਕਰ ਸਕਦੇ ਆ। ਸੋ ਇਹ ਵੀ ਅਸੀਂ ਚੀਜ਼ ਜਿਹੜੀ ਅਸੀਂ ਕਹਿੰਦੇ ਪਏ ਆ ਸਾਨੂੰ ਇਹ ਚਾਹੀਦੀ ਆ, ਸਪੈਸ਼ਲੀ ਇਨ ਦ ਪੀਅਰ ਰੀਜਨ। ਪਰ ਜਦੋਂ ਅਸੀਂ ਨੰਬਰਸ ਦੇਖਦੇ ਆ ਜਿਹੜੀਆਂ ਹੈਗੀਆਂ ਅਸੈਸਮੈਂਟ ਸੈਂਟਰਸ ਆ ਜਿੰਨੇ ਉਹਨਾਂ ਦੀ ਕੈਪੈਸਿਟੀ ਹੈਗੀ ਆ ਟੈਸਟ ਕਰਨ ਲਈ ਆਪਣੇ ਪੀਅਰ ਰੀਜਨ ਦੇ ਵਿੱਚ ਘੱਟ ਆ। ਆਪਣੇ ਜਿਹੜੇ ਲੋਕੀ ਆ ਉਹ ਈਦਰ ਡਰਦੇ ਆ ਟੈਸਟ ਤੋਂ, ਮੇਬੀ ਉਹਨਾਂ ਨੂੰ ਲੱਗਦਾ ਜਾਂ ਦੁਖਦਾ ਹੈਗਾ ਔਰ ਇਦਾਂ ਹੈਗਾ। ਮੇਰੇ ਟੈਸਟ ਮੈਂ ਪਰਸਨਲੀ ਤੁਹਾਨੂੰ ਦੱਸੀ ਮੈਂ 2 ਵਾਰੀ ਮੇਰੇ ਆਪ ਹੋਇਆ, ਥੋੜੀ ਜਿਹੀ ਡਿਸਕੰਫਰਟ ਹੈਗੀ ਆ ਪਰ ਬਹੁਤ ਥੋੜੀ ਆ ਤੇ ਫਿਰ ਠੀਕ ਆ। ਇਹ ਤੁਸੀਂ ਸਮਝੋ ਇਹ ਕਿਸਮ ਦੀ ਸੇਵਾ ਹੈਗੀ ਆ। ਜੇ ਤੁਸੀਂ ਆਪਣੇ ਆਪ ਨੂੰ ਆਇਡੈਂਟੀਫਾਈ ਕਰ ਸਕਦੇ ਮੇਰੇ ਕੋਲ ਕੋਵਿਡ ਆ, ਤੁਸੀਂ ਹੋਰਾਂ ਨੂੰ ਬਚਾ ਸਕਦੇ ਆ। ਓਕੇ, ਇਹ ਹੈਗੀ ਇੱਕ ਚੀਜ਼। ਅਸੀਂ ਆਲਸੋ ਬੇਨਤੀ ਕਰਦੇ ਹਾਂ ਕਿ ਜੇ ਤੁਹਾਨੂੰ ਲੱਗਦਾ ਤੁਸੀਂ ਕਿਸੇ ਦੇ ਨਾਲ ਕੰਟੈਕਟ ਕੀਤਾ ਔਰ ਤੁਸੀਂ ਕੋਈ ਤੁਹਾਡੇ ਕੋਲ ਸਿੰਪਟਮਸ ਹੈਗੇ ਆ, ਪਲੀਜ਼ ਗੋ ਆਊਟ ਐਂਡ ਗੈਟ ਟੈਸਟਡ। ਪਲੀਜ਼ ਤੁਸੀਂ ਜਾਓ ਤੇ ਟੈਸਟ ਕਰਾਓ। ਓਕੇ, ਐਂਡ ਤੀਸਰੀ ਹੈਗੀ ਆ ਜਿਹੜੇ ਸਿੰਪਟਮ ਵੀ ਹੈਗੇ ਆ ਨਾ ਇਹ ਬਹੁਤ ਡਿਫਰੈਂਟ ਹੈਗੇ ਆ। ਆਈ ਥਿੰਕ ਆਪਣੀ ਕਮਿਊਨਿਟੀ ਵਿੱਚ ਕਰਕੇ ਆਪਾਂ ਆਲਵੇਜ਼ ਸਮਝੇ ਉਹ ਜੇ ਫਲੂ ਹੈਗਾ ਤੁਹਾਡੇ ਕੋਲ ਕੋਵਿਡ ਹੈਗਾ। ਹਾਂਜੀ, ਜਿਹੜੇ ਫਲੂ ਦੇ ਜਿਹੜੇ ਸਿੰਪਟਮ ਹੈਗੇ ਆ, ਜਿਹੜੀ ਖੰਘ, ਗਲਾ ਦੁਖਦਾ, ਜਿੱਦਾਂ ਸਾਹ ਬੰਦ ਹੁੰਦਾ, ਉਹ ਹੈਗੀਆਂ ਸਿੰਪਟਮਸ। ਪਰ ਜਦੋਂ ਢਿੱਡ ਦੁਖਦਾ, ਸਮ ਲੋਕੀ ਆਉਂਦੇ ਆ ਜਿਹਨਾਂ ਨੂੰ ਜਦ ਲੂਸ ਮੋਸ਼ਨਸ ਵਗੈਰਾ ਹੈਗੇ ਆ, ਹੱਡ ਪੈਰ ਟੁੱਟਦੇ ਆ, ਉਦਾਂ ਵੀਕ ਫੀਲ ਕਰਦੇ ਆ, ਉਹ ਵੀ ਕੋਵਿਡ ਹੋ ਸਕਦੀ ਆ। ਸੋ ਅਸੀਂ ਕਹਿੰਦੇ ਜੇ ਤੁਹਾਡੇ ਕੋਲ ਇਦਾਂ ਦੇ ਸਿੰਪਟਮ ਹੈਗੇ ਆ ਪਲੀਜ਼ ਟੈਸਟ ਕਰਾਓ। ਸੋ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਫਲੂ ਦੇ ਸਿੰਪਟਮ ਤੇ ਕੋਵਿਡ ਦੇ ਸਿੰਪਟਮ ਜਿਹੜੇ ਅਲੱਗ-ਅਲੱਗ ਹਨ ਤੇ ਆਮ ਆਦਮੀ ਨੂੰ ਪਤਾ ਨਹੀਂਗਾ ਕਿ ਕੋਵਿਡ ਦੇ ਕਿਹੜੇ ਹਨ ਤੇ ਫਲੂ ਦੇ ਕਿਹੜੇ ਹਨ। ਸੋ ਉਹਦੇ ਲਈ ਬੈਸਟ ਇਹੋ ਆ ਕਿ ਟੈਸਟ ਕਰਾਇਆ ਜਾਵੇ। ਹਾਂਜੀ, 100%। ਜੇ ਤੁਹਾਡੇ ਕੋਲ ਜੇ ਤੁਸੀਂ ਡਾਊਟ ਹੈਗਾ ਤੁਹਾਡੇ ਮਨ ਵਿੱਚ ਔਰ ਇਵਨ ਜੇ ਤੁਹਾਡੇ ਮਨ ਨੂੰ ਕ੍ਰਾਸ ਹੋਇਆ that ਇਹ ਕੋਵਿਡ ਹੋ ਸਕਦਾ, go and get tested। ਔਰ ਉਨੀ ਦੇਰ ਤੱਕ ਆਪਣੀ ਫੈਮਿਲੀ ਤੋਂ ਅਲੱਗ ਰਹੋ ਜਿੰਨੀ ਦੇਰ ਤੱਕ ਰਿਜ਼ਲਟ ਨਹੀਂ ਆ ਜਾਂਦਾ, ਜਾਂ ਫਿਰ ਆਪਸ ਵਿੱਚ ਤੁਸੀਂ ਮਿਲ ਸਕਦੇ ਹੋ, ਆਪਸ ਵਿੱਚ ਤੁਸੀਂ ਬੈਠ ਕੇ ਗੱਲਾਂ ਬਾਤਾਂ ਕਰ ਸਕਦੇ ਹੋ, ਜਾਂ ਫਿਰ ਆਈਸੋਲੇਸ਼ਨ 'ਚ ਚਲੇ ਜਾਵੇ ਉਹ ਬੰਦਾ। ਤੁਹਾਨੂੰ ਆਈਸੋਲੇਸ਼ਨ ਦੇ ਵਿੱਚ ਸੋ ਤੁਸੀਂ ਜਾਓ ਟੈਸਟ ਕਰਾਓ, ਵਾਪਸ ਘਰ ਆਓ, ਸਿੱਧਾ ਘਰ, ਗਰੋਸਰੀ ਨੂੰ ਨਾ ਜਾਓ, ਇੱਥੇ ਨਾ ਜਾਓ, ਉੱਥੇ ਨਾ ਜਾਓ, ਘਰ ਜਾਓ ਡਾਇਰੈਕਟਲੀ ਤੇ ਆਈਸੋਲੇਟ ਕਰੋ। ਤੇ ਜਿੱਦਾਂ ਅੰਕਲ ਜੀ ਨੇ ਕਿਹਾ ਸੀ that ਜਿਹੜਾ ਕਮਰਾ ਆਈਡੀਅਲੀ ਹੋਗਾ ਜੇ ਤੁਸੀਂ ਇੱਕ ਕਮਰੇ ਦੇ ਵਿੱਚ ਜਿੱਥੇ ਤੁਹਾਡਾ ਸੈਪਰੇਟ ਬਾਥਰੂਮ ਹੈਗਾ ਨਾ ਉਹ ਆਈਡੀਅਲ ਹੈਗਾ। ਠੀਕ। ਡਾਕਟਰ ਜਸਦੀਪ ਜੀ ਸਾਡੇ ਨਾਲ ਪਲੀਜ਼ ਇਸੇ ਪ੍ਰਕਾਰ ਬਣੇ ਰਹੋ। ਅਸੀਂ ਕੁਝ BC ਦੇ ਦਰਸ਼ਕਾਂ ਤੇ ਸਰੋਤਿਆਂ ਬਾਰੇ ਵੀ ਤੁਹਾਡੇ ਤੋਂ ਜਾਣਕਾਰੀ ਲੈਣੀ ਚਾਹੁੰਦੇ ਹਾਂ ਕਿ ਤੁਹਾਡੀ ਗਵਰਨਮੈਂਟ ਨੇ ਵੀ ਆਈਸੋਲੇਸ਼ਨ ਵਾਸਤੇ ਕੋਈ ਫੰਡ, ਕੋਈ ਜਗ੍ਹਾ ਨਿਯੁਕਤ ਕੀਤੀਆਂ ਹਨ? ਹਾਂਜੀ ਅੰਕਲ ਜੀ, BC ਦੇ ਵਿੱਚ ਕਮਿਊਨਿਟੀ ਸੈਲਫ ਆਈਸੋਲੇਸ਼ਨ ਸੈਂਟਰ ਹੈਗੇ ਆ। ਉਹ ਹੈਗੀ ਹੈ ਸਾਈਟਸ, ਵੈਬਸਾਈਟ ਵੀ ਹੈਗੀ ਆ, ਉਹ ਸਾਰੇ ਦਰਸ਼ਕ ਦੇਖ ਸਕਦੇ ਆ। ਸਾਰੇ ਡਿਫਰੈਂਟ ਕਮਿਊਨਿਟੀਜ਼ ਦੇ ਵਿੱਚ ਹੈਗੀਆਂ। ਤੇ ਸਰੀ ਦੇ ਵਿੱਚ ਖਾਸ ਕਰਕੇ ਸਰੀ ਦੇ ਜਾਂ ਐਬਸਫੋਰਡ ਦੇ ਵਿੱਚ ਟੈਸਟਿੰਗ ਸੈਂਟਰ ਕਿੱਥੇ ਹਨ ਤੇ ਲੋਕੀ ਕਿੱਥੇ ਜਾ ਸਕਦੇ ਹਨ? ਸੋ ਸਰੀ ਦੇ ਵਿੱਚ ਟੈਸਟ ਸੈਂਟਰ ਹੈਗੇ ਆ, ਉਹ ਯੂਜੂਅਲੀ ਉਹਨਾਂ ਨੇ ਵੈਬਸਾਈਟ ਤੇ ਲੱਗੇ ਹੋਏ ਕਿ ਤੁਸੀਂ ਦੇਖ ਸਕਦੇ ਆ, ਸੰਪਰਕ ਕਰ ਸਕਦੇ ਆ, ਰਾਈਟ? ਤੇ BC ਦੇ ਵਿੱਚ ਤੁਹਾਨੂੰ ਅਪਾਇੰਟਮੈਂਟ ਬਣਾਉਣ ਦੀ ਲੋੜ ਨਹੀਂ ਹੁੰਦੀ ਆ। ਤੁਸੀਂ ਜੇ ਤੁਹਾਨੂੰ ਲੱਗਦਾ ਤੁਹਾਨੂੰ ਟੈਸਟਿੰਗ ਦੀ ਲੋੜ ਹੈਗੀ, ਤੁਸੀਂ ਜਾ ਕੇ ਟੈਸਟ ਆਪਣਾ ਕਰਾ ਸਕਦੇ ਆ। ਤੇ ਜੇ ਕਿਸੇ ਨੂੰ ਕੋਈ ਕੁਐਸਚਨ ਵੀ ਹੈਗੇ, ਉਹ 811 ਇੱਕ ਨੰਬਰ ਹੈਗਾ, ਉਹਨਾਂ ਨੂੰ ਵੀ ਫੋਨ ਕਰਕੇ ਤੁਸੀਂ ਪੁੱਛ ਸਕਦੇ ਆ। ਤੇ ਆਪਣੇ ਜੇ ਸਿੰਪਟਮ ਵੀ ਜਿੱਦਾਂ ਸਿੰਪਟਮਸ ਹੈਗੇ, ਲੱਛਣ ਹੈਗੇ, ਉਹ ਤੁਸੀਂ ਉਹਨਾਂ ਨੂੰ ਦੱਸ ਸਕਦੇ ਆ ਤੇ ਉਹਨਾਂ ਨਾਲ ਗੱਲਬਾਤ ਐਡਵਾਈਸ ਵੀ ਲੈ ਸਕਦੇ ਆ। ਠੀਕ ਹੈ। ਜਦੋਂ ਕਿਸੇ ਨੂੰ ਮਹਿਸੂਸ ਹੁੰਦਾ ਕਿ ਮੈਨੂੰ ਇਹ ਜਿਹੇ ਸਿੰਪਟਮ ਹਨ, ਇਹ ਫਲੂ ਦੇ ਹਨ ਜਾਂ ਕੋਵਿਡ ਦੇ, ਉਹਨੂੰ ਨਹੀਂ ਪਤਾ ਲੱਗਦਾ ਕਿ ਕੀ ਮੈਂ ਖਾਣਾ ਹੈ ਕੀ ਪੀਣਾ, ਕਿਹੋ ਜਿਹੀ ਮੈਡੀਸਨ ਜਾਂ ਕਿਹੋ ਜਿਹਾ ਲਿਕੁਇਡ ਲਿਆ ਜਾਵੇ? ਸੋ ਜਿੱਦਾਂ ਤੁਸੀਂ ਨਾਰਮਲੀ ਫਲੂ ਦੇ ਨਾਲ ਤੁਸੀਂ ਕਰਦੇ ਹੈਗੇ, ਜਿੱਦਾਂ ਲੋਟਸ ਯੂ ਹਾਈਡਰੇਟ ਯੋਰਸੈਲਫ, ਬਹੁਤ ਪਾਣੀ ਪੀਣਾ, ਜਿਹੜਾ ਖਾਣਾ ਤੁਸੀਂ ਈਜ਼ੀਲੀ ਡਾਈਜੈਸਟ ਕਰ ਸਕਦੇ, ਮੋਸਟਲੀ ਸੂਪਸ, ਉਦਾਂ ਹੀ ਚੀਜ਼ਾਂ, ਰਾਈਟ? ਉਹ ਤੁਸੀਂ ਲੈ ਸਕਦੇ ਆ।
ਜਿੱਦਾਂ normally you treat a flu ਉਦਾਂ ਤੁਸੀਂ ਕਰੋਗੇ, right? ਠੀਕ। ਤੇ ਅਗੇਨ ਜੇ ਕੋਈ ਕੁਐਸਚਨ ਹੈਗਾ ਤੁਸੀਂ ਨਰਸ ਦੇ ਨਾਲ ਗੱਲ ਕਰ ਸਕਦੇ, ਡਾਕਟਰ ਨਾਲ ਗੱਲ ਕਰ ਸਕਦੇ। BC ਦੇ ਵਿੱਚ they also do home monitoring, right? So ਜੇ ਕਿਸ ਨੂੰ ਪਤਾ ਲੱਗਦਾ ਹੈਗਾ ਕਿ ਜੇ ਕੋਵਿਡ ਹੈਗਾ ਉਹਨਾਂ ਉਹ ਟੱਚ ਰਹਿੰਦੇ ਆ ਫਿਰ ਤੁਹਾਡੇ ਨਾਲ। ਬ੍ਰਿਗੇਡੀਅਰ ਸਾਹਿਬ ਪਲੀਜ਼ ਤੁਸੀਂ ਵੀ ਹਾਂਜੀ, ਮੈਂ ਡਾਕਟਰ ਸਾਹਿਬ ਤੋਂ 2 ਸਵਾਲ ਪੁੱਛਣੇ ਸੀ। ਇੱਕ ਤਾਂ ਇਹਨਾਂ ਨੇ ਟੈਸਟ ਬਾਰੇ ਕਿਹਾ ਕਿ ਜਿਵੇਂ ਕਿ ਟੈਸਟ ਦੀ ਕੈਪੈਸਿਟੀ ਕਾਫੀ ਆ, ਆਪਣੀ ਜਿਹੜੀ ਕਮਿਊਨਿਟੀ ਵਾਲੇ ਆ ਥੋੜੇ ਜਿਹੇ ਸ਼ਾਈ ਨੇ ਟੈਸਟ ਕਰਵਾਉਣ ਤੋਂ। ਇਹ ਮੇਰੀ ਵੀ ਆਬਜ਼ਰਵੇਸ਼ਨ ਹੈ, ਤੁਹਾਡੀ ਵੀ ਆਬਜ਼ਰਵੇਸ਼ਨ ਹੈ। ਇੱਕ ਤਾਂ ਇਹਦੇ ਲਈ ਕਿਸ ਤਰ੍ਹਾਂ ਲੋਕਾਂ ਨੂੰ ਮੋਟੀਵੇਟ ਕੀਤਾ ਜਾਵੇ ਕਿ ਜਦੋਂ ਵੀ ਤੁਹਾਨੂੰ ਕਦੀ ਸ਼ੱਕ ਪੈਂਦੀ ਹੈ, ਕੋਈ ਗੱਲ ਨਹੀਂ, ਟੈਸਟ ਫ੍ਰੀ ਹੈ। ਜਿਵੇਂ ਤੁਸੀਂ ਦੱਸਿਆ ਕਿ ਇਹਦਾ ਕੋਈ ਵੱਡੀ ਪ੍ਰੋਬਲਮ ਨਹੀਂ ਹੁੰਦੀ। ਮੈਂ ਵੀ ਇੱਕ ਵਾਰੀ ਕਰਵਾਇਆ ਸੀ ਜਦੋਂ ਮੈਨੂੰ ਸ਼ੱਕ ਪਈ ਸੀ। ਤੇ ਜਦੋਂ ਵੀ ਥੋੜੀ ਸ਼ੱਕ ਪੈਂਦੀ ਹੈ ਤੁਸੀਂ ਉਹ ਡਰਾਈਵ ਇਨ ਸੈਂਟਰ ਹੈ ਉਹਨਾਂ ਨੇ ਤੁਸੀਂ ਕਾਰ 'ਚ ਬੈਠੇ ਰਹਿਣਾ, ਕਿਸੇ ਨੇ ਤੁਹਾਨੂੰ ਡਰਾਈਵ ਕਰ ਦੇਣਾ ਔਰ ਤੁਸੀਂ ਆਪਣਾ ਟੈਸਟ ਕਰਵਾ ਕੇ ਮਤਲਬ ਸੁਰਖਰੂ ਹੋ ਸਕਦੇ ਆ ਵੀ ਨਹੀਂ ਮੈਨੂੰ ਹੈ ਜਾਂ ਨਹੀਂ ਹੈ। ਦੂਸਰਾ ਇਹ ਦੱਸੋ ਤੁਸੀਂ ਦੋਨੋਂ ਡਾਕਟਰ ਸਾਹਿਬ ਕਿ ਆਪਣੀ ਕਮਿਊਨਿਟੀ 'ਚ ਇਹ ਬਹੁਤ ਵੱਡਾ ਸਟਿਗਮਾ ਹੈ। ਜਿਵੇਂ ਪਹਿਲਾਂ ਹੁੰਦਾ ਸੀ ਕਿਸੇ ਨੂੰ HIV ਹੋ ਗਿਆ ਉਹ ਤਾਂ ਲੁਕਾਉਂਦੇ ਹੁੰਦੇ ਸੀਗੇ, ਠੀਕ ਹੈ ਜੀ, ਉਹ ਦੱਸਦੇ ਨਹੀਂ ਸੀਗੇ ਵੀ ਪਤਾ ਨਾ ਲੱਗ ਜਾਏ, ਬੜਾ ਸੁਸਾਇਟੀ 'ਚ ਮੂੰਹ ਲੁਕਾਉਣਾ ਪੈਂਦਾ। ਪਰ ਇਹ ਤਾਂ ਕੋਵਿਡ ਤਾਂ ਬਹੁਤ ਲੋਕਾਂ ਨੂੰ ਹੋ ਗਿਆ, ਲੱਖਾਂ ਕਰੋੜਾਂ ਨੂੰ ਹੋ ਰਿਹਾ। ਇਹ 'ਚ ਕੋਈ ਤੁਹਾਡਾ ਕੋਈ ਵੱਡਾ ਕਸੂਰ ਨਹੀਂ ਆ। ਹਾਂ ਜ਼ਰੂਰੀ ਹੈ ਕਿ ਬੱਚੇ ਤੁਹਾਨੂੰ ਜ਼ਰੂਰ ਕਹਿਣਗੇ ਕਿ ਤੁਸੀਂ ਪ੍ਰੀਕਾਸ਼ਨ ਨਹੀਂ ਲਏ ਔਰ ਥੋੜਾ ਕਰਨਗੇ, ਪਰ ਲੁਕਾਉਣ ਦੀ ਇਹ ਸਾਡੀ ਕਮਿਊਨਿਟੀ 'ਚ ਉਹਦੇ ਨਾਲ ਕੀ ਨੁਕਸਾਨ ਹੋ ਸਕਦੇ ਔਰ ਕਿਸ ਤਰ੍ਹਾਂ ਲੋਕਾਂ ਨੂੰ ਅਸੀਂ ਮੋਟੀਵੇਟ ਕਰ ਸਕਦੇ ਹਾਂ। ਜੇ ਕਿਸੇ ਨੂੰ ਹੋ ਜਾਂਦਾ ਤੁਸੀਂ ਸਗੋਂ ਆਪਣੇ ਮਹੱਲੇ 'ਚ ਆਪਣੇ ਦੋਸਤਾਂ ਮਿੱਤਰਾਂ 'ਚ ਜਾਂ ਫੈਮਿਲੀ 'ਚ ਦੱਸ ਦਿਓ ਕਿ ਮੈਨੂੰ ਕੋਵਿਡ ਹੈ, ਤਾਂ ਕਿ ਉਹ ਵੀ ਨਾ ਤੁਹਾਡੇ ਕੋਲ ਆਉਣ ਤਾਂ ਵਿਲੀ ਨਿੱਲੀ ਕਿਸੇ ਦਾ ਨੁਕਸਾਨ ਵੀ ਨਾ ਹੋਵੇ। ਔਰ ਇਹਨੂੰ ਲੁਕਾਉਣ ਦੀ ਕੀ ਲੋੜ ਹੈ, ਇਹਦੇ ਬਾਰੇ ਥੋੜਾ ਜਿਹਾ ਤੁਸੀਂ ਦੱਸੋ। ਜੀ ਜੀ ਡਾਕਟਰ ਸਾਹਿਬ। ਹਾਂਜੀ, ਤੁਸੀਂ ਤੁਹਾਡੀ ਗੱਲ ਬਿਲਕੁਲ ਠੀਕ ਹੈ। ਇਹ ਇਦਾਂ ਦੀ ਬਿਮਾਰੀ ਹੈਗੀ, ਕੋਈ ਬਿਮਾਰੀ ਨੂੰ ਕੋਈ ਲੁਕਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ। ਆਪਣੇ ਆਪ ਨੂੰ ਕੰਫਰਟੇਬਲ ਫੀਲ ਕਰਨਾ ਚਾਹੀਦਾ। ਤੇ ਐਕਚੁਅਲੀ ਜੋ ਤੁਸੀਂ ਕਿਸ ਸਾਰਿਆਂ ਦੇ ਫੈਮਿਲੀ ਦੇ ਨਾਲ ਤੁਸੀਂ ਸ਼ੇਅਰ ਕਰੋਗੇ, ਤੁਸੀਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰੋਗੇ ਕਿ ਜੇ ਤੁਹਾਨੂੰ ਹੋਇਆ, ਇੱਕ ਤਾਂ ਤੁਸੀਂ ਉਹਨਾਂ ਨੂੰ ਪ੍ਰੋਟੈਕਟ ਕਰੋਗੇ ਕਿਉਂਕਿ ਉਹ ਥੋੜੀ ਦੇਰ ਆਪਣਾ ਜਿਹੜੇ 2 ਹਫ਼ਤੇ ਜਿਹੜੇ ਜਿੱਦਾਂ ਡਾਕਟਰ ਨੇ ਕਿਹਾ ਹੋਇਆ ਕਿ ਤੁਸੀਂ ਪਰੇ ਰਹੋ, ਰਾਈਟ, ਆਪਣੇ ਘਰਾਂ 'ਚ ਰਹੋ, ਉਹ ਕਰੋਗੇ। ਦੂਸਰੀ ਗੱਲ ਇਹ ਹੈਗੀ ਹੈ ਕਿ ਉਹਨਾਂ ਨੂੰ ਪਤਾ ਲੱਗੂਗਾ ਕਿ ਰੀਅਲ ਬਿਮਾਰੀ ਰੀਅਲ ਹੈਗੀ ਹੈ, ਕਿ ਅਸੀਂ ਕਿਸ ਨੂੰ ਹੁਣ ਜਾਣਦੇ ਹੈਗੇ ਕਿ ਇਹ ਹੁੰਦੀ ਹੈ, ਰਾਈਟ। ਤੇ ਉਹ ਵੀ ਉਹਨਾਂ ਨੂੰ ਥੋੜਾ ਹੋਰ ਮੋਟੀਵੇਟ ਹੋ ਜਾਊਗਾ ਕਿ ਅਸੀਂ ਵੀ ਆਪਣਾ ਦੇਖ ਲਈਏ। ਜਿੱਦਾਂ ਅਸੀਂ ਬਾਹਰ ਜਾਂਦੇ ਹਾਂ, ਜਿੱਦਾਂ ਭੈਣ ਜੀ ਨੇ ਦੱਸਿਆ ਹੈਗਾ ਕਿ ਬਾਹਰ ਜਾਣਾ ਤੁਸੀਂ ਆਪਣਾ ਮਾਸਕ ਪਾਉਣਾ, ਰਾਈਟ, ਹੱਥ ਧੋਣੇ ਹੈਗੇ ਆ, ਜਿਹੜੀਆਂ ਸਾਰੀਆਂ ਹਦਾਇਤਾਂ ਉਹਨਾਂ ਨੇ ਸਾਨੂੰ ਦਿੱਤੀਆਂ ਹੋਈਆਂ, ਉਹ ਲੋਕਾਂ ਨੂੰ ਮੋਟੀਵੇਟ ਹੋਇਆ ਕਿ ਹਾਂਜੀ ਇਹ ਰੀਅਲ ਹੈਗੀ ਆ, ਅਸੀਂ ਜਾਣਦੇ ਹੈਗੇ ਆ ਤੇ ਇਹ ਚੀਜ਼ ਠੀਕ ਹੈ। ਤੇ ਨਾਲੇ ਤੀਸਰੀ ਗੱਲ ਹੈਗੀ ਜੇ ਤੁਸੀਂ ਕਿਸੇ ਨੂੰ ਦੱਸੋਗੇ ਉਹ ਵੀ ਉਹ ਵੀ ਤੁਹਾਡੀ ਸਪੋਰਟ ਵੀ ਕਰ ਸਕਦੇ ਆ, ਮੋਰਲ ਸਪੋਰਟ ਵੀ ਮਿਲ ਜਾਂਦੀ ਹੈ, ਰਾਈਟ। ਇਸ ਜਿਹੜੇ ਟਾਈਮ ਵਿੱਚ ਹੈਗਾ ਅਸੀਂ ਹੁਣ ਸੋਸ਼ਲ ਆਈਸੋਲੇਸ਼ਨ ਕਰਦੇ ਪਏ ਹਾਂ, ਦਿਸ ਇਜ਼ ਵੈਰੀ ਮਚ ਨੀਡਡ। ਪਰ ਕਈ ਬੰਦੇ ਉਹਨਾਂ ਨੂੰ ਡਰ ਹੈਗਾ ਕਿ ਜੇ ਅਸੀਂ ਦੱਸੀਏ ਕਿਸ ਨੂੰ ਫਿਰ ਉਹ ਉਦਾਂ ਵੀ ਆਈਸੋਲੇਟ ਹੋ ਜਾਏਗਾ, ਕੋਈ ਗੱਲਬਾਤ ਨਹੀਂ ਹੋਏਗੀ, ਰਾਈਟ। ਤੇ ਜਿਹੜੀ ਸੋਸ਼ਲ ਆਈਸੋਲੇਸ਼ਨ ਉਹ ਇੱਕ ਚੀਜ਼ ਹੈਗੀ ਹੈ, ਜਿਹੜੀ ਮੈਂਟਲ ਇਮੋਸ਼ਨਲ ਆਈਸੋਲੇਸ਼ਨ ਹੈਗੀ ਹੈ ਉਹ ਸਾਨੂੰ ਕੋਈ ਲੋੜ ਨਹੀਂ ਹੈਗੀ। ਅਸੀਂ ਇੱਕ ਦੂਜੇ ਨਾਲ ਸ਼ੇਅਰ ਕਰ ਸਕਦੇ ਹਾਂ, ਇੱਕ ਦੂਜੇ ਨਾਲ ਵੀ ਸਪੋਰਟ ਕਰ ਸਕਦੇ ਹਾਂ, ਰਾਈਟ। ਤੇ ਮੈਂ ਜਸ ਇੱਕ ਚੀਜ਼ ਐਡ ਕਰਨਾ ਚਾਹੁੰਦੀ ਹਾਂ, ਆਪਣੀ ਕਮਿਊਨਿਟੀ ਵਿੱਚ ਆਪਾਂ ਆਲਵੇਜ਼ ਲੋਕੀ ਕਹਿੰਦੇ ਉਹ ਕੀ ਸਮਝ ਗਏ, ਉਹ ਲੋਕੀ ਕੀ ਕਹੋਗੇ, ਓਕੇ। ਜੇ ਆਪਾਂ ਇਹ ਮਨ ਦੇ ਵਿੱਚ ਰੱਖੋ, ਬਟ ਦੇਖੋ ਕੀ ਲੋਕੀ ਹੁਣ ਕਹਿੰਦੇ, ਸਾਰੇ ਲੋਕੀ ਜਿਹੜੇ ਨਹੀਂ ਸਾਊਥ ਏਸ਼ੀਅਨ, ਉਹ ਲੋਕੀ ਕਹਿੰਦੇ ਸਾਊਥ ਏਸ਼ੀਅਨ ਤੋਂ ਇਹ ਫੈਲਦੇ ਪਏ ਆ ਜਿਹੜੀ ਬਿਮਾਰੀ ਆ, right? So already ਆਪਾਂ ਲੋਕੀ ਕਹਿੰਦੇ ਪਏ ਆ ਆਪਣੇ ਬਾਰੇ, right? So ਇਸ ਕਰਕੇ ਆਪਾਂ ਸਾਰੇ together ਆਪਾਂ ਇਹ ਬਿਮਾਰੀ ਨੂੰ ਫਾਈਟ ਕਰ ਸਕਦੇ ਆ ਜੇ ਆਪਾਂ ਰੂਲਸ ਫਾਲੋ ਕਰਦੇ ਆ, ਆਪਣੇ ਆਪ ਨੂੰ ਪ੍ਰੋਟੈਕਟ ਕਰਦੇ ਆ, ਦੂਸਰੇ ਲੋਕਾਂ ਨੂੰ ਪ੍ਰੋਟੈਕਟ ਕਰਦੇ ਆ। ਬਾਹਰ ਜਾਓ, ਟੈਸਟ ਕਰਾਓ, ਘਰ ਰਹੋ, only go out of your house ਜੇ ਤੁਸੀਂ ਡਾਕਟਰ ਤੇ ਜਾਣਾ, ਸਕੂਲ ਤੇ ਜਾਣਾ, ਕੰਮ ਤੇ ਜਾਣਾ, just go, ਘਰ ਰਹੋ ਤੇ ਟੈਸਟ ਕਰਾਓ। ਡਾਕਟਰ ਸਿੰਪ੍ਰੀਤ ਜੀ, ਮੈਂ ਥੋੜਾ ਜਿਹਾ ਤੁਹਾਡੇ ਨਾਲ ਡਿਸਐਗਰੀ ਹਾਂ ਕਿ ਇਹ ਆਪਣੀ ਕਮਿਊਨਿਟੀ ਤੇ ਜ਼ਰੂਰ ਇੱਕ ਤਰ੍ਹਾਂ ਦਾ ਇਹ ਧੱਬਾ ਹੈ। ਇਹ ਕਿਹਾ ਜਾ ਰਿਹਾ ਹੈ ਕਿ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਜ਼ਿਆਦਾ ਹੈ, ਲੇਕਿਨ ਇੱਕ ਸਾਈਡ ਨੂੰ ਇਗਨੋਰ ਵੀ ਕੀਤਾ ਜਾ ਰਿਹਾ ਹੈ, ਜਿਸ ਤਰ੍ਹਾਂ ਜੋ ਪਹਿਲੋਂ ਮੈਂ ਦੱਸ ਚੁੱਕਾ ਹਾਂ ਕਿ ਫਰੰਟ ਲਾਈਨ ਵਰਕਰ ਹਨ। ਇਸ ਕਰਕੇ ਸਾਨੂੰ ਬਿਮਾਰੀ ਪਹਿਲੋਂ ਲੱਗੇਗੀ। ਜੇਕਰ ਸਿਪਾਹੀ ਹੈ, ਜੇਕਰ ਉਹ ਬਾਹਰ ਰਹੇਗਾ ਤੇ ਉਹਨੂੰ ਚਾਂਸਸ ਗੋਲੀ ਲੱਗਣ ਦੇ ਜ਼ਿਆਦਾ ਹੁੰਦੇ ਹਨ। ਜੇਕਰ ਫੌਜ ਦੇ ਵਿੱਚ ਕੋਈ
युद्ध हो रहा है तो उत्थे फौजियां नूं मरन दे ज़्यादा चांसिस हुंदे। इसे तरीके नाल जदों साडी कम्यूनिटी दे ट्रक ड्राइवर हन बहुत वड्डी जिहड़ी आ आलमोस्ट इस इंडस्ट्री दे विच साडा योगदान है, साडी गिनती है। सो नैचुरली जेकर वो बाहर जाणगे तो उन्होंने ये होने का ज़्यादा चांसिस होगा। सो ये एक ब्लेम ला देना, एक कह देना कि ये कम्यूनिटी नूं ज़्यादा, मैं थोड़ा जिहा इस प्रति जरूर अपने आप च डिस्टर्ब भी हाँ कि साडी कम्यूनिटी नूं क्यों टारगेट किया जा रहा है। जदों साडी कम्यूनिटी अप फ्रंट लाइन ते है तो इन्हां नूं ते होना, लेकिन जेकर एवरेज देखी जाए तो मैनूं जापदा जदों असीं एवरेज कड्डांगे तो इन्नी ज़्यादा नहीं होएगी साउथ एशियन कम्यूनिटी की। लेकिन सानू भी जदों कोई कहता है सानू दस्सण दी उन्हां नूं जरूरत है कि साडी कम्यूनिटी दे विच क्यों ज़्यादा है, दूजे जिहड़े आ कम्यूनिटियां दे विच क्यों नहीं ज़्यादा। ब्रिगेडियर साहब तुहाडा की मनना जी? कि जिवें असीं एनालाइज तां कीता की कारण ने, एक तां कारण देखिया फ्रंट लाइन वर्कर्स बहुत ने साडी कम्यूनिटी चों, पर जे असीं पूरा एनालाइज करिए साउथ हाल तो शुरू होके सरी तो इत्थे ब्रैम्पटन आ गई है, साडी कम्यूनिटी दे 20% ज्यादा केस ने। चलो मान लिया कि 10 तो 15% बिकॉज ऑफ फ्रंट लाइन वर्कर्स ने, पर जिहड़ा 5 तो 7% जिहड़ियां बाकियां कुताइयां हो रही, जिहड़ियां यू नो आइसोलेशन ठीक नहीं हो रही, गुरुद्वारा च भीड़ जा रही है, उत्थे प्रिकॉशन नहीं लाए जा रहे, शादियां च प्रिकॉशन नहीं लाए जाए, वो भी सानू हुण इस तरह है कि मीडिया जिहड़ा हैगा मेन स्ट्रीम मीडिया जां के पोलीटिकल पार्टीज उन्हां नूं जदों मौका मिलदा साडी कम्यूनिटी दा कोई वीकर पॉइंट, उन्होंने वीकर पॉइंट वो देखना जिहड़ा कि सानू नैगेटिविटी च दिखाउंदा, ना कि वो नहीं उन्होंने हाईलाइट करना कि इन्हां दे फ्रंट लाइन वर्कर्स बहुत है। वो तो सानू हुण मतलब उहनूं अगे लियाउणा पैना, पर उहदे नाल नाल क्योंकि असीं ज़्यादा बदनाम ना होए, इस वेले काफ़ी असीं कैनेडा दे विच बदनामी हो गई है, पर जिथे असीं प्लग कर सकते हैं फ्रंट लाइन वर्कर्स नूं तो नहीं कह सकते तुसीं कल तो डॉक्टर साहब नूं कहिए कि तुसीं काम ते जाना छड्ड दो, घर बैठ जाओ, ये तो जाणगे बेचारे, पर जिहड़े बाकी असीं सपोर्ट कर सकते हैं कि वो जिहड़ा 20% ज़्यादा है साडे केसेस वो 10 ते आ जाण, ताकि साडी कम्यूनिटी खासकर इत्थे ब्रैम्पटन दी वो बदनामी ना होवे जिहड़ी कि इस वेले कई कारणों करके हो रही है। विजिबल कम्यूनिटी है तो ਉਹਦੇ ਨਾਲ ਕੀ ਹੈ ਕਿ ਇੱਕ ਵਾਰੀ ਧੱਬਾ ਲੱਗ ਜਾਏ ਕਿ ਤੁਹਾਨੂੰ ਫਿਰ ਉਹ ਨੈਗੇਟਿਵ ਵੱਲ ਕੁਝ, ਕਿਉਂਕਿ ਸਾਡੀ ਕਮਿਊਨਿਟੀ ਨੇ ਪੋਲਿਟਿਕਸ 'ਚ ਕਾਫੀ ਅੱਗੇ ਵਧੇ ਆ, ਕਈ ਵਾਰੀ ਪੋਲੀਟੀਕਲ ਐਂਗਲ ਵੀ ਹੋ ਜਾਂਦੇ ਆ ਸਾਨੂੰ ਪਿੱਛੇ ਖਿੱਚਣ ਦੇ। ਬਿਲਕੁਲ ਐਗਰੀ ਜੀ ਪੋਲੀਟੀਕਲੀ ਵੀ ਇਸ ਨੂੰ ਜਿਹੜਾ ਵਾ ਕਮਿਊਨਿਟੀਆਂ ਜਿਹੜੀਆਂ ਲੈ ਲੈਂਦੀਆਂ ਵੀ ਜੇਕਰ ਇਹ ਕਮਿਊਨਿਟੀ ਇਸ ਕੰਮ ਦੇ ਵਿੱਚ ਅੱਗੇ ਆ ਇਸ ਨੂੰ ਕਿਸ ਤਰ੍ਹਾਂ ਥਾਂ ਲੈ ਕੇ ਆਉਣਾ। ਡਾਕਟਰ ਸਾਹਿਬਾਂ ਜੀ ਮੈਨੂੰ ਇਹ ਦੱਸੋ ਕਿ ਜਦੋਂ ਖਾਸ ਕਰਕੇ ਕੋਵਿਡ-19 ਦਾ ਖਤਰਾ ਹੁੰਦਾ ਹੈ ਜਾਂ ਹੋ ਜਾਂਦਾ ਹੈ ਤੇ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੈ ਕਿ ਕਾੜਾ ਪੀਣਾ ਚਾਹੀਦਾ ਹੈ, ਲਿਕੁਇਡ ਵੱਧ ਤੋਂ ਵੱਧ, ਤੁਸੀਂ ਪਹਿਲੋਂ ਕਿਹਾ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ। ਇਸ ਦੇ ਵਿੱਚ ਕਿਹੋ ਜਿਹਾ ਸਾਨੂੰ ਜਿਹੜਾ ਵਾ ਪਦਾਰਥ ਪਾ ਲੈਣੇ ਚਾਹੀਦੇ, ਕਹਿਣ ਦਾ ਭਾਵ ਕਿ ਸੌਂਫ ਪਾ ਲਈ ਜਾਵੇ, ਗ੍ਰੀਨ ਟੀ ਪਾ ਲਈ ਜਾਵੇ, ਇਹੋ ਜਿਹੀਆਂ ਚੀਜ਼ਾਂ ਕੋਈ ਨਾ ਕੋਈ ਜਿਸ ਨੂੰ ਕਾੜਾ ਕਹਿ ਦਿੰਦੇ ਹਾਂ, ਕੀ ਉਹ ਇਫੈਕਟ ਕਰਦਾ ਹੈ ਬਾਡੀ ਤੇ ਜੀ? ਸੋ ਜਦੋਂ ਅਸੀਂ ਕਹਿੰਦੇ ਨਾ ਜਿੱਦਾਂ ਫਲੂ ਹੁੰਦਾ ਇਹ ਸਿਮਿਲਰ ਜਿੱਦਾਂ ਆਪਾਂ ਟ੍ਰੀਟ ਕਰਨਾ ਕਰਨਾ, ਸੋ ਸਿੰਪਟਮ ਕੰਟਰੋਲ ਕਰਦੇ ਆ। ਇਸ ਕਰਕੇ ਜਦੋਂ ਬੰਦਾ ਬਿਮਾਰ ਹੁੰਦਾ ਉਹ ਘੱਟ ਖਾਂਦੇ ਪੀਂਦੇ ਆ, ਸੋ ਇਸ ਕਰਕੇ ਅਸੀਂ ਕਹਿੰਦੇ ਤੁਸੀਂ ਹਾਈਡਰੇਟ ਰਹੋ। ਤੁਸੀਂ ਜਿਸ ਤਰ੍ਹਾਂ ਤੁਸੀਂ ਕਿਹਾ ਸੌਂਫ ਦਾ ਪਾਣੀ ਜੇ ਹੈਗਾ, ਜੇ ਪਾਣੀ ਦੇ ਵਿੱਚ ਅੱਧਾ ਗੇਟੋਰੇਡ ਵਗੈਰਾ ਮਿਕਸ ਕਰਕੇ ਤੁਹਾਨੂੰ ਫਿਰ ਇਲੈਕਟ੍ਰੋਲਾਈਟਸ ਵਗੈਰਾ ਹੋ ਗਿਆ। ਜੇ ਤੁਹਾਡੇ ਹੱਡ ਪੈਰ ਟੁੱਟਦੇ ਆ, ਤੁਹਾਡੇ ਕੋਲ ਜਿੱਦਾਂ ਬੁਖਾਰ ਵਗੈਰਾ ਹੈਗਾ, ਅਸੀਂ ਕਹਿੰਦੇ ਟਾਇਲੈਨੋਲ ਔਰ ਐਡਵਿਲ ਲਓ। ਜੇ ਤੁਹਾਡੇ ਕੋਈ ਐਲਰਜੀ ਔਰ ਅਦਰ ਕੰਟਰਡਿਕਸ਼ਨ ਹੈ ਨਹੀਂ, ਸੋ ਇਹ ਜਿਹੜੀ ਪਹਿਲਾਂ ਜਿਹੜੀ ਗੱਲ ਹੈਗੀ ਆ ਜਦੋਂ ਟ੍ਰੀਟ ਕਰਨਾ, ਇਹ ਸਿੰਪਟੋਮੈਟਿਕ ਰਿਲੀਫ ਹੈਗੀ ਆ। ਇਸ ਦੇ ਨਾਲ ਜਿਹੜੀ ਇਹ ਵਾਇਰਸ ਹੈਗੀ ਹੈ ਨਾ, ਇਸ ਦੇ ਨਾਲ ਐਂਟੀਬਾਇਓਟਿਕਸ ਨਹੀਂ ਚਾਹੀਦੀਆਂ, ਬਿਕਾਜ਼ ਐਂਟੀਬਾਇਓਟਿਕਸ ਜਿਹੜੀਆਂ ਹੈਗੀਆਂ ਉਹ ਬੈਕਟੀਰੀਆ ਨੂੰ ਇਨਫੈਕਟ ਕਰਦੀ ਆ। ਸੋ ਜੇ ਤੁਹਾਡੇ ਕੋਲ ਬੈਕਟੀਰੀਅਲ ਇਨਫੈਕਸ਼ਨ, ਦੈਟਸ ਅ ਡਿਫਰੈਂਟ ਸਟੋਰੀ, ਦੈਨ ਤੁਹਾਨੂੰ ਐਂਟੀਬਾਇਓਟਿਕ ਦੇ ਉੱਤੇ ਪਾਓਗੇ। ਪਰ ਜਿਹੜਾ ਵਾਇਰਲ ਜਦੋਂ ਇਨਫੈਕਸ਼ਨ ਹੁੰਦਾ ਇਹ ਹੈਗੀ ਸਿੰਪਟਮ ਰਿਲੀਫ। ਸੋ ਫਲੂਇਡਸ, fever control karo so tusi zyada comfortable ho te isolate yourself so that ਹੋਰ ਲੋਕੀ ਬਿਮਾਰ ਨਾ ਹੋਣ। ਜੀ ਡਾਕਟਰ ਸਾਹਿਬ ਜਸਦੀਪ ਜੀ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਵੱਲੋਂ, ਕਿਉਂਕਿ ਤੁਸੀਂ ਇੰਟਰਨਲ ਮੈਡੀਸਨ ਫਿਜ਼ੀਸ਼ੀਅਨ ਹੋ, ਸੋ ਤੁਸੀਂ ਵੀ ਕੋਈ ਨਾ ਕੁਝ ਆਪਣੀ ਜਾਣਕਾਰੀ ਦਿਓ। ਨਹੀਂ, ਬੇਸਿਕਲੀ ਸੇਮ ਥਿੰਗ ਜਿੱਦਾਂ ਭੈਣ ਜੀ ਕਹਿੰਦੇ ਪਿਆ, ਜਿਹੜੀਆਂ ਹਦਾਇਤਾਂ ਹੈਗੀਆਂ ਉਹ ਸਾਨੂੰ ਫੋਲੋ ਕਰਨੀਆਂ ਚਾਹੀਦੀਆਂ। ਨਾਲ ਦੇ ਨਾਲ
ਸਾਡੇ ਕਮਿਊਨਿਟੀ ਦੇ ਵਿੱਚ ਡਾਇਬੀਟੀਜ਼, ਹਾਈ ਬਲੱਡ ਪ੍ਰੈਸ਼ਰ, ਓਬੈਸਿਟੀ ਹੈਗੀਆਂ, ਉਹ ਚੀਜ਼ਾਂ ਅਸੀਂ ਆਫਿਸ ਵਿੱਚ ਦੇਖਦੇ ਹਾਂ। ਤੇ ਉਹ ਟਾਈਮ ਵੀ ਹੈਗਾ ਜਿਹੜਾ ਤੁਸੀਂ ਜਿੱਦਾਂ ਤੁਸੀਂ ਕਿਹਾ ਸੀ, ਸਾਨੂੰ ਇੱਕ ਮੌਕਾ ਮਿਲਿਆ ਹੋਇਆ ਫੈਮਿਲੀ ਦੇ ਨਾਲ ਜਿਹੜੇ ਆਪਣੇ ਘਰ ਵਿੱਚ ਬੈਠੋ, ਰਾਈਟ। ਇਹ ਵੀ ਮੌਕਾ ਮਿਲਿਆ ਹੋਇਆ ਕਿ ਤੁਸੀਂ ਆਪਣੇ ਘਰ ਵਿੱਚ ਬੈਠੋ, ਜੇ ਕਈ ਤੁਸੀਂ ਲਾਈਫ ਸਟਾਈਲ ਚੇਂਜਸ ਕਰ ਸਕਦੇ ਆ, ਖਾਣਾ ਪੀਣਾ ਠੀਕ, ਆਲ ਆਫ ਦੈਟ। ਤੇ ਜੇ ਬਲੱਡ ਪ੍ਰੈਸ਼ਰ ਨੂੰ ਲੋ ਕਰ ਸਕਦੇ ਆ, ਬਲੱਡ ਸ਼ੂਗਰ ਨੂੰ ਕੰਟਰੋਲ ਕਰ ਸਕਦੇ ਆ, ਉਹ ਵੀ ਤੁਹਾਡੇ ਲਈ ਠੀਕ ਰਹੇਗਾ। ਕਿਉਂਕਿ ਜੇ ਕਿਸ ਨੂੰ ਕੋਵਿਡ ਹੋ ਜਾਊਗਾ, ਉਹਨਾਂ ਨੂੰ ਹਾਈ ਰਿਸਕ ਹੈਗਾ, ਜਿਹੜੇ ਬੰਦਿਆਂ ਨੂੰ ਡਾਇਬੀਟੀਜ਼, ਹਾਈ ਬਲੱਡ ਪ੍ਰੈਸ਼ਰ ਤੇ ਓਬੈਸਿਟੀ ਜਿੱਦਾਂ ਭਾਰ ਵਧਾਇਆ ਹੁੰਦਾ, ਉਹਨਾਂ ਨੂੰ ਇਨਕਰੀਸਡ ਰਿਸਕ ਹੁੰਦੀ ਹੈ। ਤੇ ਐਕਸਰਸਾਈਜ਼ ਬਾਰੇ ਦੱਸੋ ਕਿ ਐਕਸਰਸਾਈਜ਼ ਜਦੋਂ ਅਜਿਹੇ ਬਿਮਾਰੀਆਂ ਹੁੰਦੀਆਂ ਹਨ, ਕਿੰਨੇ ਕੁ ਐਕਟਿਵ ਹੋਣਾ ਚਾਹੀਦਾ ਐਕਸਰਸਾਈਜ਼ ਦੇ ਵਿੱਚ? ਸੋ ਯੂਜੂਅਲੀ ਜੇ ਤੁਹਾਨੂੰ ਬਿਮਾਰੀ ਹੈਗੀ ਆ, ਉਹ ਬੰਦਿਆਂ ਨੂੰ ਰੈਸਟ ਕਰਨ ਦੀ ਲੋੜ ਹੈਗੀ ਹੈ, ਰਾਈਟ। ਉਹ ਨਹੀਂ ਹੈਗਾ ਜਦੋਂ ਬਿਮਾਰੀ ਹੋਈ ਹੈ ਉਦੋਂ ਨਹੀਂ ਤੁਸੀਂ ਐਕਸਰਸਾਈਜ਼ ਕਰਨੀ, ਪਰ ਜੇ ਨਹੀਂ ਬਿਮਾਰੀ ਹੈਗੀ, ਜੇ ਘਰ ਹੈਗੇ ਆ ਕਿ ਬਹੁਤ ਬੰਦੇ ਹੁਣ ਘਰੋਂ ਵੀ ਕੰਮ ਕਰਦੇ ਪਏ ਆ, ਰਾਈਟ, ਤੁਸੀਂ ਆਪਣਾ ਮੇਕਿੰਗ ਸ਼ੋਰ ਦੈਟ ਯੂ ਗੈਟਿੰਗ ਅਪ, ਗੋਇੰਗ ਫॉर ਅ ਵਾਕ, ਰਾਈਟ। ਕਈ ਬੰਦੇ ਜਿਹੜੇ ਕੰਮ ਕਰਦੇ ਆ ਘਰੋਂ, ਉਹਨਾਂ ਨੇ ਟ੍ਰਿਕ ਯੂਜ਼ ਕੀਤਾ ਹੋਇਆ, ਜੇ ਆਪਣੇ ਡੈਸਕ ਤੇ ਬੈਠਣ ਤੋਂ ਪਹਿਲਾਂ ਤੇ ਐਕਚੁਅਲੀ ਉਹ ਆਪਣੇ ਪੂਰੇ ਬਲਾਕ ਦਾ ਵਾਕ ਕਰੋਗੇ, ਦੋ ਤਿੰਨ ਵਾਰੀ, ਜਿੱਦਾਂ ਆਲਮੋਸਟ ਲਾਈਕ ਦੇ ਆਰ ਗੋਇੰਗ ਟੂ ਵਰਕ, ਰਾਈਟ। ਉਹਨਾਂ ਤੁਸੀਂ ਬੰਦਾ ਥੋੜਾ ਐਕਟਿਵ ਰਹਿੰਦਾ ਹੈ। Exercise is always good for you. It helps boost your immune system, right? Keeping well hydrated boosts your immune system. ਜਿਹੜੀ ਤੁਹਾਡੀ ਨੀਂਦ ਪੂਰੀ ਕਰਨ ਦਾ, ਉਹ ਵੀ ਬੰਦੇ ਲਈ ਠੀਕ ਰਹਿੰਦੀ ਹੈ, ਰਾਈਟ। ਪਰ ਜਦੋਂ ਐਕਚੁਅਲੀ ਬੰਦੇ ਨੂੰ ਬਿਮਾਰੀ ਹੁੰਦੀ ਹੈ, ਉਹ ਹੈਗਾ ਟਾਈਮ ਰੈਸਟ ਕਰਨ ਦਾ। ਅੱਛਾ ਡਾਕਟਰ ਸਾਹਿਬ, ਜਦੋਂ ਘਰ ਬੰਦਾ ਹੁੰਦਾ ਹੈ ਤੇ ਉੱਠਿਆ ਫ੍ਰਿਜ ਚਲੇ ਗਿਆ, ਕਿਚਨ ਨੂੰ ਚਲੇ ਗਿਆ, ਤੇ ਉਹ ਜ਼ਿਆਦਾ ਖਾਣ ਲੱਗ ਪੈਂਦਾ ਹੈ, ਉਸ ਤੇ ਕਿੱਦਾਂ ਕਾਬੂ ਪਾਇਆ ਜਾਵੇ? ਜੇ ਉਸ ਤੋਂ ਏਦਾਂ ਕਾਬੂ ਹੋ ਸਕਦਾ ਕਿ ਜਿਹੜੀਆਂ ਚੀਜ਼ਾਂ ਉਹ ਫ੍ਰਿਜ 'ਚ ਹੋਣੀਆਂ ਚਾਹੀਦੀਆਂ ਉਹ ਰੱਖੋ, ਜਿਹੜੀਆਂ ਚੀਜ਼ਾਂ ਫ੍ਰਿਜ 'ਚ ਨਹੀਂ ਹੋਣੀਆਂ ਚਾਹੀਦੀਆਂ ਉਹ ਲੈ ਕੇ ਨਾ ਆਓ। ਸੋ ਜਦੋਂ ਗਰੋਸਰੀ ਕਰਨ ਵਾਲੇ ਹਨ, ਉਹ ਤੇ ਅੱਜ ਕੱਲ ਧੜਾ ਧੜ ਬਹੁਤ ਜ਼ਿਆਦਾ ਗਰੋਸਰੀ ਕਰ ਰਹੇ ਹਨ, ਉਹਨਾਂ ਨੂੰ ਫਿਕਰ ਹੈ ਕਿ ਕਿਤੇ ਮੁੱਕ ਨਾ ਜਾਵੇ। ਸੋ ਇਹਦਾ ਭਾਵ ਆ ਕਿ ਗਰੋਸਰੀ ਘੱਟ ਲਿਆਉਣੀ ਚਾਹੀਦੀ ਹੈ, ਤੁਹਾਡੇ ਕਹਿਣ ਦਾ ਭਾਵ ਇਹ ਹੈ? ਨਹੀਂ, ਮੈਂ ਇਹ ਨਹੀਂ ਕਹਿੰਦਾ ਗਰੋਸਰੀ ਘੱਟ ਲਿਓ, ਮੈਂ ਕਿਹਾ ਜਿਹੜੀ ਚੰਗੀਆਂ ਚੀਜ਼ਾਂ ਹੈਗੀਆਂ ਖਾਣ ਨੂੰ ਉਹ ਲਿਮਿਟਡ ਲੈ ਕੇ ਆਓ, ਮਤਲਬ ਕਿ ਹਾਂਜੀ। ਤੇ ਕੁਝ ਮੁੱਕ ਨਹੀਂ ਜਾਣਾ। ਜਿਹੜੇ ਸਪਲਾਈ ਚੇਨ ਹੈਗੀ ਆ, ਸਾਰੇ ਜਿਹੜੀਆਂ ਸਾਡੇ ਵੱਡੀਆਂ ਸਟੋਰਸ ਹੈਗੇ ਆ, ਉਹਨਾਂ ਨੇ ਸਾਰੇ ਆਪਣਾ ਪ੍ਰੀ ਪਲਾਨਿੰਗ ਕੀਤੀ ਹੋਈ ਹੈ, ਤੇ ਸੋ ਕਿਸ ਨੂੰ ਵਰੀ ਕਰਨ ਦੀ ਇੱਥੇ ਲੋੜ ਨਹੀਂ ਹੈਗੀ। ਜੀ ਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਅਸੀਂ ਤੇ ਇਹੋ ਫਿਰ ਅੰਤ ਕਹਿਣਾ ਚਾਹੁੰਦੇ ਆ ਤੁਹਾਡੇ ਰਾਹੀਂ ਆਪਣੇ ਦਰਸ਼ਕਾਂ ਸਰੋਤਿਆਂ ਨੂੰ ਕਿ ਇਸ ਵੇਲੇ ਬਹੁਤ ਨਾਜ਼ੁਕ ਸਮਾਂ ਹੈ, ਆਪਣੇ ਆਪ ਨੂੰ ਬਚਾਉਣ ਦੀ ਜ਼ਰੂਰਤ ਹੈ। ਹਦਾਇਤਾਂ ਜਦੋਂ ਡਾਕਟਰ ਦੱਸਦੇ ਹਨ ਤੇ ਲੋਕੀ ਜ਼ਿਆਦਾ ਧਿਆਨ ਦਿੰਦੇ ਹਨ, ਅਸੀਂ ਤੇ ਬਾਰ-ਬਾਰ ਕਹਿੰਦੇ ਰਹਿੰਦੇ ਹਾਂ, ਪਰ ਇੰਨੀ ਨਹੀਂ ਗੱਲ ਸੁਣੀ ਜਾਂਦੀ। ਲੇਕਿਨ ਜਦੋਂ ਤੁਸੀਂ ਕਹਿੰਦੇ ਹੋ, ਉਹ ਜ਼ਿਆਦਾ ਇਫੈਕਟਿਵ ਹੁੰਦੀ ਹੈ। ਸੋ ਫਿਰ ਅਸੀਂ ਆਪ ਜੀ ਦਾ ਧੰਨਵਾਦ ਕਰਦੇ ਕਿ ਤੁਹਾਨੂੰ ਕਮਿਊਨਿਟੀ ਦੀ ਚਿੰਤਾ ਹੈ, ਆਪਣੇ ਸਮਾਜ ਦੀ ਚਿੰਤਾ ਹੈ, ਇਸ ਕਰਕੇ ਤੁਸੀਂ ਜਿਹੜੇ ਟਾਈਮ ਟੂ ਟਾਈਮ ਲੋਕਾਂ ਨੂੰ ਇਹ ਜਾਣਕਾਰੀ ਦਿੰਦੇ ਹੋ। ਅਸੀਂ ਬਹੁਤ ਆਪ ਜੀ ਦਾ ਧੰਨਵਾਦ ਕਰਦੇ ਹਾਂ ਡਾਕਟਰ ਸਾਹਿਬ। ਥੈਂਕ ਯੂ ਜੀ। ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ। ਲਓ, ਅਸੀਂ ਇਸੇ ਪ੍ਰਕਾਰ ਪ੍ਰੋਗਰਾਮ ਜਾਰੀ ਰੱਖਾਂਗੇ ਔਰ ਬ੍ਰਿਗੇਡੀਅਰ ਨਵਾਬ ਸਿੰਘ ਜੀ ਦੇ ਨਾਲ ਅਸੀਂ ਭਾਰਤ ਤੇ ਵੀ ਚਾਨਣਾ ਪਾਵਾਂਗੇ। ਤੇ ਇੱਕ ਸਾਡੇ ਕੋਲ 2 ਵੀਡੀਓ ਪਹੁੰਚੀਆਂ ਹਨ, ਉਹਨਾਂ ਨੂੰ ਅਸੀਂ ਦਿਖਾਵਾਂਗੇ ਤੇ ਉਸ ਤੋਂ ਬਾਅਦ ਬ੍ਰਿਗੇਡੀਅਰ ਸਾਹਿਬ ਦੇ ਨਾਲ ਫਿਰ ਅਸੀਂ ਗੱਲਬਾਤ ਕਰਦੇ ਹਾਂ। ਤੇ ਡਾਕਟਰ ਸਿਮਰਪ੍ਰੀਤ ਸੰਧਾਵਾਲੀਆ ਜਿਹੜੇ ਕਿ ਇੱਥੇ ਡਾਕਟਰ ਹਨ, ਅਤੇ ਜਸਦੀਪ ਸਲੂਜਾ ਜੀ ਜਿਹੜੇ ਕਿ BC ਦੇ ਵਿੱਚ ਡਾਕਟਰ ਹਨ। ਸੋ ਤੁਸੀਂ ਉਹਨਾਂ ਤੋਂ ਜਾਣਕਾਰੀ ਪ੍ਰਾਪਤ ਕੀਤੀ ਹੈ। ਪਲੀਜ਼ ਆਪ ਜੀ ਨੂੰ ਬੇਨਤੀ ਹੈ ਕਿ ਜੇਕਰ ਬਾਹਰ ਜਾਣਾ ਨਹੀਂ ਬਣਦਾ ਤੇ ਨਾ ਜਾਓ, ਕਿਤੇ ਤੁਹਾਡੇ ਤੋਂ ਬਗੈਰ ਇਹ ਕੰਮ ਨਹੀਂ ਰੁਕ ਜਾਣੇ, ਕੰਮ ਇਦਾਂ ਹੀ ਚੱਲੀ ਜਾਣੇ। ਲੇਕਿਨ ਜੇਕਰ ਆਪਾਂ ਨਾ ਰਹੇ ਤੇ ਸਮਝ ਲਓ ਆਪਣੇ ਘਰ ਦਾ ਕੰਮ ਖਰਾਬ ਹੋਊਗਾ, ਖੁਦ ਤੇ ਜਾਣਾ ਹੀ ਜਾਣਾ ਵਾ, ਬੱਚਿਆਂ ਦਾ ਕੰਮ ਖਰਾਬ ਹੋਊਗਾ। ਜੇਕਰ ਬਿਮਾਰੀ ਘਰ ਲੈ ਆਏ ਤੇ ਬਹੁਤ ਖਤਰਨਾਕ ਇਹਦੇ ਕੰਸੀਕੁਐਂਸਸ, ਇਹਦਾ ਜਿਹੜਾ ਰਿਜ਼ਲਟ ਨਿਕਲਦੇ ਹਨ। ਪਲੀਜ਼ ਘਰਾਂ ਦੇ ਵਿੱਚ ਬਣੇ ਰਹੋ, ਕੋਈ ਜ਼ਿਆਦਾ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ। ਸ੍ਰੀ ਅਖੰਡ ਪਾਠ ਸਾਹਿਬ ਸੈਟਰਡੇ ਸੰਡੇ ਮੰਡੇ ਹੋਣਗੇ, 3 ਦਿਨ ਬੈਠ ਕੇ ਤੁਸੀਂ ਸੁਣਨਾ, ਸਵੇਰੇ ਸ਼ਾਮ ਤੁਸੀਂ ਘਰ ਬੈਠੇ ਇੰਜੋਏ ਕਰ ਸਕਦੇ ਹੋ। ਅੱਜ ਕੱਲ੍ਹ ਬਹੁਤ ਸਾਰੀਆਂ ਫੈਸਿਲਿਟੀ ਹਨ, ਬੜੇ ਵੱਖ ਤਰ੍ਹਾਂ ਦੇ ਸੋਸ਼ਲ ਮੀਡੀਆ ਹਨ, ਲੇਕਿਨ ਉਹ ਮੀਡੀਆ ਸੋਸ਼ਲ ਮੀਡੀਆ ਘੱਟ ਵਰਤੋਂ ਕਰੋ ਜਿਹਦੇ ਵਿੱਚ ਤੁਹਾਡੀ ਜ਼ਿਆਦਾ ਇਨਵੋਲਵਮੈਂਟ ਹੁੰਦੀ ਆ। ਜਸਟ ਸੋਸ਼ਲ ਮੀਡੀਆ ਨੂੰ ਵੇਖਣ ਤੱਕ ਮਹਿਦੂਦ ਰੱਖੋ। ਜਿੱਦਾਂ ਆਪਾਂ ਪਹਿਲਾਂ TV ਵੇਖਦੇ ਸੀਗੇ, TV ਇਕੱਲਾ ਵੇਖੀਦਾ ਸੀ, ਰੇਡੀਓ ਇਕੱਲਾ ਸੁਣੀਦਾ ਸੀ, ਲੇਕਿਨ ਜਿਹੜਾ ਸੋਸ਼ਲ ਮੀਡੀਆ ਅਸੀਂ ਇਹਦੇ ਵਿੱਚ ਵੜ ਜਾਂਦੇ ਆ, ਇਨਵੋਲਵ ਹੋ ਜਾਂਦੇ ਆ, ਮੈਂਟਲੀ ਡਿਸਟਰਬ ਹੋ ਜਾਂਦੇ ਆ।
सो इस वेले जरूरत है सिर्फ सुन दी ते वेखण दी, दिमाग नूं कोई वरतो ना, दिमाग नूं एक बन्ने शांति नाल छड्ड दिओ ते सिर्फ वेखो ते सुनो ते अपना टाइम इंजॉय करो। बाहर जाने की कोई जरूरत नहीं, घरां च बने रहो। खास करके बजुर्गों नूं ते बहुत ही ज़्यादा हथ जोड़ के बेनती है, किते जाने की लोड़ नहीं गी। ਜਿਹੜੇ ਬੱਚੇ ਹਨ ਉਹਨਾਂ ਨੂੰ ਵੀ ਕਿਤੇ ਜਾਣ ਦੀ ਲੋੜ ਨਹੀਂ, ਤੁਸੀਂ ਪੋਤੇ ਪੋਤਰੀਆਂ ਦੋਤੇ ਦੋਤੀਆਂ ਦੇ ਵਿੱਚ ਇਸ ਵੇਲੇ ਇੰਜੋਏ ਕਰੋ। ਜਿਹੜਾ ਨੌਜਵਾਨ ਵਰਗ ਹੈ ਜਦੋਂ ਉਹ ਬਾਹਰ ਜਾਂਦਾ ਹੈ, ਪਲੀਜ਼ ਤੁਸੀਂ ਵੀ ਬੜੇ ਧਿਆਨ ਦੇ ਨਾਲ ਘਰ ਆਓ, ਆ ਕੇ ਤੁਸੀਂ ਹੱਥ ਧੋਵੋ, ਨਹਾਓ ਧੋਓ, ਕੱਪੜੇ ਬਦਲੋ, ਫਿਰ ਤੁਸੀਂ ਪਰਿਵਾਰ ਦੇ ਵਿੱਚ ਬੈਠੋ। ਅਦਰਵਾਈਜ਼ ਤੁਸੀਂ ਉਨੀ ਦੇਰ ਤੱਕ ਬੱਚੇ ਨੂੰ ਨਾ ਟੱਚ ਕਰੋ, ਕਿਸੇ ਨੂੰ ਟੱਚ ਨਾ ਕਰੋ, ਕੁਝ ਖਾਓ ਨਾ, ਆਪਣੇ ਆਪ ਨੂੰ ਐਨ ਸਾਬਣ ਦੇ ਨਾਲ ਧੋਵੋ, अपने कपड़िਆਂ ਨੂੰ एक जगह ਤੇ ਰੱਖ ਦਿਓ और ਉਹਨਾਂ ਨੂੰ ਟੱਚ ਨਾ ਕਰੋ। ਅਜਿਹੀਆਂ ਹਦਾਇਤਾਂ ਆਪਣੀ ਕਾਮਨ ਸੈਂਸ ਵਰਤਦੇ ਹੋਏ ਆਪਾਂ ਨੂੰ ਅਜਿਹੀਆਂ ਸਾਵਧਾਨੀਆਂ ਲੈਣ ਦੀ ਜ਼ਰੂਰਤ ਹੈ। ਲਓ ਅਸੀਂ ਬ੍ਰਿਗੇਡੀਅਰ ਸਾਹਿਬ ਨੂੰ ਬੇਨਤੀ ਕਰਦੇ ਇਸੇ ਤਰੀਕੇ ਨਾਲ ਬਣੇ ਰਹਿਣ ਤੇ ਜਿਹੜੀ ਅਸੀਂ ਵੀਡੀਓ ਦਿਖਾਉਣ ਜਾ ਰਹੇ ਹਾਂ ਇਹ ਵੀ COVID-19 ਦੇ ਨਾਲ ਰਿਲੇਟਡ ਹੈ। ਸੋ ਜਿੰਨਾ ਵੀ ਇਸ ਵੇਲੇ ਮੀਡੀਆ ਹੈ ਉਹਨਾਂ ਨੂੰ ਪਲੀਜ਼ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਾਂ ਇਹਦਾ ਪ੍ਰਚਾਰ ਕਰੀਏ ਤਾਂ ਕਿ ਕਿਸੇ ਨਾ ਕਿਸੇ ਦੇ ਦਿਮਾਗ ਦੇ ਵਿੱਚ ਇਹ ਗੱਲ बैठ जाए, शायद वो परिवार अपने नूं बचा लवे। लो असीं एक ये वीडियो दिखाते हैं, उस तो बाद फिर प्रोग्राम नूं जारी रखांगे 9:30 बजे तक। सारिਆਂ ਨੂੰ जी सत श्री अकाल जी, मेरा नाम है डॉक्टर राज गरेवाल, मैं एमरजेंसी रूम ਦਾ डॉक्टर हैं ਤੇ मैं हस्पताल ਵਿੱਚ। ਸਾਰਿਆਂ ਨੂੰ ਪਤਾ ਇਹ ਕੋਵਿਡ ਦੀ ਬਿਮਾਰੀ ਵੱਧ ਰਹੀ ਹੈ ਟੋਰਾਂਟੋ ਤੇ ਬਰੈਂਪਟਨ ਵਿੱਚ, ਤੇ ਸਾਡੀ ontario ਸਰਕਾਰ ਨੇ ਅਨਾਉਂਸਮੈਂਟ ਕੀਤਾ ਤੇ ਸਾਡੀ ਲਾਕਡਾਊਨ ਹੋ ਰਿਹਾ ਇਸ ਐਤਵਾਰ 12 ਵਜੇ ਰਾਤ ਨੂੰ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਲਾਕਡਾਊਨ ਦਾ ਮਤਲਬ ਕੀ ਹੈ। ਮੈਂ 5 ਚੀਜ਼ਾਂ ਹੈਗੀਆਂ ਨੇ ਮੈਂ ਤੁਹਾਨੂੰ ਦੱਸਾਂ। ਪਹਿਲੀ ਚੀਜ਼ ਹੈਗੀ ਹੈ ਤੁਹਾਡੇ ਇੱਕ ਦੂਜੇ ਦੇ ਘਰ ਤੁਸੀਂ ਹੁਣ ਨਹੀਂ ਜਾ ਸਕਦੇ। ਕਿਹੜੇ ਤੁਹਾਡੇ ਘਰ ਵਿੱਚ ਰਹਿੰਦੇ ਉਹੀ ਰਹਿ ਸਕਦੇ ਆ ਤੁਹਾਡੇ ਘਰ ਦੇ ਵਿੱਚ, ਦੋਸਤ ਨਹੀਂ ਆ ਸਕਦੇ, ਹੋਰ ਰਿਸ਼ਤੇਦਾਰ ਨਹੀਂ ਆ ਸਕਦੇ ਤੇ ਤੁਸੀਂ ਵੀ ਨਹੀਂ ਜਾ ਸਕਦੇ। ਇਹ ਪਹਿਲੀ ਗੱਲ ਹੈਗੀ ਹੈ। ਦੂਸਰੀ ਗੱਲ ਹੈਗੀ ਹੈ ਕਿਹੜੇ ਸਾਡੇ ਰੈਸਟੋਰੈਂਟ ਨੇ, ਤੁਸੀਂ ਰੈਸਟੋਰੈਂਟ ਵਿੱਚ ਨਹੀਂ ਖਾ ਸਕਦੇ ਪਰ ਰੈਸਟੋਰੈਂਟ ਤਾਂ ਖੁੱਲ੍ਹੇ ਹੈ, ਤੁਸੀਂ ਟੇਕ ਆਊਟ ਕਰ ਸਕਦੇ ਹੋ, ਡਿਲੀਵਰੀ ਕਰ ਸਕਦੇ ਹੋ ਤੇ ਡਰਾਈਵ ਥਰੂ ਕਰ ਸਕਦੇ ਹੋ। ਤੀਜੀ ਚੀਜ਼ ਹੈਗੀ ਹੈ ਕੋਸ਼ਿਸ਼ ਕਰੋ ਜੇ ਤੁਸੀਂ ਪ੍ਰਾਰਥਨਾ ਕਰਨਾ, ਪਾਠ ਕਰਨਾ ਤੁਸੀਂ ਘਰੇ ਕਰੋ। ਗੁਰਪੁਰਬ ਆ ਰਿਹਾ ਤੁਸੀਂ ਘਰੇ ਮਨਾਓ, ਗੁਰਦੁਆਰਾ ਨਾ ਜਾਓ ਜੇ ਤੁਸੀਂ ਜੇ ਕਰ ਸਕਦੇ ਹੋ। ਸਾਡੀ ਸਰਕਾਰ ਨੇ ਕਿਹਾ ਗੁਰਦੁਆਰੇ ਵਿੱਚ 10 ਬੰਦੇ 10 ਲੋਕ ਹੀ ਸਿਰਫ 10 ਹੀ ਹੋ ਸਕਦੇ ਆ ਤੇ ਤੁਹਾਨੂੰ ਪਤਾ ਸਾਡੇ ਗੁਰਦੁਆਰੇ 10 ਤੋਂ ਜ਼ਿਆਦਾ ਤੇ ਹੁੰਦੇ ਨੇ, ਸਾਰੇ ਗ੍ਰੰਥੀ ਹੁੰਦੇ ਆ, ਸੇਵਾਦਾਰ ਹੁੰਦੇ ਆ ਤੇ ਤੁਸੀਂ ਜੇ ਤੁਸੀਂ ਘਰੇ ਪਾਠ ਕਰ ਸਕਦੇ ਘਰੇ ਪਾਠ ਕਰੋ। ਚੌਥੀ ਚੀਜ਼ ਹੈਗੀ ਹੈ ਸਾਡੀ ਜਿਮ ਵੀ ਬੰਦ ਨੇ ਤੇ ਸਾਡੇ ਮਾਲਾਂ ਵੀ ਬੰਦ ਨੇ। ਤੇ ਪੰਜਵੀਂ ਚੀਜ਼ ਹੈਗੀ ਹੈ ਜੇ ਤੁਹਾਨੂੰ ਦਵਾਈਆਂ ਚਾਹੀਦੀਆਂ, ਦਵਾਈਆਂ ਦੇ ਸ਼ਾਪ ਫਾਰਮੇਸੀ ਖੁੱਲ੍ਹੇ ਹੈਗੇ ਆ। ਜੇ ਤੁਸੀਂ ਬਿਮਾਰ ਹੈਗੇ ਹੋ ਡਾਕਟਰ ਖੁੱਲ੍ਹੇ ਹੈਗੇ ਆ, ਸਾਡੇ ਹਸਪਤਾਲ ਵੀ ਖੁੱਲ੍ਹੇ ਹੈਗੇ ਆ ਤੇ ਸਾਡੀ ਗਰੋਸਰੀ ਵੀ ਖੁੱਲ੍ਹੀ ਹੈਗੀ ਆ। ਜੇ ਤੁਸੀਂ ਗਰੋਸਰੀ ਚਾਹੀਦੀ ਆ ਤੁਸੀਂ ਜਾ ਸਕਦੇ ਹੋ ਗਰੋਸਰੀ ਲੈਣ, ਪਰ ਜੇ ਤੁਸੀਂ ਆਨਲਾਈਨ ਗਰੋਸਰੀ ਕਰ ਸਕਦੇ ਹੋ ਇਹ ਵੀ ਵਧੀਆ ਚੀਜ਼ ਹੈ। ਪਰ ਮੈਂ ਬੇਨਤੀ ਕਰਦਾ ਬਾਹਰ ਨਾ ਜਾਓ ਜੇ ਤੁਸੀਂ ਜਾ ਸਕਦੇ, ਨਾ ਬਾਹਰ ਜਾਓ। ਜੇ ਤੁਸੀਂ ਬਾਹਰ ਜਾਣਾ ਹੈ ਗਰੋਸਰੀ ਵਾਸਤੇ ਤੁਸੀਂ ਮਾਸਕ ਪਾਓ, ਤੁਸੀਂ ਸੋਸ਼ਲੀ ਡਿਸਟੈਂਸ ਕਰੋ 6 ਫੁੱਟ ਬਾਕੀ ਲੋਕਾਂ ਤੋਂ ਤੇ ਹੱਥ ਧੋਵੋ ਤੁਸੀਂ। ਇਹ ਚੀਜ਼ਾਂ ਨੇ 5 ਚੀਜ਼ਾਂ। ਤੇ ਸਰਕਾਰ ਨੇ ਕਿਹਾ ਜੇ ਤੁਸੀਂ ਇਹ ਚੀਜ਼ਾਂ ਫੋਲੋ ਨਹੀਂ ਕਰਦੇ ਤੇ $750 ਦੀ ਫਾਈਨ ਹੋ ਸਕਦੀ ਹੈ ਤੁਹਾਨੂੰ। ਪਰ ਮੈਂ ਸੋਚਦਾ ਤੇ ਜੇ ਤੁਸੀਂ ਇਹ ਰੂਲ ਫੋਲੋ ਕਰ ਸਕਦੇ ਹੋ, ਇਹ ਡਾਕਟਰ ਨਹੀਂ ਜਾਨ ਬਚਾ ਰਹੇ, ਤੁਸੀਂ ਜਾਨ ਬਚਾ ਰਹੇ ਹੋ ਤੇ ਇਹ ਤੁਸੀਂ ਸੋਚੋ ਇਹ ਸੇਵਾ ਹੈ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਡਾਕਟਰ ਰਾਜ ਗਰੇਵਾਲ ਹੈ। ਮੈਂ ਕੈਨੇਡੀਅਨ ਸਿੱਖ COVID-19 ਟਾਸਕ ਫੋਰਸ ਦਾ ਮੈਂਬਰ ਹਾਂ। ਅੱਜ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਇਹ ਟੈਸਟ ਬਹੁਤ ਸੌਖਾ ਹੈ ਤੇ ਇਸ ਦੇ ਨਾਲ ਕੋਈ ਤਕਲੀਫ ਨਹੀਂ ਹੁੰਦੀ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਤੁਸੀਂ ਸਾਰੇ ਇਹ ਟੈਸਟ ਜ਼ਰੂਰ ਕਰਵਾਓ। एक बार फिर असी आप जी का स्वागत करते हैं SS ਟੈਲੀਵਿਜ਼ਨ ਅਤੇ ਸੁਰਸਾਗਰ ਰੇਡੀਓ ਤੇ। आप विशेष प्रोग्राम जिहड़ा कि असी COVID-19 ते ही अज रखा है
ਉੱਤੇ ਗੱਲਬਾਤ ਕਰ ਰਹੇ ਸਾਂ। ਅਸੀਂ ਡਾਕਟਰ ਸੰਧਾਵਾਲੀਆ ਦਾ ਅਤੇ ਡਾਕਟਰ ਸਲੂਜਾ ਜੀ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ। ਹਰ ਕੋਈ ਚਿੰਤਤ ਹੈ, ਪਰਟੀਕੂਲਰ ਕੋਈ ਖਾਸ ਕਰਕੇ ਮੈਡੀਕਲ ਫੀਲਡ ਦੇ ਵਿੱਚ ਜਿੰਨੇ ਵੀ ਲੋਕੀ ਕੰਮ ਕਰਦੇ ਹਨ ਉਹ ਸਾਰੇ ਚਿੰਤਤ ਹਨ। ਉਹਨਾਂ ਨੂੰ ਅਸਲੀਅਤ ਦਾ ਪਤਾ ਹੈ ਕਿ ਇਹ ਬਿਮਾਰੀ ਕਿੰਨੀ ਘਾਤਕ ਹੈ। ਸੋ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਆਪਾਂ ਜਿਹੜੀਆਂ ਵੀ ਡਾਕਟਰਾਂ ਵੱਲੋਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ, ਗਵਰਨਮੈਂਟ ਵੱਲੋਂ ਦਿੱਤੀਆਂ ਜਾ ਰਹੀਆਂ ਹਨ, ਉਹ ਉਹਨਾਂ ਤੇ 100% ਅਸੀਂ ਪਹਿਰਾ ਦਈਏ। ਅਸੀਂ ਆਪਣੇ ਤਰੀਕੇ ਨਾਲ ਹੀ ਨਾ ਆਈਡੀਆ ਲਈ ਜਾਏ ਕਿ ਭਾਰਤ ਦੇ ਵਿੱਚ ਤੇ ਲੋਕੀ ਜੀ ਬੜੇ ਤੁਰੇ ਫਿਰਦੇ ਆ ਜੀ, ਉੱਥੇ ਤੇ ਭੀੜ ਭੜੱਕਾ ਜੀ, ਉੱਥੇ ਉਨੀ ਗਿਣਤੀ ਮਰਨ ਦੀ ਜ਼ਿਆਦਾ ਹੋਣੀ ਹੈ। ਉੱਥੇ ਤੁਸੀਂ ਵੇਖਣਾ ਹੁਣ ਕਿਹੋ ਜਿਹੇ ਸਿੱਟੇ ਨਿਕਲਨੇ ਹਨ। ਦੀਵਾਲੀ ਦੇ ਵਿੱਚ ਤੇ ਧੜਾ ਧੜ ਲੋਕੀ ਸਨ, ਬਾਜ਼ਾਰਾਂ ਦੇ ਵਿੱਚ ਭੀੜ ਲੱਗੀ ਸੀ। ਇੱਥੇ ਵੀ ਮਠਿਆਈ ਵਾਲੇ ਸਟੋਰਾਂ ਤੇ ਪਟਾਕਿਆਂ ਵਾਲੇ ਸਟੋਰਾਂ ਤੇ ਲਾਈਨਾਂ ਲੱਗੀਆਂ ਸਨ, ਤੇ ਹੁਣ ਇਸੇ ਤਰੀਕੇ ਨਾਲ ਹਸਪੀਟਲਾਂ ਦੇ ਵਿੱਚ ਲਾਈਨਾਂ ਲੱਗਣਗੀਆਂ। ਸੋ ਆਪ ਜੀ ਨੂੰ ਬੇਨਤੀ ਹੈ ਕਿ ਇਹਨੂੰ ਸੀਰੀਅਸਲੀ ਲਿਆ ਜਾਵੇ। ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਜਦੋਂ ਹੁਣ ਗੁਰੂ ਨਾਨਕ ਦੇਵ ਜੀ ਦੇ ਜਨਮ ਪੁਰਬ ਦੀ ਖੁਸ਼ੀ ਵਿੱਚ ਹਰ ਵਰੇ ਅਖੰਡ ਪਾਠ ਸਾਹਿਬ ਹੁੰਦੇ ਹਨ, ਗੁਰਦੁਆਰਿਆਂ ਦੇ ਵਿੱਚ ਹੁੰਦੇ ਹਨ, ਰੇਡੀਓ ਤੇ ਹੁੰਦੇ ਹਨ, ਉੱਥੇ ਆਪਾਂ ਭੀੜ ਨਹੀਂ ਪਾਉਣੀ, ਆਪਾਂ ਉੱਥੇ ਨਹੀਂ ਜਾਣਾ। ਮੇਰਾ ਜੀਵਨ ਦੇ ਵਿੱਚ ਪਹਿਲੀ ਵਾਰ ਇਹ ਕਹਿਣਾ ਹੈ ਕਿ ਅਸੀਂ ਗੁਰਦੁਆਰੇ ਨਹੀਂ ਜਾਣਾ। ਅਦਰਵਾਈਜ਼ ਮੈਂ ਹਮੇਸ਼ਾ ਮਹਿਤੀ ਰਿਹਾ ਕਿ ਸਾਨੂੰ ਗੁਰਦੁਆਰੇ ਵੱਧ ਤੋਂ ਵੱਧ ਹੋਣੇ ਚਾਹੀਦੇ ਹਨ ਤੇ ਵੱਧ ਤੋਂ ਵੱਧ ਜਾਣਾ ਚਾਹੀਦਾ ਹੈ। ਲੇਕਿਨ ਇਸ ਵਾਰੇ ਆਪਾਂ ਨੂੰ ਇਹ ਖਾਸ ਕਰਕੇ ਪ੍ਰੀਕਾਸ਼ਨਸ ਲੈਣੇ ਚਾਹੀਦੇ ਹਨ ਕਿ ਅਸਾਂ ਨੇ ਗੁਰਦੁਆਰੇ ਨਹੀਂ ਜਾਣਾ, ਅਸੀਂ ਘਰ ਬੈਠੇ ਹੀ ਪਾਠ ਸਰਵਣ ਕਰਨਾ ਹੈ। ਅਸੀਂ ਬਾਹਰ ਗਰੋਸਰੀ ਲੈਣ ਨਹੀਂ ਜਾਣਾ, ਉਹ ਇੱਕ ਬੰਦੇ ਨੂੰ ਹੀ ਭੇਜਣਾ ਹੈ। ਵੱਧ ਤੋਂ ਵੱਧ ਅਸੀਂ ਲੋਕਾਂ ਦੇ ਵਿੱਚ ਇਹ ਪ੍ਰਚਾਰ ਕਰਨਾ ਹੈ ਔਰ ਸੰਪਰਕ ਨਹੀਂ ਬਣਾਉਣਾ, ਨਾ ਗੁਆਂਢੀਆਂ ਨਾਲ, ਨਾ ਆਪਣੇ ਰਿਸ਼ਤੇਦਾਰਾਂ ਨਾਲ। ਹਰ ਕੋਈ ਆਪੋ ਆਪਣੇ ਘਰ 'ਚ ਰਹੇਗਾ ਤੇ ਸੇਫ ਹੈ। ਜਦੋਂ ਅਸੀਂ ਘਰ 'ਚੋਂ ਬਾਹਰ ਨਿਕਲਾਂਗੇ ਤੇ ਆਪਣੇ ਆਪ ਨੂੰ ਵੀ ਇੱਕ ਬਿਮਾਰੀ ਸਹੇੜ ਕੇ ਲੈ ਆਵਾਂਗੇ। ਇਸੇ ਤਰੀਕੇ ਨਾਲ ਆਪਣੀ ਕਮਿਊਨਿਟੀ ਦੇ ਕਈ ਪਤਵੰਤੇ ਸੱਜਣਾਂ ਨੂੰ ਹੋ ਚੁੱਕਾ ਹੈ ਜਿਹੜੇ ਕਿ ਆਮ ਵਿਚਰਦੇ ਹਨ, ਪ੍ਰੀਕਾਸ਼ਨਸ ਲੈਂਦੇ ਹਨ, ਲੇਕਿਨ ਉਹਨਾਂ ਨੂੰ ਵੀ ਹੋ ਗਿਆ। ਸੋ ਇਸ ਕਰਕੇ ਇਹ ਅਤੀ ਜ਼ਰੂਰੀ ਹੈ ਕਿ ਆਪਾਂ ਚਾਰ ਸਫੇਰੇ ਧਿਆਨ ਰੱਖੀਏ। ਅਸੀਂ ਨਾ ਕਿਸੇ ਨੂੰ ਮਿਲਣਾ ਹੈ ਤੇ ਨਾ ਕਿਸੇ ਨੂੰ ਕਹਿਣਾ ਕਿ ਤੁਸੀਂ ਸਾਨੂੰ ਮਿਲਣ ਆਓ। ਇਹ ਖਾਸ ਕਰਕੇ ਧਿਆਨ ਰੱਖੋ ਪਲੀਜ਼। ਜਿਨ੍ਹਾਂ ਨੇ ਬਹੁਤ ਹੀ ਜ਼ਰੂਰੀ ਸਰਵਿਸਿਜ਼ ਕਰਨੀਆਂ ਹਨ ਕਮਿਊਨਿਟੀ ਦੀ ਦੇਖਭਾਲ ਵਾਸਤੇ, ਉਹ ਜ਼ਰੂਰ ਜਾਣ, ਉਹ ਆਪਣੇ ਆਪ ਨੂੰ ਸੇਫ ਰੱਖਣ। ਬ੍ਰਿਗੇਡੀਅਰ ਸਾਹਿਬ, ਹਾਂਜੀ, ਆਪਾਂ ਥੋੜੀ ਜਿਹੀ ਭਾਰਤ ਬਾਰੇ ਵੀ ਗੱਲ ਕਰੀਏ ਕਿ ਪਿਛਲੇ ਦਿਨੀ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਭੀੜ ਭੜੱਕਾ ਦੀਵਾਲੀ ਤੇ ਵੇਖਿਆ ਗਿਆ। ਉਸ ਤੋਂ ਬਾਅਦ ਅੱਜ ਮੈਂ ਮੀਡੀਆ ਦੇ ਵਿੱਚ ਵੇਖ ਰਿਹਾ ਸੀਗਾ ਕਿ ਹਰ ਟੈਲੀਵਿਜ਼ਨ ਵਾਲਾ ਕਹਿ ਰਿਹਾ ਕਿ ਇੰਨਾ ਕਰੋਨਾ ਉੱਥੇ ਵੱਧ ਗਿਆ ਜੀ, ਇੰਨੀਆਂ ਮੌਤਾਂ ਵੱਧ ਗਈਆਂ। ਪਿਛਲੇ ਦਿਨੀ ਚੰਡੀਗੜ੍ਹ ਦੇ ਵਿੱਚ, ਅੰਮ੍ਰਿਤਸਰ, ਜਲੰਧਰ, ਲੁਧਿਆਣੇ 100 ਦੇ ਹਿਸਾਬ ਨਾਲ ਬੰਦੇ ਹੁਣ ਮਰ ਰਹੇ ਹਨ। ਸੋ ਤੁਹਾਡਾ ਕੀ ਕਹਿਣਾ ਕਿ ਇਸ ਵੇਲੇ ਸਾਨੂੰ ਕਿਸ ਤਰ੍ਹਾਂ ਬਚਾਓ ਦੇ ਵਿੱਚ ਰਹਿਣ ਦੀ ਜ਼ਰੂਰਤ ਹੈ? ਚਾਹੇ ਆਪਾਂ ਦੱਸ ਚੁੱਕੇ ਹਾਂ, ਪਰ ਬਾਰ-ਬਾਰ ਆਪਾਂ ਨੂੰ ਦੱਸਣ ਦੀ ਇਹ ਦੁਬਾਰਾ ਜ਼ਰੂਰਤ ਹੈ ਤਾਂ ਕਿ ਕੋਈ ਨਾ ਕੋਈ ਇਸ ਨੂੰ ਸੁਣ ਕੇ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ ਬਚਾ ਲਵੇ। ਪਰਮ ਸਾਹਿਬ, ਸਭ ਤੋਂ ਪਹਿਲਾਂ ਤਾਂ ਅਸੀਂ ਜੀ ਬ੍ਰਿਗੇਡੀ ਸਾਹਿਬ ਉਹਨਾਂ ਬਾਰੇ ਕੀਤੀਆਂ, ਸਭ ਕੁਝ ਕੀਤਾ। ਆਵਾਜ਼ ਸੁਣ ਰਹੀ ਹੈ? ਹਾਂਜੀ ਹਾਂਜੀ ਆ ਰਹੀ ਹੈ ਜੀ। ਇੱਕ ਪੋਜ਼ਿਟਿਵ ਚੀਜ਼ ਵੀ ਗੇਟ ਦੀ ਇੰਟਰਵਿਊ ਆਈ ਹੈ ਔਰ ਉਹਨਾਂ ਨੇ ਸਾਨੂੰ ਪਤਾ ਵੀ ਵਰਕ ਔਰ ਉਹ ਬਹੁਤ ਜੀ ਜੀ ਦੇ ਮੁਤਾਬਕ ਕਿ ਅਮਰੀਕਾ ਦੇ ਵਿੱਚ ਅਗਲੇ ਸਾਲ ਕੋਈ ਜਨਵਰੀ ਤੋਂ ਸ਼ੁਰੂ ਹੋ ਕੇ ਔਰ ਜੂਨ ਜੁਲਾਈ ਤੱਕ ਪੂਰੇ ਅਮਰੀਕਾ ਨੂੰ ਵੈਕਸੀਨੇਸ਼ਨ ਹੋ ਜਾਏਗੀ। ਇਹਦੀਆਂ 2 ਡੋਜ਼ਸ ਲੱਗਣੀਆਂ ਔਰ ਇੱਕ ਦਿਨ 'ਚ 2 ਡੋਜ਼ਸ ਲਾ ਦੇਣਗੇ। ਔਰ ਜੇ ਉੱਥੇ ਅਮਰੀਕਾ 'ਚ ਹੋ ਜਾਏਗੀ ਤਾਂ ਮੇਰੇ ਖਿਆਲ ਕੈਨੇਡਾ 'ਚ ਸ਼ਾਇਦ ਉਸ ਤੋਂ ਪਹਿਲਾਂ ਵੀ ਹੋ ਜਾਏਗੀ। ਸ਼ਾਇਦ ਇੱਥੇ ਸਾਨੂੰ 3-4 ਮਹੀਨਿਆਂ 'ਚ ਹੋ ਜਾਏ ਕਿਉਂਕਿ ਸਾਡੀ ਪਾਪੂਲੇਸ਼ਨ ਘੱਟ ਹੈ, ਸਾਡੀ ਗਵਰਨਮੈਂਟ ਕਾਫੀ ਇਹਦੇ ਤੇ ਅਲਰਟ ਹੈ।
ਤਾਂ ਸਾਨੂੰ ਇਹ 2-3 ਮਹੀਨੇ ਹੀ ਥੋੜੇ ਔਖੇ ਸੌਖੇ ਹੋ ਕੇ ਕੱਢ ਲੈਣੇ ਚਾਹੀਦੇ ਆ ਕਿ ਉਹਦੇ ਬਾਅਦ 'ਚ ਸਾਨੂੰ ਪ੍ਰੋਟੈਕਸ਼ਨ ਹੋ ਜਾਣੀ। ਹੁਣ ਤੁਸੀਂ ਇੰਡੀਆ ਦੀ ਗੱਲ ਕੀਤੀ ਹੈ, ਇੰਡੀਆ 'ਚ ਜਿਵੇਂ ਪਹਿਲਾਂ ਸੀਗੀ ਥੋੜੀ ਗਰਮੀ, ਹੁਣ ਇੰਡੀਆ 'ਚ ਠੰਡ ਪੈਣੀ ਸ਼ੁਰੂ ਹੋ ਗਈ ਹੈ ਔਰ ਉਹਦੇ ਨਾਲ ਕਿ ਉੱਥੇ ਆਊਟ ਬ੍ਰੇਕ ਹੋ ਗਈ ਹੈ। ਦਿੱਲੀ ਦੇ ਵਿੱਚ ਬਹੁਤ ਸਾਰੇ, ਮਹਾਰਾਸ਼ਟਰ ਦੇ ਵਿੱਚ, ਈਵਨ ਪੰਜਾਬ 'ਚ ਵੀ ਕਹਿੰਦੇ ਆ, ਸ਼ਾਇਦ ਦਾ ਬਹੁਤ ਸਾਰੇ ਡਿਸਟ੍ਰਿਕਟ 'ਚ ਉਹਨਾਂ ਨੇ ਨਾਈਟ ਕਰਫਿਊ ਲਾ ਦਿੱਤਾ। ਔਰ ਕੁਛ ਮਤਲਬ ਸਾਡੇ ਜਿਹੜੇ ਸੱਜਣ ਨੇ ਕੈਨੇਡਾ 'ਚੋਂ ਇੰਡੀਆ ਵਾਪਸ ਜਾ ਰਹੇ ਆ ਕਿਉਂਕਿ ਇੱਥੇ ਸਰਦੀ ਹੋ ਗਈ ਹੈ ਤਾਂ ਉਹ ਸੋਚਦੇ ਇੰਡੀਆ 'ਚ ਸੇਫ ਹੈ। ਕੁਛ ਇੱਕ ਸੱਜਣ ਗਏ ਵੀ ਨੇ। ਮੇਰਾ ਤਾਂ ਖਿਆਲ ਜਿਸ ਤਰ੍ਹਾਂ ਕੈਨੇਡਾ ਦੀ ਗਵਰਨਮੈਂਟ ਸਾਨੂੰ ਐਡਵਾਈਜ਼ ਕਰ ਰਹੀ ਹੈ, ਐਕਚੁਅਲੀ ਪੂਰੇ ਵਰਲਡ 'ਚ ਐਡਵਾਈਜ਼ ਕਰ ਰਹੇ ਆ ਵੀ ਤੁਸੀਂ ਐਟਲੀਸਟ 1 ਸਾਲ ਵਰਲਡ 'ਚ ਇੰਟਰਨੈਸ਼ਨਲ ਟਰੈਵਲ ਨਾ ਕਰੋ, ਨਾ ਮੂਵਮੈਂਟ ਕਰੋ। ਤਾਂ ਕਈ ਲੋਕ ਕੌਨਫੀਡੈਂਸ ਹੋ ਜਾਂਦੇ, ਚਲੋ ਜੀ ਉੱਥੇ ਪੰਜਾਬ ਤਾਂ ਆਪਾਂ ਖੇਤਾਂ 'ਚ ਰਹਿਣਾ, ਉੱਥੇ ਧੁੱਪ ਸੇਕਾਂਗੇ, ਇੱਥੇ ਅਸੀਂ ਬਰਫ਼ 'ਚ ਫਸੇ ਰਹਿਣਾ। ਤਾਂ ਮੇਰੇ ਖਿਆਲ ਪ੍ਰੀਕਾਸ਼ਨ ਲੈਣ ਦੀ ਪੰਜਾਬ 'ਚ ਵੀ ਹੁਣ ਫਿਰ ਦੁਬਾਰਾ ਜ਼ਰੂਰਤ ਹੈ ਕਿਉਂਕਿ ਜਿਉਂ ਵਿੰਟਰ ਹੋ ਰਹੀ ਹੈ, ਹੁਣ ਕਹਿੰਦੇ ਅੱਜ ਤੋਂ ਉੱਥੇ ਕਾਫੀ ਠੰਡ ਪੈਣੀ ਸ਼ੁਰੂ ਹੋ ਗਈ ਹੈ। ਤਾਂ ਅਗਲੇ 2-3 ਮਹੀਨੇ ਉੱਥੇ ਵੀ ਇਹ ਕੇਸਿਸ ਵਧਣਗੇ ਔਰ ਵਧਣ ਦੇ ਚਾਂਸਸ ਹੈ। ਤਾਂ ਸਾਨੂੰ ਸਾਰਿਆਂ ਨੂੰ ਔਰ ਆਪਣੇ ਪੰਜਾਬ 'ਚ ਜਿਹੜੇ ਭਾਈ ਭੈਣ ਹੈ ਜੋ ਇੱਥੋਂ ਅਸੀਂ ਸਿੱਖਦੇ ਆ ਕਿ ਆਹ ਪ੍ਰੀਕਾਸ਼ਨ ਲਓ, ਉਹਨਾਂ ਨੂੰ ਵੀ ਸਿਖਾਈਏ, ਉਹਨਾਂ ਨੂੰ ਵੀ ਇਨਫੋਰਮ ਕਰੀਏ ਕਿ ਤੁਸੀਂ ਇਹ ਨਾ ਸੋਚੋ ਕਿ ਤੁਸੀਂ ਸੇਫ ਹੋ, ਤੁਹਾਨੂੰ ਸਗੋਂ ਉੱਥੇ ਤਾਂ ਬਿਲਕੁਲ ਹੀ ਦਵਾਈ ਵਗੈਰਾ ਜਿਹੜੇ ਮਿਲਣੀ ਨਹੀਂ ਗਈ ਵਗੈਰਾ ਬਹੁਤ ਫੇਲ ਹੋ ਚੁੱਕੇ ਆ, ਦਿੱਲੀ ਵਰਗੀ ਜਗ੍ਹਾ ਫੇਲ। ਬਰਗੇੜੀ ਸਾਹਿਬ ਆਪਣੇ ਕਾਲਰ ਹਨ, ਆਪਾਂ ਕਾਲ ਲੈ ਲਈਏ 416 747 9600 ਜਾਂ 416 640 0200। ਸੁਰਸਾਗਰ ਜੀ, ਸਤਿ ਸ੍ਰੀ ਅਕਾਲ ਜੀ। अच्छा जी, हाँ जी, जी ਉੱਥੇ ਜਾਣ ਕੇ ਮੈਂ ਹੁਣ ਨਾਂ ਵੀ ਨਹੀਂ ਲੈਂਦਾ ਕੰਪਨੀ ਦਾ, ਠੀਕ ਹੈ ਜੀ। ਆਪਣੇ ਜ਼ਿਆਦਾ ਤੁਹਾਨੂੰ ਪਤਾ ਹੀ ਆ ਵੀ ਓਵਰ ਜ਼ਿਆਦਾ ਤਾਂ ਨਹੀਂ, ਜਾਣੀ ਕਿ 60-40 ਰੇਸ਼ੋ ਹੈਗੀ ਆ ਕੈਸ਼ ਤੇ ਭਰਾ ਵਾਲਿਆਂ ਦੀ, ਠੀਕ ਹੈ ਜੀ। ਤੇ ਉਹ ਮਤਲਬ ਮੇਰਾ ਕਹਿਣ ਦਾ ਭਾਵ ਵੀ ਜਿੰਨੇ ਸੀਗੇ ਮਤਲਬ ਪੇਪਰ ਵਾਲੇ ਉਹਨਾਂ ਨੇ ਤਾਂ ਮਤਲਬ ਆਪਣਾ ਜਾ ਕੇ ਟੈਸਟ ਕਰਵਾ ਲਿਆ ਜੀ। ਉਹਨਾਂ ਦੇ ਵਿੱਚੋਂ ਵਾਹ ਪੋਜ਼ਿਟਿਵ ਆ ਗਏ। ਅੱਛਾ ਜੀ, ਉਹਨਾਂ ਨੂੰ 14 ਦਿਨ ਲਈ ਕੋਟਿੰਗ ਹੋ ਗਏ ਘਰਾਂ ਦੇ ਵਿੱਚ, ਠੀਕ ਹੈ ਜੀ। ਤੇ ਉਹ ਕੈਸ਼ ਵਾਲੇ ਨੂੰ ਹੀ ਚੱਲੀ ਜਾ ਰਿਹਾ। ਜਿਹੜਾ ਬਿਮਾਰ ਹੋ ਜਾਂਦਾ ਜੇ ਉਹਨੂੰ ਮਤਲਬ ਕਹਿੰਦੇ ਆ ਤਾਂ ਉਹ 14 ਦਿਨ ਘਰ ਰੁਕ ਜਾਂਦਾ, 14 ਦਿਨ ਰੁਕ ਜਾਂਦਾ ਜਾਂ ਕਹਿ ਲਓ ਕੁਛ ਦਿਨ ਰੁਕ ਜਾਂਦਾ। ਜਦੋਂ ਠੀਕ ਹੁੰਦਾ ਤਾਂ ਕੰਮ ਤੇ ਵਾਪਸ ਆ ਜਾਂਦਾ, ਠੀਕ ਹੈ ਜੀ। ਜੀ ਜੀ, ਉਹ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਨਾ ਤਾਂ ਹੁਣ ਬਹਿ ਵੀ ਨਹੀਂ ਸਕਦੇ ਘਰੇ, ਤੇ ਮਤਲਬ ਉਹ ਵੀ 14 ਦਿਨਾਂ ਤੋਂ ਬਾਅਦ ਕਾਲ ਵੀ ਕਰਨਗੇ ਔਰ ਆਪ ਨੂੰ ਵੀ ਹਸਪੀਟਲ ਵਾਲਿਆਂ ਨੇ ਵੀ ਕਿਹਾ ਵੀ ਤੁਸੀਂ ਕੰਮ ਤੇ ਜਾ ਸਕਦੇ 14 ਦਿਨਾਂ ਤੋਂ ਬਾਅਦ, ਠੀਕ ਹੈ ਜੀ। ਪਰ ਉੱਥੇ ਖਤਰੇ ਦੀ ਘੰਟੀ ਆ, ਜਿੱਦਾਂ ਮੇਰਾ ਕਹਿਣ ਦਾ ਭਾਵ ਮੈਂ ਕਿਸੇ ਨੂੰ ਲਾਗਡਾਟ ਨਹੀਂ, ਮੇਰੇ ਨੂੰ ਕੋਈ ਕਰੀ ਜਾਵੇ ਕੈਸ਼ ਤੇ ਕਿੱਦਾਂ ਕੋਈ ਆਇਆ ਨਹੀਂ ਆਇਆ, ਮੇਰਾ ਕੋਈ ਮਤਲਬ ਨਹੀਂ ਇਹਨਾਂ ਗੱਲਾਂ ਦੇ ਨਾਲ, ਠੀਕ ਹੈ ਜੀ। ਪਰ ਆਪਾਂ ਨੂੰ ਇੰਨਾ ਵੀ ਪਤਾ ਵੀ ਜਿਹੜਾ ਬੰਦਾ ਇੱਥੇ ਆਉਂਦਾ ਉਹ ਲੈਕਚਰ ਆਉਂਦਾ, ਚਾਹੇ ਕੋਈ ਕੁਛ ਕਹੀ ਜਾਵੇ ਕਿੱਡਾ ਵੀ ਹੋਵੇ, ਨੱਸਦਾ ਇੱਕ ਹਫ਼ਤੇ ਤੋਂ ਬਾਅਦ ਮੈਨੂੰ ਕੰਮ ਤੇ ਲਵਾ ਦਿਓ, ਮੈਂ ਕੁਛ ਤਾਂ ਲਿਆਉਂਗਾ, ਦੈਟਸ ਐਂਡ ਦੈਟ ਕਰੂੰਗਾ, ਜੋ ਸਾਰਾ ਹੀ ਪਤਾ ਆਪਾਂ ਨੂੰ ਆਪਣੇ ਕਮਿਊਨਿਟੀ ਦਾ ਸਾਰੀਆਂ ਗੱਲਾਂ ਬਾਤਾਂ ਦਾ ਪਤਾ। ਮੈਂ ਉਹ ਗੱਲ ਨਹੀਂ ਕਰਦਾ। ਅੱਛਾ ਭਾਜੀ, ਮੈਂ ਤੁਹਾਡੇ ਤੋਂ ਜਾਨਣਾ ਚਾਹੂੰਗਾ ਕਿ ਉਹ ਵਿਅਕਤੀ ਜਿਹੜੇ ਕੈਸ਼ ਤੇ ਹਨ, ਕੀ ਉਹ ਵਿਜ਼ਟਰ ਹਨ ਇੱਥੇ ਆਏ? ਜ਼ਿਆਦਾ ਕਰਕੇ ਉਹੀ ਹੈ ਜੀ, ਜ਼ਿਆਦਾ ਕਰਕੇ ਜ਼ਿਆਦਾਤਰ ਉਹ। ਤੇ ਜਦੋਂ ਉਹ ਬਿਮਾਰ ਹੋ ਜਾਂਦੇ ਨੇ ਤੇ ਫਿਰ ਜੇਕਰ ਹਸਪੀਟਲ ਜਾਣਾ ਪਿਆ ਤੇ ਜਿੰਨੇ ਸਾਰੇ ਪੈਸੇ ਜੇ ਇੰਸ਼ੋਰੈਂਸ ਨਾ ਹੋਈ ਤੇ ਉਹ ਤੇ ਸਾਰੇ ਇੰਸ਼ੋਰੈਂਸ ਨੇ ਤੇ ਇਹਨਾਂ ਕੁਝ ਕਵਰ ਨਹੀਂ ਕਰਨਾ, ਫਿਰ ਉਹ ਕਿੱਦਾਂ? ਮੈਂ ਤੁਹਾਨੂੰ ਪੰਨੂ ਸਾਹਿਬ ਇਹੀ ਤਾਂ ਦੱਸ ਰਿਹਾ ਨਾ, ਉਹ ਜਾਂਦੇ ਹੀ ਨਹੀਂ। ਨਾ ਉਹਨਾਂ ਨੂੰ ਕੰਪਨੀ ਪੁੱਛ ਕਰਦੀ ਆ, ਜਿਹੜੇ ਮਤਲਬ ਅੰਪਲਾਇਰ ਆ ਆਪਣੇ, ਉਹਨਾਂ ਨੂੰ ਤਾਂ ਕੰਮ ਨਾਲ ਮਤਲਬ ਆ, ਚਾਹੇ ਕੋਈ ਮਰਜ਼ ਦੇ ਚਾਹੇ ਕੋਈ ਜਿੰਦਾ ਰਹੇ। ਮੈਂ ਸੌਰੀ, ਮੈਂ ਇਹ ਵਰਡ ਯੂਜ਼ ਕਰ ਰਿਹਾ ਪਰ ਸੌਰੀ ਮੰਗ ਲੈਣਾ, ਠੀਕ ਹੈ ਜੀ। ਨਹੀਂ ਨਹੀਂ, ਸੌਰੀ ਵਾਲੀ ਕੋਈ ਗੱਲ ਨਹੀਂ। ਤੁਸੀਂ ਐਜ਼ ਲੌਂਗ ਐਜ਼ ਤੁਸੀਂ ਠੀਕ ਗੱਲ ਕਰ ਰਹੇ ਹੋ, ਇਹਦੇ ਚ ਸੌਰੀ ਮੰਗਣ ਵਾਲੀ ਕਿਹੜੀ ਗੱਲ ਆ? ਬਿਲਾ ਵਜ੍ਹਾ ਹੀ ਸੌਰੀ ਮੰਗੀ ਜਾਣਾ ਇਹ ਵੀ ਕੋਈ ਚੰਗਾ ਤਰੀਕਾ ਨਹੀਂ। ਮੇਰਾ ਕਹਿਣ ਦਾ ਭਾਵ ਇਹ ਵਰਡ ਮੈਂ ਕਿਸੇ ਲਈ ਯੂਜ਼ ਕਰ ਰਿਹਾ, ਮੈਂ ਆਪਣੀ ਵੀ ਇਦਾਂ ਹੀ ਹੋ ਸਕਦਾ ਮੇਰੇ ਨਾਲ ਵੀ। ਮੇਰਾ ਕਹਿਣ ਦਾ ਭਾਵ ਤਾਂ ਇਹ ਆ ਵੀ ਮੈਂ ਉਹਨਾਂ ਨੂੰ ਤਾਂ ਕੰਮ ਨਾ ਆਇਆ, ਮਤਲਬ ਤੁਸੀਂ ਆ ਗਏ ਆ ਦਿਹਾੜੀ ਲਾ ਲਈ ਆ ਤਾਂ ਤੁਹਾਨੂੰ ਮਿਲ ਜਾਣਾ। ਜਿਹੜੇ ਬਾਕੀ ਬੰਦੇ ਚਲੋ ਉਹਨਾਂ ਨੂੰ ਤਾਂ ਗੌਰਮੈਂਟ ਇੱਥੇ ਆਪਾਂ ਨੂੰ ਤਾਂ ਕਰਦੀ ਆ, ਸਾਰਾ ਕੁਛ ਕਰ ਰਹੀ ਆ, ਠੀਕ ਹੈ ਜੀ। ਪਰ ਮਤਲਬ ਜੇ ਜਾਂਦੇ ਆ ਵਾਪਸ ਤੇ ਮਤਲਬ ਕਹਿੰਦਾ ਭਾਵ ਉਹ ਪਹਿਲੇ ਰੌਲਾ ਪਾਉਂਦੇ ਵੀ ਅਸੀਂ ਨਹੀਂ ਜੀ ਤੁਹਾਨੂੰ ਉਹ ਪੈਸੇ ਨਹੀਂ ਤੁਸੀਂ ਲੈ ਸਕਦੇ, ਜੇ ਨਹੀਂ ਕਰ ਸਕਦੇ।
ਕਿਉਂ ਨਹੀਂ ਲੈ ਸਕਦੇ ਅਸੀਂ ਪੈਸੇ? ਸਾਨੂੰ ਖਤਰਾ ਉੱਥੇ ਜਾਂਦੇ ਨੂੰ। ਜਾਂ ਤੁਸੀਂ ਦੱਸੋ ਵੀ ਉਹਨਾਂ ਦੇ ਟੈਸਟ, ਜਿੱਦਾਂ ਤੁਸੀਂ ਸਾਡੇ ਪੇਪਰ ਕਹਿੰਦੇ ਆ ਵੀ ਸਾਨੂੰ ਆਪਣਾ ਕੋਵਿਡ ਦਾ ਮਤਲਬ ਜਦੋਂ ਤੁਸੀਂ ਕਰਾ ਕੇ ਲਿਆਉਂਦੇ ਆ ਤਾਂ ਆਪਣਾ ਦਿਖਾ ਦਿਓ, ਠੀਕ ਹੈ ਜੀ, ਪੇਪਰ ਵਰਕ, ਤੇ ਤੁਸੀਂ ਉਹਨਾਂ ਦਾ ਵੀ ਦਿਖਾਓ। ਉਹਨਾਂ ਨੂੰ ਵੀ ਕਹੋ ਜਾਂ ਤਾਂ ਉਹ ਆਪਣੀ ਮਰਜ਼ੀ ਨਾਲ ਘਰ ਬਹਿ ਜਾਂਦੇ, 14 ਦਿਨ ਤੋਂ ਬਾਅਦ ਕੰਮ ਤੇ ਆ ਜਾਂਦੇ। ਨਾ ਉਹਨਾਂ ਨੂੰ ਕੋਈ ਮੇਰੇ ਵਰਗਾ ਇੰਪਲਾਈ ਕਹਿ ਸਕਦਾ, ਤੁਸੀਂ ਕਹਿ ਸਕਦੇ ਆ, ਨਹੀਂ ਤਾਂ ਉਹ ਜਾ ਕੇ ਸ਼ਿਕਾਇਤਾਂ ਲਾਉਂਦੇ ਆ ਤਾਂ ਫਿਰ ਤੁਹਾਨੂੰ ਹਰ ਟਾਈਮ ਆਉਂਦਾ ਉੱਥੇ ਇੰਪਲਾਇਰ ਨੂੰ। ਬਹੁਤ ਵੱਡੀ ਪ੍ਰੋਬਲਮ ਆ ਇਹ ਆਪਣੇ ਮਤਲਬ। ਥੈਂਕ ਯੂ ਜੀ। ਇਹ ਵੇਖੋ ਜੀ, ਚਲੋ ਇੰਨੀ ਕੀਤੀ ਹੈ। ਤੇ ਇਹ ਇੱਕ ਛੋਟੀ ਜਿਹੀ ਗੱਲ ਪੰਨੂ ਸਾਹਿਬ, ਸੌਰੀ ਜ਼ਿਆਦਾ ਟਾਈਮ ਲੈ ਗਿਆ। ਮੈਂ ਜਿਹੜਾ ਤੁਸੀਂ ਗੁਰਦੁਆਰੇ ਵਾਲੇ ਗੱਲ ਕੀਤੀ ਆ, ਮੈਂ ਕਹਿੰਦਾ ਕੋਈ ਇਹੋ ਜਿਹਾ ਰੱਬ ਦਾ ਪਿਆਰਾ ਹੈਗਾ, ਕੋਈ ਮਤਲਬ ਕਹਿਣ ਦਾ ਭਾਵ ਜਿਹੜਾ ਕੋਈ ਕਮੇਟੀ ਮੈਂਬਰ ਜਾਂ ਕੋਈ ਪ੍ਰਧਾਨ ਸਾਹਿਬ ਜਿਹੜਾ ਆ ਕੇ ਔਨ 에ਅਰ ਜਾਂ ਆਪਣੀ ਛੋਟੀ ਜਿਹੀ ਮੂਵੀ ਬਣਾ ਕੇ ਕਹਿ ਦੇਵੇ ਵੀ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਗੁਰਦੁਆਰਾ ਸਾਹਿਬ ਨਾ ਆਓ, ਮਤਲਬ ਕੋਈ ਹੈ? ਨਹੀਂ ਜੀ, ਸਕਾਰਬੋ ਗੁਰਦੁਆਰਾ ਵਾਲੇ ਰੰਧਾਵਾ ਸਾਹਿਬ ਬਾਰ-ਬਾਰ ਉਹ ਅਪੀਲਾਂ ਕਰਦੇ ਹਨ। ਉਹ ਸੋਸ਼ਲ ਮੀਡੀਆ ਤੇ ਉਹਨਾਂ ਨੇ ਚਿੱਠੀ ਵੀ ਰਿਲੀਜ਼ ਕੀਤੀ ਹੈ। ਉਹ ਤੇ ਬਾਰ-ਬਾਰ ਕਹਿੰਦੇ ਹਨ, ਗੁਰਬਿੰਦਰ ਸਿੰਘ ਰੰਧਾਵਾ, ਉਹ ਉਹਨਾਂ ਨੇ ਕਈ ਵਾਰ ਕਿਹਾ। ਹਾਂਜੀ, ਉਹਨਾਂ ਨੇ ਬਹੁਤ ਵਾਰੀ ਕਿਹਾ। ਮੈਂ ਸੁਣਿਆ ਨਹੀਂ, ਮੈਂ ਤਾਂ ਕਿਹਾ। ਹਾਂਜੀ, ਉਹਨਾਂ ਨੇ ਸੋਸ਼ਲ ਮੀਡੀਆ ਤੇ ਬਹੁਤ ਵਾਰੀ ਕਿਹਾ। ਥੈਂਕ ਯੂ, ਬਹੁਤ ਮਿਹਰਬਾਨੀ ਜੀ। ਬ੍ਰਿਗੇਡੀਅਰ ਸਾਹਿਬ, ਲਓ ਇੱਕ ਆ ਮਾਮਲਾ ਜਿਹੜਾ ਮੈਨੂੰ ਯਾਦ ਕਿ ਕਾਰਨ ਹੈ ਬਹੁਤ ਵੱਡਾ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ, ਜਿਹੜੇ ਭਾਰਤ ਤੋਂ ਲੋਕੀ ਇੱਥੇ ਆਏ ਹਨ ਐਜ਼ ਏ ਵਿਜ਼ਟਰ, ਉਹ ਕੰਮ ਕਰ ਰਹੇ ਹਨ ਕੈਸ਼ ਲੈ ਕੇ। ਸੋ ਉਹ ਜੋ ਆਪਣੇ ਵੀਰ ਜੀ ਨੇ ਦੱਸਿਆ ਹੈ ਕਿ ਉਹ ਜੇਕਰ ਉਹਨਾਂ ਨੂੰ ਥੋੜੀ ਬਾਲੀ ਬਿਮਾਰੀ ਹੁੰਦੀ ਹੈ, ਉਹ ਘਰ ਆਰਾਮ ਕਰਦੇ ਹਨ, ਫਿਰ 14 ਦਿਨ ਬਾਅਦ, 2 ਹਫ਼ਤੇ ਬਾਅਦ ਉਹ ਫਿਰ ਕੰਮ ਤੇ ਚੱਲ ਜਾਂਦੇ ਹਨ। ਸੋ ਇਹ ਇੱਕ ਰੀਅਲੀ ਸੀਰੀਅਸ ਮੈਟਰ ਹੈ ਜੀ। ਹਾਂਜੀ ਪੰਨੂ ਸਾਹਿਬ, ਇਹ ਐਕਚੁਅਲੀ ਸੀਰੀਅਸ ਮੈਟਰ ਹੈਗਾ। ਮੇਰੇ ਖਿਆਲ ਬਹੁਤ ਸਾਰੇ ਲੋਕਾਂ ਨੂੰ ਪਤਾ, ਮੈਨੂੰ ਵੀ ਸ਼ੱਕ ਸੀ ਵੀ ਇਹਨਾਂ ਦੀ ਦਾਤ ਦਿੰਦੇ ਆ ਕਿ ਇਹਨਾਂ ਨੇ ਇਹਨੂੰ ਓਪਨ 'ਚ ਲਿਆਂਦਾ, ਕਿਉਂਕਿ ਅਸੀਂ ਕਈ ਚੀਜ਼ਾਂ ਨਾ ਢੱਕਣ ਦੀ ਕੋਸ਼ਿਸ਼ ਕਰਦੇ ਆ ਜੀ। ਕਿਉਂਕਿ ਜਿਹੜੇ ਇੱਥੇ ਦੋ ਤਰ੍ਹਾਂ ਦੇ ਨੇ ਪੰਨੂ ਸਾਹਿਬ। ਇੱਕ ਤਾਂ ਜਿਹੜੇ ਚਲੋ ਕੰਮ ਨਹੀਂ ਕਰ ਸਕਦੇ, ਉਹ ਕੈਸ਼ ਤੇ ਕੰਮ ਕਰ ਰਹੇ ਆ, ਪਰ ਇੱਕ ਉਹਨਾਂ ਨੂੰ ਦੱਸਣ ਦੀ ਲੋੜ ਹੈ। ਇਸ ਵੇਲੇ ਡਾਕਟਰ ਚਲੇ ਗਏ। ਮੇਰੀ ਬੈਸਟ ਆਫ ਇਨਫੋਰਮੇਸ਼ਨ ਲਈ ਇਹ ਹੈ ਕਿ ਜੇ ਕੋਈ ਕੋਵਿਡ ਕਰਕੇ ਕਿਤੇ ਵੀ ਹਸਪੀਟਲ 'ਚ ਚਲ ਜਾਏ, ਨੋ ਕੁਐਸਚਨ ਆਸਕ, ਉਹ ਨਹੀਂ ਸਵਾਲ ਪੁੱਛਦੇ ਤੁਸੀਂ ਵਿਜ਼ਟਰ ਜੋ ਕੋਈ ਹੋਆ, ਤੁਹਾਨੂੰ ਉਹ ਦਵਾਈ ਦਿੰਦੇ ਆ, ਤੁਹਾਨੂੰ ਪੂਰੀ। ਮੇਰੇ ਖਿਆਲ ਇਹ ਇੰਸਟਰਕਸ਼ਨ ਨੇ ਗਵਰਨਮੈਂਟ ਦੀਆਂ, ਇਹਨੂੰ ਰੀਕਨਫਰਮ ਕਰਕੇ ਅਸੀਂ ਕੱਲ ਨੂੰ ਅਨਾਉਂਸ ਕਰ ਦਾਂਗੇ ਤਾਂ ਕਿ ਉਹ ਲੋਕ ਇਸ ਡਰ ਤੋਂ ਨਾ ਆਪਣੀ ਦਵਾਈ ਲੈਣ ਤੋਂ। ਦੂਸਰਾ ਇਹ ਹੈ ਕਿ ਕੈਸ਼ ਤੇ ਕੰਮ ਕਰਨਾ ਉਹ ਲਾਲਚ ਹੈ ਕਿ ਇੱਥੇ ਹੁਣ ਮੌਕਾ ਆ, ਇੱਥੇ ਕਿਉਂਕਿ ਲੋਕ ਸਰਵ ਕਰਦੇ ਵਰਕਰ ਉਹ ਮਿਲ ਜਾਂਦੇ ਨੇ, ਉਹ ਕਰਦੇ ਨੇ, ਪਰ ਉਹਨਾਂ ਨੂੰ ਵੀ ਪ੍ਰੀਕਾਸ਼ਨ ਜੇ ਉਹ ਨਹੀਂ ਲੈਂਦੇ ਤਾਂ ਮੇਰੇ ਖਿਆਲ ਹੁਣ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ। 311 ਤੇ ਸ਼ਿਕਾਇਤ ਕਰਨੀ ਚਾਹੀਦੀ ਆ ਸਾਨੂੰ। ਸਾਡੀ ਕਮਿਊਨਿਟੀ ਵੀ ਚੁੱਪ ਰਹਿੰਦੀ ਆ, ਏਦਾਂ ਰੇਡੀਓ ਟੀਵੀ ਤੇ ਗੱਲਾਂ ਕਰਦੇ ਰਹਿੰਦੇ ਆ, ਜਦੋਂ ਸ਼ਿਕਾਇਤ ਕਰਨ ਦਾ ਮੌਕਾ ਆਉਂਦਾ ਉਦੋਂ ਅਸੀਂ ਸ਼ਿਕਾਇਤ ਨਹੀਂ ਕਰਦੇ। ਦੂਸਰੇ ਕੁਛ ਇੱਕ ਇਹੋ ਜਿਹੇ ਵੀ ਸੱਜਣ ਨੇ ਪੰਨੂ ਸਾਹਿਬ ਕਿ ਜਿਹੜੇ ਸਰਵ ਵੀ ਲੈ ਰਹੇ ਨੇ, CRB ਵੀ ਲੈ ਰਹੇ ਨੇ, ਉਹ ਗਵਰਨਮੈਂਟ ਤੋਂ ਲਈ ਜਾ ਰਹੇ ਨਾਲ ਕੈਸ਼ ਤੇ ਕੰਮ ਕਰ ਰਹੇ ਜਾਏ। ਉਹ ਤਾਂ ਸਾਨੂੰ ਡਿਸਟ੍ਰਿਬਿਊਟ ਕਰਨਾ ਚਾਹੀਦਾ। ਹੁਣ ਐਟਲੀਸਟ ਆਪਾਂ ਬੇਨਤੀ ਕਰਦੇ ਹਾਂ ਕਿ 2-3 ਮਹੀਨੇ ਤੁਸੀਂ ਥੋੜਾ ਜਿਹਾ ਗੁਰੇਜ਼ ਕਰੋ। 2-3 ਮਹੀਨੇ ਨਿਕਲ ਜਾਣਗੇ, ਫਿਰ ਸਾਰਿਆਂ ਦੇ ਵੈਕਸੀਨੇਸ਼ਨ ਹੋ ਜਾਏਗਾ। ਫਿਰ ਅਦਰਵਾਈਜ਼ ਇਹ ਜਿੰਨੇ ਵੀ ਅਸੀਂ ਲੈ ਰਹੇ ਆ ਪ੍ਰੀਕਾਸ਼ਨ, ਆਪਣੀ ਇਕਨੋਮੀ ਵੀ ਖਰਾਬ ਕਰ ਰਹੇ ਆ, ਲਾਕਡਾਊਨ ਵੀ ਹੋ ਰਿਹਾ, ਉਹਦਾ ਕੋਈ ਫਾਇਦਾ ਨਹੀਂ ਹੋਣਾ ਜੇ ਇਹੋ ਜਿਹੇ ਚੱਲਦੇ ਰਹੇ। ਆਪਾਂ ਆਪਣੇ ਦਰਸ਼ਕਾਂ ਨੂੰ ਮੌਕਾ ਦਿੰਦੇ ਹਾਂ, ਜੇਕਰ ਕਿਸੇ ਨੇ ਕੋਈ ਗੱਲ ਕਰਨੀ ਹੋਏ। ਜਿਹੜੀ ਵੀਰ ਜੀ ਨੇ ਗੱਲ ਕੀਤੀ ਬਹੁਤ ਅਵਲ ਵਧੀਆ ਕੀਤੀ ਕਿ ਇਹਦੇ ਕਈ ਗੱਲਾਂ ਦਾ ਆਪਾਂ ਨੂੰ ਇੱਥੇ ਬੈਠੇ ਨਹੀਂ ਪਤਾ ਹੁੰਦਾ। ਜਦੋਂ ਆਪਾਂ ਵਿਚਰਦੇ ਹਾਂ, ਲੋਕੀ ਆਪੋ ਆਪਣੇ ਵਿਚਾਰ ਦਿੰਦੇ ਹਨ, ਦੈਨ ਪਤਾ ਲੱਗਦਾ ਕਿ ਹਾਂ ਇਹਦੇ ਵਧਣ ਦੇ ਕੀ ਕਾਰਨ ਹਨ। ਠੀਕ ਹੈ ਕਿ ਸਾਡੇ ਲੋਕੀ ਜਿਹੜੇ ਆ ਅਗਰੈਸਿਵ ਹਨ, ਕੰਮ ਕਰਨ ਨੂੰ ਪਹਿਲ ਦਿੰਦੇ ਹਨ, ਕਿਸੇ ਦੇ ਕਹਿਣ ਦੇ ਮੁਤਾਬਕ ਆਪਣੇ ਆਪ ਨੂੰ ਨਹੀਂ ਢਾਲਦੇ। ਲੇਕਿਨ ਇਸ ਵੇਲੇ ਅਤੀ ਜ਼ਰੂਰੀ ਹੈ, ਜੇਕਰ ਆਪਣੇ ਪਰਿਵਾਰ ਨੂੰ ਜਾਂ ਖੁਦ ਆਪਣੇ ਆਪ ਨੂੰ ਬਚਾਉਣਾ ਤੇ ਥੋੜੇ ਪ੍ਰੀਕਾਸ਼ਨਸ ਆਪਾਂ ਨੂੰ ਲੈਣੇ ਪੈਣਗੇ। ਆਪਾਂ ਨੂੰ ਨਿਯਮਾਂ ਦੇ ਮੁਤਾਬਕ ਚੱਲਣ ਦੀ ਜ਼ਰੂਰਤ ਹੈ। ਸੋ ਆਪ ਜੀ ਨੂੰ ਬੇਨਤੀ ਹੈ ਕਿ ਜ਼ਰੂਰ ਤੁਸੀਂ ਨਿਯਮਾਂ ਦਾ ਧਿਆਨ ਰੱਖਦੇ ਹੋਏ ਕੰਮ ਕਰੋ, ਕੰਮ ਤੇ ਜਾਓ। ਜੇਕਰ ਉੱਥੇ ਨਿਯਮ ਦੀ ਅਵਗਿਆ ਹੁੰਦੀ ਹੈ, ਪਾਲਣਾ ਨਹੀਂ ਕਰਦੇ, ਤੇ ਤੁਸੀਂ ਮੁਸ਼ਕਲ 'ਚ ਆਉਣਾ ਹੈ, ਹੋਰ ਕਿਸੇ ਨੇ ਨਹੀਂ ਆਉਣਾ, ਤੁਹਾਡੇ ਪਰਿਵਾਰ ਨੇ ਮੁਸ਼ਕਲ 'ਚ ਆਉਣਾ ਹੈ। ਸੋ ਬ੍ਰਿਗੇਡੀਅਰ ਸਾਹਿਬ, ਇਸ ਵੀਕਐਂਡ ਤੇ ਗੁਰੂ ਨਾਨਕ ਦੇਵ ਜੀ ਦੇ ਜਨਮਪੁਰਬ ਦੀ ਖੁਸ਼ੀ ਵਿੱਚ ਸਾਰੇ ਗੁਰਦੁਆਰਿਆਂ ਵਿੱਚ ਅਖੰਡ ਪਾਠ ਖੁੱਲੇ ਹੋਣਗੇ। ਆਪਾਂ ਸੁਰਸਾਗਰ ਤੇ ਵੀ
ਇਸ ਦਾ ਪ੍ਰਬੰਧ ਕੀਤਾ ਹੈ, ਲੇਕਿਨ ਆਪਾਂ ਪੂਰੀਆਂ ਹਦਾਇਤਾਂ ਦੇ ਮੁਤਾਬਕ ਜਿਹੜੀ ਗਵਰਨਮੈਂਟ ਦੀਆਂ ਹਦਾਇਤਾਂ ਹਨ ਉਹਨਾਂ ਨੂੰ ਨਜ਼ਰ ਦੇ ਵਿੱਚ ਰੱਖਦੇ ਹੋਏ ਆਪਾਂ ਸਾਰਾ ਕੁਝ ਕਰ ਰਹੇ ਹਾਂ। ਆਪਣੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਬੇਨਤੀ ਕਰ ਰਹੇ ਹਾਂ ਕਿ ਤੁਸੀਂ ਇੱਥੇ ਨਹੀਂ ਆਉਣਾ, ਘਰਾਂ ਵਿੱਚ ਬੈਠ ਕੇ ਹੀ ਪਾਠ ਸਰਵਨ ਕਰਨਾ ਹੈ। ਤੇ ਪਹਿਲੋਂ ਜਿਵੇਂ ਆਪਾਂ ਵਿਚਾਰ ਕੀਤਾ ਸੀ ਕਿ ਆਪਾਂ ਗੁਰਦੁਆਰਾ ਸਾਹਿਬ ਤੋਂ ਕਰਾਂਗੇ, ਲੇਕਿਨ ਬਹੁਤ ਸਾਰੇ ਦਰਸ਼ਕਾਂ ਔਰ ਸਰੋਤਿਆਂ ਦਾ ਇਹ ਮੰਨਣਾ ਹੈ ਕਿ ਜਦੋਂ ਸੁਰਸਾਗਰ ਤੋਂ ਪਾਠ ਆਉਂਦਾ ਹੈ ਕਲੀਅਰ ਬਹੁਤ ਹੁੰਦਾ ਹੈ, ਜੋ ਪਾਠ ਕੀਤਾ ਜਾਂਦਾ ਹੈ ਬੜੇ ਧਿਆਨ ਦੇ ਨਾਲ ਕੀਤਾ ਜਾਂਦਾ ਹੈ, ਕਿਤੇ ਕੋਈ ਗਲਤੀ ਨਹੀਂ ਹੁੰਦੀ, ਹਰ ਕੋਈ ਬੜੀ ਸਲਾਹਨਾ ਕਰਦਾ ਹੈ। ਸੋ ਤੁਹਾਡਾ ਕੀ ਕਹਿਣਾ ਹੈ ਕਿ ਜਿਹਨਾਂ ਨੇ ਗੁਰਦੁਆਰਿਆਂ 'ਚ ਮੱਥਾ ਟੇਕਣ ਜਾਣਾ ਜਾਂ ਕਿਤੇ ਵੀ ਜਾਣਾ ਹੈ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਪਨੂ ਸਾਹਿਬ, ਅਸੀਂ ਡਾਇਰੈਕਟਲੀ ਤਾਂ ਨਹੀਂ ਇੰਟਰਫੇਅਰ ਕਰਨਾ ਚਾਹੁੰਦੇ ਜੀ, ਕਿਉਂਕਿ ਗੁਰਦੁਆਰੇ ਦੀ ਪਰ ਬਹੁਤ ਸਾਰੇ ਕੇਸਿਸ ਐਸੇ ਆਏ ਆ ਜਿੱਥੇ ਕਿ ਇੰਸਟਰਕਸ਼ਨਸ ਨੂੰ ਉਹ ਕਹਿੰਦੇ ਅਸੀਂ ਆਪਣਾ ਫੋਲੋ ਤਾਂ ਕਰ ਰਹੇ ਆ ਪਰ ਲੋਕ ਨਹੀਂ ਫੋਲੋ ਕਰਦੇ, ਝਾੜ ਦਿੰਦੇ ਆ। ਹੁਣ ਇਹ ਵੀ ਅਸੀਂ ਸਮਝਦੇ ਆ ਪਨੂ ਸਾਹਿਬ, ਕਿਉਂਕਿ ਬੱਚੇ ਨੇ, ਉਹਨਾਂ ਦੀ ਮੌਰਗੇਜਸ ਨੇ, ਬਾਕੀ ਰਾਸ਼ਨ ਪਾਣੀ ਜਿਹੜਾ ਫ੍ਰੀ ਲੰਗਰ ਵੀ ਦਿੰਦੇ ਰਹੇ ਨੇ ਕੋਵਿਡ ਦੇ ਪਹਿਲਾਂ ਸ਼ੁਰੂ, ਹੁਣ ਵੀ ਦਿੰਦੇ ਨੇ। ਤੇ ਮੇਰਾ ਇੱਕ ਸੁਜੈਸ਼ਨ ਹੈ ਪਨੂ ਸਾਹਿਬ ਤੁਹਾਨੂੰ ਵੀ ਔਰ ਬਾਕੀ ਸਾਰੇ ਗੁਰਦੁਆਰਿਆਂ ਨੂੰ, ਕਿ ਮੈਂ ਵੇਖਿਆ ਸੀ ਕੈਲੀਫੋਰਨੀਆ 'ਚ ਇੱਕ ਗੁਰਦੁਆਰਾ ਸਾਹਿਬ ਮੈਂ ਗਿਆ ਸੀ, ਉੱਥੇ ਸੈਨ ਹੋਜ਼ੇ, ਉਹਨਾਂ ਨੇ ਕੀ ਕੀਤਾ, ਆਨਲਾਈਨ ਕੀਤਾ ਹੋਇਆ। ਤੁਸੀਂ ਆਨਲਾਈਨ ਡੋਨੇਸ਼ਨ ਦੇ ਸਕਦੇ, ਤੁਸੀਂ ਰਿਕੁਐਸਟ ਸਾਰਿਆਂ ਨੂੰ ਇਹ ਕਰਦੇ ਆ ਵੀ ਤੁਸੀਂ ਕਿ ਆ ਰਹੀ ਹੈ। ਮੈਂ ਅੰਦਰ ਮਨਵੀਰ ਜੀ ਨੂੰ ਕਹੂੰਗਾ ਕਿ ਜੇਕਰ ਫੋਨ ਤੇ ਆ ਜਾਉ ਤੇ ਉਹ ਬੈਟਰ ਰਹੇਗਾ, ਕਿਉਂਕਿ ਸਮਾਂ ਵੀ ਹੁਣ ਆਗਿਆ ਨਹੀਂ ਦੇ ਰਿਹਾ। ਬਰਗੇਡੀਆ ਸਾਹਿਬ, ਹਾਂਜੀ, ਸੋ ਇਸ ਵੇਲੇ ਲਾਈਨ ਤੁਹਾਡੀ ਆਈ ਥਿੰਕ ਡਿਸਕਨੈਕਟ ਹੋ ਗਈ ਹੈ, ਕਿਉਂ ਸਵਾਦਗੀ ਸੀਗੀ। ਲੋ ਅਸੀਂ ਨੈਕਸਟ ਕਾਲ ਤੇ ਚੱਲਦੇ। ਸੁਰਸਾਗਰ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਸਾਡੇ ਜੀ ਮੈਂ ਫੈਕਟਰੀ 'ਚ ਕੰਮ ਕਰਦਾ, ਸਾਡੇ 2 ਕੁੜੀਆਂ ਇੰਡੀਆ ਤੋਂ ਨਵੀਆਂ ਆਈਆਂ, ਲੇਕਿਨ ਉਹ ਦੋਨਾਂ ਨੂੰ ਕਰੋਨਾ ਵਾਇਰਸ ਨਿਕਲਿਆ। ਦੋਨੇ ਕੁੜੀਆਂ ਨਵੀਆਂ ਆਈਆਂ? ਨਵੀਆਂ, ਹਾਂਜੀ, ਸਟੂਡੈਂਟ ਆਈਆਂ ਹੈਗਾ। ਕਦੋਂ ਆਈਆਂ ਸਨ? ਇਹ ਪਿਛਲੇ ਹਫਤੇ ਦੀ ਗੱਲ ਹੈ ਜੀ। ਓਕੇ, ਤੇ ਉਹਨਾਂ ਨੂੰ ਉਹਨਾਂ ਨੇ ਹੁਣ ਕੀ ਕੀਤਾ ਹੈਗਾ, ਉਹ ਫੈਕਟਰੀ ਜਿਹੜੀ ਹੈਗੀ ਹਾਲੇ ਬੰਦ ਕਰਤੀ ਆ। ਓਕੇ, ਦੇਖੋ ਇਹ ਵੀ ਇਹ ਚੀਜ਼ ਬੜੀ ਹੈਗੀ ਨਾ, ਹਾਲੇ ਗਵਰਨਮੈਂਟ ਵੀ ਕੁਛ ਸੋਚਣਾ ਚਾਹੀਦਾ। ਯਸ, ਜੇ ਉਹ ਭਾਰਤ ਤੋਂ, ਪੰਜਾਬ ਤੋਂ ਆਈਆਂ ਜੀ? ਨਾ, ਹੈਗੀਆਂ ਆਪਣੇ ਪੰਜਾਬੀ, ਲੱਗਣੇ ਇਦਾਂ ਨਹੀਂ ਪਤਾ ਕਿੱਥੋਂ ਆਈਆਂ, ਉਹ ਲੇਕਿਨ ਇੰਡੀਆ ਆਈਆਂ, ਇੰਡੀਆ ਤੋਂ। ਤੁਹਾਨੂੰ ਕਿੱਦਾਂ ਪਤਾ ਲੱਗਾ ਜੀ? ਮੈਂ ਤਾਂ ਉਸੇ ਕੰਪਨੀ 'ਚ ਕੰਮ ਕਰਦੇ ਨਾ। ਓਕੇ ਜੀ, ਉਹ ਕੰਪਨੀ 'ਚ ਕੰਮ ਕਰ ਰਹੀਆਂ ਸਨ? ਨਵੇਂ ਜਿੱਦਾਂ ਆਪਣੇ ਏਜੰਸੀ ਰਾਹੀਂ ਆਈਆਂ ਸੀ ਉਹ। ਓਕੇ 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 ਓਕੇ, ਉਹਨਾਂ ਨੇ ਹੁਣ ਹਾਰ ਕੇ ਏਜੰਸੀ ਬੰਦ ਕਰਤੀ ਉਹ। ਓਕੇ, ਇਟਸ ਅ ਵੈਰੀ ਸੀਰੀਅਸ। ਕਹਿਤਾ ਕਿ ਅਸੀਂ ਨਹੀਂ ਤੁਹਾਡੀ ਏਜੰਸੀ ਤੋਂ ਬੰਦੇ ਲੈਣੇ। ਓਕੇ ਜੀ, ਓਕੇ ਜੀ, ਓਕੇ ਜੀ। ਇਹ ਚੀਜ਼ ਹੈ ਨਾ, ਸੋਚਣ ਵਾਲੀ ਗੱਲ ਹੈ। ਹਲੇ ਗਵਰਨਮੈਂਟ ਨੂੰ ਪਤਾ, ਉਹ ਤਾਂ ਕਹਿੰਦੇ ਉੱਥੇ ਸਟੂਡੈਂਟ ਵੀਜ਼ਾ ਮਿਲ ਜਾਂਦਾ, ਫਟਾਫਟ ਇਹਨੂੰ ਭੇਜੀ ਜਾਂਦੇ ਆ। ਗਵਰਨਮੈਂਟ ਆਪਣੇ ਪੈਸੇ ਬਣਾਉਣ ਤੇ ਲੱਗੀ ਹੈ ਜੀ, ਬੰਬ ਬਣਾਉਣ ਲੱਗੀ। ਚੁੰਡੋ ਸਾਹਿਬ ਇਸ ਚੀਜ਼ ਨੂੰ ਤਾਂ ਕਹਿੰਦੇ ਹੀ ਨਹੀਂ, ਉਦਾਂ ਉਹ ਰੌਲਾ ਪਾਉਂਦੇ, ਹਾਂਜੀ ਇਹ ਕਰੋ ਉਹ ਕਰੋ। ਹਾਂਜੀ, ਥੈਂਕ ਯੂ ਜੀ, ਬਹੁਤ ਮਿਹਰਬਾਨੀ ਜੀ। ਮਨਵੀਰ ਸਿੰਘ ਜੀ, ਬਰਗੇਡੀ ਸਾਹਿਬ ਨੂੰ ਪਲੀਜ਼ ਤੁਸੀਂ ਜੇਕਰ ਕਾਲ ਕਰਕੇ ਲਾਈਨ ਤੇ ਲੈ ਆਓ ਤਾਂ ਕਿ ਉਹ ਐਂਡ ਤੇ ਆਪਣਾ ਸੰਦੇਸ਼ ਦੇ ਦੇਣ, ਤਾਂ ਕਿ ਲੋਕੀ ਆਪਣੇ ਜਿਹੜੇ ਦਰਸ਼ਕਾਂ ਸਰੋਤੇ ਹਨ ਉਹ ਵੀ ਧਿਆਨ ਰੱਖਣ। ਵੇਖੋ ਜੀ, ਹੁਣੇ ਸਾਡੇ ਕਾਲਰ ਨੇ ਦੱਸਿਆ ਕਿ ਹੁਣੇ ਭਾਰਤ ਤੋਂ ਆਈਆਂ ਤੇ ਦੋਵਾਂ ਨੂੰ COVID-19 ਹੋਇਆ। ਸੋ ਗਵਰਨਮੈਂਟ ਨੂੰ ਵੀ ਕੁਝ ਧਿਆਨ ਰੱਖਣਾ ਚਾਹੀਦਾ, ਜਾਂ ਉੱਥੋਂ ਜਦੋਂ ਭਾਰਤ ਤੋਂ ਚੜ੍ਹਦੇ ਹਨ, ਜਿਸ ਤਰ੍ਹਾਂ ਭਾਰਤ ਵਾਲੇ ਕਰਦੇ ਹਨ ਕਿ ਲੇਟੈਸਟ ਰਿਪੋਰਟ ਜੇਕਰ ਤੁਹਾਡੇ ਕੋਲ ਹੈ ਤੇ ਅਸੀਂ ਤੁਹਾਨੂੰ ਵੰਡ ਦੇਵਾਂਗੇ। ਜੇਕਰ ਤੁਹਾਡੇ ਕੋਲ ਲੇਟੈਸਟ 72 ਘੰਟੇ ਤੋਂ ਪਹਿਲਾਂ ਦੀ ਰਿਪੋਰਟ ਨਹੀਂ ਹੈ ਤੇ ਉਹਦੀ ਕਾਫੀ ਉਹ ਛਾਣਬੀਨ ਕਰਦੇ ਹਨ। ਸੋ ਇਸੇ ਤਰੀਕੇ ਨਾਲ ਕੈਨੇਡਾ ਨੂੰ ਵੀ ਚਾਹੀਦਾ ਨਾ ਜੀ ਕਿ ਜਦੋਂ ਉੱਥੋਂ ਆਉਂਦੇ ਹਨ ਤੇ ਉਹਨਾਂ ਨੂੰ ਚੈੱਕ ਕੀਤਾ ਜਾਵੇ, ਉੱਥੋਂ ਚੜ੍ਹਨ ਤੋਂ ਪਹਿਲਾਂ ਚੈੱਕ ਕਰਕੇ ਰਿਪੋਰਟ ਲਿਆ। ਪਰ ਉੱਥੇ ਵੀ ਖਤਰਾ ਵੀ ਰਿਪੋਰਟ ਕੋਈ ਵੀ ਬਣਾ ਕੇ ਦੇ ਦੂਗਾ ਜੀ। ਬਰਗੇਡੀ ਸਾਹਿਬ, ਹਾਂਜੀ ਪਨੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਰਗੇਡੀ ਸਾਹਿਬ, ਆਪਣੇ ਕਾਲਰ ਨੇ ਦੱਸਿਆ ਕਿ ਭਾਰਤ ਤੋਂ ਹੁਣੇ 2, ਭਾਰਤ ਤੋਂ ਨਹੀਂ ਕਿਤੋਂ ਕਹਿੰਦੇ ਆਈਆਂ 2 ਲੜਕੀਆਂ, ਉਹਨਾਂ ਦੋਨਾਂ ਨੂੰ COVID-19। ਸੋ ਜਦੋਂ ਤੇ ਭਾਰਤ 'ਚ ਜਾਂਦੇ ਆ ਉਹ ਕਹਿੰਦੇ ਕਿ 72 ਘੰਟੇ ਦੀ ਆਪ ਰਿਪੋਰਟ ਲੈ ਕੇ ਆਓ। ਇਹ ਤਾਂ ਫਿਰ ਜੇ ਭਾਰਤ ਤੋਂ ਆਈਆਂ ਇਹਦਾ ਮਤਲਬ ਜਿਹਨਾਂ ਨੇ ਟੈਸਟ ਕੀਤਾ ਉਹਨਾਂ ਨੇ ਗਲਤ ਰਿਪੋਰਟ ਦੇ ਦਿੱਤੀ ਹੈ। ਵੈਸੇ ਤਾਂ ਇੱਕ ਕੈਨੇਡੀਅਨ ਗਵਰਨਮੈਂਟ ਨੇ ਇੱਕ ਐਪ ਵੀ ਬਣਾਈ ਹੈ ਜਿਹੜੀ ਕਿ ਕੋਈ ਵੀ ਕਿਤੇ ਵੀ 에ਅਰਪੋਰਟ ਤੋਂ ਚੜ੍ਹਦਾ ਉਸ ਐਪ ਦੇ ਹਿਸਾਬ ਦੇ ਨਾਲ ਉਹ 'ਚ ਸਭ ਕੁਝ ਭਰਨਾ ਪੈਂਦਾ ਜੀ, ਤਾਂ ਕਿ ਉੱਥੋਂ ਹੀ ਨਾ ਚੜੇ। ਪਰ ਇਹਦਾ ਮਤਲਬ ਸਿਸਟਮ ਫੇਲ ਹੋ ਰਿਹਾ ਹੈ, ਤਾਂ ਸਿਰਫ ਗਵਰਨਮੈਂਟ ਨੂੰ ਦੱਸਣ ਦੀ ਲੋੜ ਹੈ ਕਿ ਇਹਨੂੰ ਅਲਰਟ ਹੋ ਜਾਣ।
ਕੱਲ ਨੂੰ ਆਪਾਂ ਵੀ ਕਿਸੇ ਨੂੰ ਕਮਿਊਨੀਕੇਟ ਕਰਦੇ ਹਾਂ ਕਿ ਇਸ ਤਰ੍ਹਾਂ ਹੋਇਆ, ਜੇ ਇਹਦੇ ਡਿਟੇਲ ਦੇ ਦੇਣ ਇਹ ਸੱਜਣ, ਤੇ ਰਿਪੋਰਟ ਕਰਨਾ ਚਾਹੀਦਾ, ਕਿਉਂਕਿ ਵੀਕਨੈਸ ਹੈ ਇਹਦੇ ਨਾਲ। ਤਾਂ ਫਿਰ ਕਾਫੀ ਲੋਕ ਆ ਰਹੇ ਆ, ਭਾਰਤ ਤੋਂ ਆ ਰਹੇ ਆ, ਬਾਕੀ ਜਗ੍ਹਾ ਤੋਂ ਆ ਰਹੇ ਆ, ਪ੍ਰੋਬਲਮ ਹੋ ਸਕਦੀ ਹੈ। ਹਾਂਜੀ ਬਿਲਕੁਲ। ਬਰਗੇਡ ਸਾਹਿਬ, ਅੰਤ ਤੇ ਕੀ ਕਹਿਣਾ ਚਾਹੋਗੇ ਜਿਹੜੇ ਆਪਣੇ ਇਸ ਵੇਲੇ ਦਰਸ਼ਕ ਔਰ ਸਰੋਤੇ ਪ੍ਰੋਗਰਾਮ ਵੇਖ ਰਹੇ ਨੇ? ਸਹੀ ਹੈ ਕਿ ਪੰਨੂ ਸਾਹਿਬ ਕਿ ਅਸੀਂ ਹਰੇਕ ਚੀਜ਼ ਇਹ ਨਾ ਪਾ ਦਈਏ ਕਿ ਫਰੰਟ ਲਾਈਨ ਵਰਕਰ ਸਾਡੇ ਜ਼ਿਆਦਾ ਨੇ, ਔਰ ਮੇਰਾ ਖਿਆਲ ਫਰੰਟ ਲਾਈਨ ਵਰਕਰ ਦੀ ਜੇ ਅਸੀਂ ਡਿਟੇਲ ਲਵਾਂਗੇ ਤਾਂ ਸ਼ਾਇਦ ਉਹਨਾਂ ਦੇ ਕੇਸਿਸ ਇੰਨੇ ਨਾ ਹੋਣ। ਪਰ ਬਾਕੀ ਜਗ੍ਹਾ ਜਿਹੜੀਆਂ ਕੁਤਾਹੀਆਂ ਹੋਈਆਂ, ਚਾਹੇ ਉਹ ਸਾਡੇ ਰਿਲੀਜੀਅਸ ਪਲੇਸਿਸ 'ਚ ਹੋਈਆਂ, ਚਾਹੇ ਸਾਡੇ ਬੈਂਕਟ ਹਾਲ 'ਚ ਹੋਈਆਂ, ਚਾਹੇ ਸਾਡੇ ਘਰਾਂ ਦੀਆਂ ਪਾਰਟੀਆਂ 'ਚ ਹੋਈਆਂ, ਚਾਹੇ ਸਾਡਾ ਜਿਸ ਤਰ੍ਹਾਂ ਰਹਿੰਦੇ ਹਾਂ ਅਸੀਂ ਉਹਦੇ ਕਰਕੇ ਹੋਈਆਂ, ਆਈਸੋਲੇਟ ਨਹੀਂ ਕੀਤੀਆਂ, ਇਹ ਸਾਰੀਆਂ ਨੂੰ ਸਮ ਟੋਟਲ ਕਰਕੇ ਹੁਣ ਐਟਲੀਸਟ 3 ਮਹੀਨੇ ਕਿਉਂਕਿ ਵਿੰਟਰ 'ਚ ਪੰਨੂ ਸਾਹਿਬ ਇੱਕ ਹੋਰ ਡਰ ਹੈ ਕਿ ਅਸੀਂ ਇਹਨਾਂ ਤੋਂ ਪੁੱਛਿਆ ਨਹੀਂ, ਡਾਕਟਰਾਂ ਤੋਂ ਇਹ ਵੀ ਚੈੱਕ ਕਰ ਲੈਣ ਜਿਸ ਘਰ 'ਚ ਕੋਵਿਡ ਆ ਜਾ ਕੋਈ ਵੀ ਵਾਇਰਸ ਆ ਜਾਂਦਾ ਵਿੰਟਰ 'ਚ, ਕਿਉਂਕਿ ਦਰਵਾਜ਼ੇ ਤੱਕ ਇਹ ਸਭ ਬੰਦ ਰਹਿੰਦੇ ਨੇ ਜੀ, ਉਹ ਨਿਕਲਣਾ ਬੜਾ ਮੁਸ਼ਕਿਲ ਹੁੰਦਾ। ਚਾਹੇ ਘਰ 'ਚ ਆਈਸੋਲੇਟ ਵੀ ਕਿਸੇ ਨੇ ਕਰ ਦਿੱਤਾ, ਕਿਉਂਕਿ ਘਰ 'ਚ ਜਿਹੜੇ ਜੀ ਰਹੇ ਆ ਹਵਾ ਤਾਂ ਉਹੀ ਸਰਕੂਲੇਟ ਹੋ ਰਹੀ ਹੈ। ਬਿਲਕੁਲ। ਉਹਦੇ ਲਈ ਵੀ ਕੀ ਕੀਤਾ ਜਾ ਸਕਦਾ ਇਹ ਵੀ ਚੈੱਕ ਕਰਨ, ਖਾਸ ਕਰ ਜਿਸ ਦਿਨ ਕੋਈ ਮੌਸਮ ਠੀਕ ਹੋਵੇ ਉਸ ਦਿਨ ਤੱਕ ਇਹ ਦਰਵਾਜ਼ੇ ਸਾਰੇ ਖੋਲ ਦੇਣ ਤਾਂ ਕਿ ਵੈਂਟੀਲੇਸ਼ਨ ਹੋ ਜਾਏ, ਕਿਉਂਕਿ ਵਿੰਟਰ 'ਚ ਜ਼ਿਆਦਾ ਪ੍ਰੋਬਲਮ ਇਹ ਹੈ ਜਿਹੜੇ ਫੈਕਟਰੀਆਂ 'ਚ ਕੰਮ ਕਰ ਰਹੇ ਆ, ਜਿਹੜੇ ਆਫਿਸਿਸ 'ਚ ਕੰਮ ਕਰ ਰਹੇ ਆ, ਜਿੱਥੇ ਜਿਹੜੇ ਘਰੋਂ ਨਹੀਂ ਕਰ ਰਹੇ, ਉਹ ਸਾਰਿਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਚੈਲੰਜ ਹੈ। ਇਹ 3 ਮਹੀਨੇ ਬਹੁਤ ਕ੍ਰੂਸ਼ੀਅਲ ਹੈ। 3 ਮਹੀਨੇ 'ਚ ਜਿੰਨੇ ਵੀ ਅਸੀਂ ਪ੍ਰੀਕਾਸ਼ਨ ਮਾਰਚ ਅਪ੍ਰੈਲ 'ਚ ਲੈਂਦੇ ਸੀ ਉਹਨਾਂ ਦੇ ਆਪਾਂ ਡਬਲ ਡਿਗਰੀ ਤੇ ਲੈ ਕੇ ਕਰੀਏ ਤਾਂ ਹੀ ਅਸੀਂ ਇਹ 3 ਮਹੀਨੇ ਸੇਲ ਥਰੂ ਕਰਾਂਗੇ। ਠੀਕ ਹੈ ਬਰਗੇਡੀਅਰ ਸਾਹਿਬ, ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਹਾਂਜੀ, ਕੱਲ ਨੂੰ ਆਪਾਂ ਫਿਰ ਜੁੜਾਂਗੇ, ਕੱਲ ਨੂੰ ਭਾਰਤ ਦੇ ਬਾਰੇ ਵੀ ਗੱਲਬਾਤ ਕੀਤੀ ਜਾਏਗੀ। ਲਓ ਨੈਕਸਟ ਕਾਲ ਤੇ ਚੱਲਦੇ ਹਾਂ। ਸੁਰ ਸਾਗਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਮੈਂ ਚਰਨਜੀਤ ਸਿੰਘ ਕਿਚਨਰ ਤੋਂ ਬੋਲ ਰਿਹਾ। ਜੀ ਜੀ ਚਰਨਜੀਤ ਜੀ, ਕੀ ਹਾਲ ਆ? ਐਕਚੁਅਲੀ ਵਧੀਆ ਜੀ, ਤੁਸੀਂ ਸੁਣਾਓ? ਜੀ ਬਹੁਤ ਅੱਛਾ। ਕੀ ਕਹਿਣਾ ਚਾਹੁੰਦੇ? ਮੇਰਾ ਸਵਾਲ ਐਕਚੁਅਲੀ ਡਾਕਟਰਾਂ ਨਾਲ ਸੀਗਾ। ਹਾਂਜੀ, ਮੇਰਾ ਸਵਾਲ ਜਿਹੜਾ ਡਾਕਟਰਾਂ ਨਾਲ ਸੀ ਜੀ, ਜਿਹੜੇ ਤੁਹਾਡੇ ਪ੍ਰੋਗਰਾਮ ਤੇ ਆਏ, ਮੈਂ ਲਗਾਤਾਰ ਸੁਣ ਰਿਹਾ ਜੀ, ਵੀ ਜਿਸ ਬੰਦੇ ਨੂੰ ਪ੍ਰੋਬਲਮ ਜ਼ਿਆਦਾ ਹੋਵੇ ਕਿ ਉਹਨੂੰ ਕੰਮ ਤੇ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ? ਕਿਉਂਕਿ ਮੈਨੂੰ ਬਹੁਤ ਗੋਰੀਆਂ ਕਹਿੰਦੀਆਂ ਤੂੰ ਨਾ ਆਇਆ ਕਰ। ਗੋਰੇ ਕਈ ਛੁੱਟੀਆਂ ਲੈ ਕੇ ਘਰੇ ਬੈਠੇ ਆ, ਉਹ ਨਹੀਂ ਆਉਂਦੇ। ਮੈਂ ਡਬਲ ਕੈਂਸਰ ਸਰਵਾਈਵਰ ਹਾਂ, ਇਸੇ ਕੰਟਰੀ ਦੇ ਵਿੱਚ 2 ਵਾਰੀ ਸਰਜਰੀ ਹੋਈ, ਦੋਨੇ ਵਾਰੀ ਬਚ ਗਿਆ। ਅੱਛਾ ਜੀ। ਦੋਨੋਂ ਵਾਰ ਡਾਕਟਰ ਨੇ ਜਵਾਬ ਦਿੱਤਾ ਸੀ ਮੈਨੂੰ ਡਾਇਬਟੀਜ਼ ਵੀ ਹੈ, ਹਾਈ ਬਲੱਡ ਪ੍ਰੈਸ਼ਰ ਵੀ ਹੈ, ਐਗਜ਼ੀਮਾ ਵੀ ਹੈ, ਥਾਇਰਾਇਡ ਵੀ ਹੈ, ਹੋਰ ਪਤਾ ਨਹੀਂ ਕੀ ਹੈ, ਸਾਰੀਆਂ ਬਿਮਾਰੀਆਂ ਰੱਖੀ ਫਿਰਦੇ ਜੋ। ਮੈਂ ਕੀ ਕਰਾਂ ਜੀ, ਮੈਂ ਭੱਜਿਆ ਫਿਰਦਾ ਸਭ ਕੁਝ ਲੈ ਕੇ। ਪਰ ਮੈਂ ਤੁਹਾਨੂੰ ਬੇਨਤੀ ਕਰਦਾ, ਠੀਕ ਆ ਕਿ ਤੁਹਾਡੇ 'ਚ ਜੁੱਸਾ ਹੈ, ਤੁਸੀਂ ਸਟਰੋਂਗ ਹੋ, ਤੁਸੀਂ ਪਰਵਾਹ ਨਹੀਂ ਕਰਦੇ, ਪਰ ਮੈਂ ਸਮਝਦਾ ਕਿ ਜਿੰਨਾ ਕੁ ਕੰਮ ਤੇ ਤੁਸੀਂ ਜਾ ਕੇ ਆਪਣਾ ਐਕਸਰਸਾਈਜ਼ ਕਰਦੇ ਹੋ ਕਿ ਹੋਰ ਤਰੀਕੇ ਨਾਲ ਕਰ ਲਓ, ਤਾਂ ਕਿ ਜੇ ਕਿਤੇ ਬਿਮਾਰੀ ਆ ਗਈ ਨਾ ਜੀ ਤੇ ਨੁਕਸਾਨ ਕਰੂਗੀ। ਮੈਂ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਨਾ ਚਾਹੂੰਗਾ ਇੱਥੇ। ਹਾਂਜੀ। ਮੈਂ ਬਿਨਾਂ ਦੱਸੇ ਮੇਰੇ ਖਿਆਲ ਸਾਲ ਦੇ ਵਿੱਚ 4 ਛੁੱਟੀਆਂ ਮਾਰੀਆਂ ਹੋਣੀਆਂ। ਹਾਂਜੀ। ਤੇ ਕੰਪਨੀ ਨੇ ਮੈਨੂੰ ਲੈਟਰ ਦੇਤੀ। ਹਾਂਜੀ। ਤੁਸੀਂ ਇਮੇਜਿਨ ਕਰਕੇ ਦੇਖੋ। ਕਾਦੀ ਲੈਟਰ ਕਾਦੀ ਦੇਤੀ? ਉਹ ਡਿਸਪਲਿਨਰੀ ਐਕਸ਼ਨ ਨਹੀਂ ਲਿਆ, ਉਦਾਂ ਲਿਆ ਵੀ ਤੂੰ ਛੁੱਟੀ ਕਰਦਾ। ਅੱਛਾ ਜੀ, ਵਾਹ। ਮੈਨੂੰ ਹਾਸਾ ਵੀ ਆਉਂਦਾ ਕਿਉਂਕਿ ਜ਼ਿਆਦਾਤਰ ਲੋਕ ਕਹਿੰਦੇ ਵੀ ਤੂੰ ਨਾ ਬੈਠ ਕਰੇ। ਮੈਂ ਕਿਹਾ ਨਹੀਂ ਠੀਕ ਹੈ, ਮੈਂ ਪ੍ਰੀਕਾਸ਼ਨ ਲੈਣਾ, ਸਾਰਾ ਕੁਝ ਕਰਦਾ। ਲੇਕਿਨ ਤੁਹਾਡੇ ਕੰਮ ਤੇ ਮਾਹੌਲ ਕਿਹੋ ਜਿਹਾ? ਤੁਸੀਂ ਇਕੱਲੇ ਹੀ ਹੁੰਦੇ ਹੋ ਜਿੱਥੇ ਕੰਮ ਕਰਦੇ ਹੋ ਜਾਂ ਫਿਰ? ਨਹੀਂ, ਮੈਂ ਮਿਲਦਾ ਰਹਿੰਦਾ ਸਾਰਿਆਂ ਨੂੰ। ਮੈਂ ਟੀਮ ਲੀਡਰ ਹਾਂ ਜੀ। ਤੁਸੀਂ? ਹਾਂਜੀ, ਟੀਮ ਲੀਡਰ। ਓਕੇ, ਤੁਸੀਂ ਬੈਟਰ ਆਪਣੇ ਡਾਕਟਰ ਦੇ ਨਾਲ ਸਲਾਹ ਕਰੋ ਜੀ। ਓਕੇ ਚਲੋ ਠੀਕ ਹੈ ਜੀ, ਮੈਂ ਕਰਾਂਗਾ। ਹਾਂਜੀ, ਕਿਸੇ ਵੇਲੇ ਆਪਾਂ ਆਪਣਾ ਜੁੱਸਾ ਹੁੰਦਾ, ਕਹਿੰਦੇ ਕੋਈ ਨਹੀਂ, ਮੈਨੂੰ ਕੋਈ ਗੱਲ ਨਹੀਂ ਜੀ। ਨਹੀਂ ਜੀ, ਮੈਂ ਤਾਂ ਮਾਸਕ ਪਾ ਕੇ ਫਿਰਦਾ ਰਹਿੰਦਾ। ਹਾਂ, ਨਹੀਂ ਜੀ, ਫਿਰ ਵੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜ਼ਰੂਰ ਡਾਕਟਰ ਕੋਲ ਪ੍ਰੋਪਰ ਐਡਵਾਈਸ ਲਓ ਜੀ। ਚਲੋ ਠੀਕ ਹੈ ਜੀ, ਥੈਂਕ ਯੂ ਜੀ। ਲਓ ਜੀ, ਬਹੁਤ ਬਹੁਤ ਮਿਹਰਬਾਨੀ ਜੀ। ਡਾਕਟਰ ਰਾਜ ਜੀ ਨੇ ਆਉਣਾ ਸੀਗਾ ਲਾਈਨ ਤੇ, ਅਜੇ ਤੱਕ ਆਏ ਨਹੀਂਗੇ। ਜੇਕਰ ਤੁਹਾਡੇ ਕੰਮ ਵਾਲੇ ਤੁਹਾਨੂੰ ਕੋਵਿਡ ਤੋਂ ਕੋਈ ਰੱਖਿਆ ਨਹੀਂ ਦੇ ਰਹੇ ਤਾਂ ਤੁਸੀਂ ਇਸ ਨੰਬਰ ਤੇ ਟੈਲੀਫੋਨ ਕਰੋ। ਇਹ ਮੈਨੂੰ ਹੁਣੇ ਟੈਕਸਟ ਆਇਆ 1-800 551 9128 1-800 551 9128 ਸੰਖੇ ਵਿੱਚ ਆਪਣਾ ਸੁਨੇਹਾ ਰਿਕਾਰਡ ਕਰਕੇ ਛੱਡੋ ਅਤੇ ਅਸੀਂ ਤੁਹਾਨੂੰ ਵਾਪਸ ਟੈਲੀਫੋਨ ਕਰਕੇ ਤੁਹਾਡੀ ਸਹਾਇਤਾ ਕਰਾਂਗੇ। ਤੁਹਾਨੂੰ ਸੁਰੱਖਿਅਤ ਰਹਿਣ ਦਾ ਪੂਰਾ ਹੱਕ ਹੈ। ਸੋ ਲਓ ਜੀ, ਡਾਕਟਰ ਗਰੇਵਾਲ ਜੀ ਲਾਈਨ 1 ਤੇ ਲੈ ਕੇ ਚੱਲਦੇ हैं।
हाँ जी डॉक्टर गरवाल जी सत श्री अकाल। हाँ जी सत श्री अकाल जी। हाँ जी डॉक्टर साहब बहुत बहुत धन्यवाद जी, तुसीं सानू थैंक यू जी मौका दे रहे हो, प्लीज संदेश दिओ जी। हाँ जी सो मेरा नाम डॉक्टर गरवाल है, मैं एमरजेंसी रूम का डॉक्टर हाँ, तो मैं हॉस्पिटल काम करदा इत्थे हैमिल्टन ते साडी मैं को फाउंडर हैगा सोनिया अज संधवालिया दे नाल मैं काम करदा। ओके जी। ਅਸੀਂ ਇਹ ਹੌਟਲਾਈਨ ਅਸੀਂ ਦੱਸ ਰਹੇ ਸੀ ਤੁਹਾਡੀ ਆਡੀਅנס ਨੂੰ, ਇਹ ਹੌਟਲਾਈਨ ਅਸੀਂ ਸ਼ੁਰੂ ਕੀਤੀ ਹੈ ਤੇ ਸਾਡੀ ਜੇ ਤੁਸੀਂ ਸੋਚਦੇ ਹੋ ਤੁਹਾਡੀ ਵਰਕ ਪਲੇਸ ਦੇ ਵਿੱਚ ਸੇਫ ਨਹੀਂ ਹੈਗਾ ਜੀ ਜੀ ਤੁਸੀਂ ਇਹ ਨੰਬਰ ਤੁਸੀਂ ਕਾਲ ਕਰ ਸਕਦੇ ਹੋ। ਓਕੇ ਤੇ ਇਹ ਸਾਡੇ ਹੈਗੀ ਹੈ ਸਾਡੀ ਟੀਮ ਹੈਗੀ ਹੈ, ਇਹ ਕਾਲ ਨਾਲ ਵਾਪਸ ਤੁਹਾਨੂੰ ਫੋਨ ਕਰ ਸਕਦੇ ਆ, ਵੈਰੀ ਗੁੱਡ ਤੁਹਾਡੇ ਨਾਲ ਗੱਲ ਕਰ ਸਕਦੇ ਆ ਤੇ ਡਸਨਟ ਮੀਨ ਅਸੀਂ ਗੱਲ ਆਫਿਸ ਭੇਜਣਾ, ਪਹਿਲਾਂ ਅਸੀਂ ਗੱਲ ਕਰਦੇ ਹਾਂ ਤੁਹਾਡੇ ਨਾਲ ਤੇ ਅਸੀਂ ਤੁਹਾਡੇ ਨਾਲ ਗੱਲ ਕਰ ਸਕਦੇ ਹਾਂ ਤੇ ਫਿਰ ਅਸੀਂ we can work with you to figure this out. So ਅਸੀਂ you know we will try to work with you if it's not safe. That you know ਅਸੀਂ we have we're able to talk to the proper people if we need to do something to make it safe. ਅਸੀਂ it's more about education ਤੇ ਫਿਰ ਅਸੀਂ ਵੀ educate ਕਰ ਸਕਦੇ ਹਾਂ ਜਾ ਕੇ in a non-confrontational way, मतलब workplace ਦੇ ਨਾਲ। थैंक यू जी। मैं कल नूं ये प्रोग्राम दे विच बार-बार जानकारी देंदा रहूँगा, आप जी नाल कल नूं जरूर कोशिश करांगे 8 ਤੋਂ 9 गलबात करदे, क्योंकि तुसीं बहुत संकोच घट समय दे विच आए हो। असीं आप जी दा बहुत-बहुत धन्नवाद करदे हां डॉक्टर गरवाल जी। थैंक यू जी। थैंक यू जी। लो जी जेकर तुहानूं काम ते जिहड़ा ਇਹ ਮਹਿਸੂਸ ਹੁੰਦਾ ਕਿ ਤੁਸੀਂ ਸੇਫ ਨਹੀਂ ਹੋ ਤੇ 1-800 551 91 28 ਤੇ ਤੁਸੀਂ ਕਾਲ ਕਰਕੇ ਤੁਸੀਂ ਹਦਾਇਤਾਂ ਲੈ ਸਕਦੇ ਹੋ ਤੇ ਇਹ ਡਾਕਟਰ ਰਾਜ ਗਰੇਵਾਲ ਤੁਹਾਡੀ ਮਦਦ ਜ਼ਰੂਰ ਕਰਨਗੇ। ਪਲੀਜ਼ ਆ ਨੰਬਰ ਨੋਟ ਕਰ ਲਓ, ਅਤੀ ਜ਼ਰੂਰੀ ਹੈ। ਜੇਕਰ ਤੁਹਾਡੇ ਕੰਮ ਵਾਲੇ ਤੁਹਾਨੂੰ ਕੋਵਿਡ ਤੋਂ ਕੋਈ ਰੱਖਿਆ ਨਹੀਂ ਦੇ ਰਹੇ, ਹਾਂਜੀ, ਤਾਂ ਤੁਸੀਂ ਨੰਬਰ ਨੋਟ ਕਰੋ 1-800 551 91 28 ਤੇ ਤੁਸੀਂ ਸੰਪਰਕ ਪੈਦਾ ਕਰ ਸਕਦੇ ਹੋ। ਲਓ ਪ੍ਰੋਗਰਾਮ ਦੀ ਇੱਥੇ ਸਮਾਪਤੀ ਕਰਦੇ ਹਾਂ। ਜਾਣ ਤੋਂ ਪਹਿਲਾਂ ਅਸੀਂ ਆਪ ਜੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਹਿਬ ਆਲਮ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਪੁਰਬ ਦੀ ਖੁਸ਼ੀ ਵਿੱਚ ਹਰ ਵਰੇ ਦੀ ਤਰ੍ਹਾਂ 28, 29 ਅਤੇ 30 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਸੁਰਸਾਗਰ ਰੇਡੀਓ ਅਤੇ ਟੀਵੀ ਤੇ ਸੁਣੇ ਜਾ ਸਕਦੇ ਹਨ। रेडियो साढ़े कोल मौजूद हैं, सवेरे 11 तो लैके 5 बजे तक तुसी आ सकते हो, फोन जरूर कर लेना। सो इस तो इलावा तुसी ई बाबा ऐप भी डाउनलोड कर सकते हो, जिथे भी तुहाडे भैन भाई दूर दराडे बैठे हैं वो पाठ इस राही सुन भी सकते हैं तो वेख भी सकते हैं। इस तो इलावा आप जी नूं बेनती है कि आपो अपने घरां दे विच तुसीं रह के पाठ सरवण करना, किते जाण दी लोड़ नहीं गी। जे सेहत है, जेकर तुसी तंदुरुस्त हो तो सारा जहान ठीक है, अगले साल भी खंड पाठ वेख लांगे आपां। जदों यह औखा टाइम लंघ जूगा आपां गुरुद्वारा साहब विखे जाके नमस्कार भी कर लांगे। लेकिन मैं पहली बार ये कह रहा हाँ आप जी नूं कि गुरुद्वारे ना जाओ, क्योंकि जिहड़ियां गवर्नमेंट वालों डॉक्टरों वालों देखो कदी डॉक्टर इदां कॉल नहीं करते, डॉक्टर खुद आप कॉल करके दस रहे हैं, इसका मतलब कि इट्स वेरी वेरी सीरीयस। अदरवाइज डॉक्टर नहीं किसी कॉल कर देंगे, हुण डॉक्टर आप कॉल करके एयर ते दस रहे हैं कि प्लीज़ लोगों को तुसीं वध तो वध जानकारी दिओ, इट मीन इट्स वेरी सीरीयस। सो तुहानूं बेनती है कि तुसीं ये हदायतां जरूर सुनो, जरूर इन्हां ते गौर करो। असीं 1.5 घंटा लगातार इहो गल करते आ रहे हैं कि टाइम गुड नहीं है, इस वेले आपां नूं बचाओ विच ही बचाओ है। सो इस करके घरां दे विच बैठ के खंड पाठ सुनना, घर दे विच ही तुसीं परिवार समेत जे नहीं बहना आपो अपने कमरिਆਂ ਦੇ ਵਿੱਚ बैठ के अपने फोन राही ਜਾਂ आईपैड राही ਜਾਂ अपने टीवी ते तुसीं वेख सकदे हो, क्योंकि सुरसागर रेडियो केबलां ते भी चल रहा है, बॉक्सियां ते भी चल रहा है। तो सब तो वधिया यह ई बाबा डाउनलोड करो, जिथे मर्जी बैठ के तुसी बेसमेंट च भावें तुसी अपने कमरे च जिथे भी बैठ के वेखना वा सुनना वा सुन सकते हो, इहो जी सहूलत तुहानूं प्रदान की है। सो ई बाबा इंटरटेनमेंट अपने ऐप स्टोर तो जाके डाउनलोड कर लो। जेकर तुसी चाहुंदे हो कि तुहाडे कोल डब्बा नहीं है तो तुसी क्रोमकास्ट विद गूगल टीवी एक डोंगल है वो लै आओ, वो अपने टीवी दे विच ला लो तो तुसी सुरसागर तो इलावा होर 250 चैनल मुफ्त दे विच वेख सकदे हो।
इस तो इलावा रेडियो तुसीं लिजा सकते हो, जिन्नी क असीं सहूलत दे सकते हैं असीं अपने वालों दे रहे हैं। सो एक बार फिर आप जी नूं बेनती है कि घरां विच ही रहना ते वध तों वध तुसीं इन्हां दिनां विच पाठ सरवण करो, पाठ करो, बच्चियां च रहो, बाहर ना जाओ, रिश्तेदारां कोल ना जाओ, रिश्तेदारां नूं ना आउण दिओ। प्लीज़ आप जी नूं बेनती है। मेरा नंबर है 647 502 4800। सो आप जी नूं बेनती है कि घरां विच बैठ के पाठ सरवण करना। आग्या चाहुंदा, उम्मीद रखदा आपां फिर मिलांगे कल नूं 8 ਤੋਂ 9 फिर इहो जिहियां गल्लां करांगे। सत श्री अकाल।